Uh, Good afternoon to all the participants. I am Dr. Gurpreet Singh Josan, and on behalf of NSQF Samagra Sikhya Abhiyan and Punjab University Patiala, I extend very warm welcome to all the participants who are connected with us on this on the second day of domain training program through online mode. ਸੋ ਅੱਜ ਸਾਡੇ ਨਾਲ ਐਗਰੀਕਲਚਰ ਵਿਸ਼ੇ ਤੇ ਗੱਲਬਾਤ ਕਰਨ ਲਈ ਡਾਕਟਰ ਇੰਦਰਜੀਤ ਸਿੰਘ ਜੀ ਇਸ ਮੰਚ ਤੇ ਜੁੜੇ ਹੋਏ ਹਨ। ਡਾਕਟਰ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਪੰਜਾਬ ਦੇ ਵਿਭਾਗ ਚੋਂ ਰਿਟਾਇਰ ਹੋਏ ਹਨ, ਡਾਇਰੈਕਟਰ ਦੇ ਤੌਰ ਤੇ ਉਹ ਕੰਮ ਕਰਦੇ ਰਹੇ ਹਨ। ਅੱਜ ਦੇ ਉਹ ਕੰਸਲਟੈਂਟ ਫॉर ਡੇਅਰੀ ਇੰਡਸਟਰੀ, ਸਕਿੱਲ ਡਿਵੈਲਪਮੈਂਟ ਅਤੇ ਹਾਈ ਟੈਕ ਡੇਅਰੀ ਫਾਰਮਰਸ ਦੇ ਕੰਸਲਟੈਂਟ ਦੇ ਤੌਰ ਤੇ ਵੀ ਕੰਮ ਕਰ ਰਹੇ ਹਨ ਅੱਜ ਕੱਲ੍ਹ। ਸੋ ਮੈਂ ਡਾਕਟਰ ਇੰਦਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਆਪਣੇ ਵਿਚਾਰ ਅੱਜ ਦੇ ਆਪਣੇ ਪਾਰਟਿਸਪੈਂਟ ਦੇ ਨਾਲ ਸਾਂਝੇ ਕਰਨ। ਸੋ ਡਾਕਟਰ ਇੰਦਰਜੀਤ ਸਿੰਘ ਜੀ ਪਲੀਜ਼। ਧੰਨਵਾਦ ਜੋਸ਼ਨ ਜੀ ਤੇ ਧੰਨਵਾਦ ਅਰਨ ਜੀ। ਸਭ ਤੋਂ ਪਹਿਲਾਂ ਮੈਂ ਸਕੂਲ ਸਿੱਖਿਆ ਵਿਭਾਗ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਆਸ਼ਾ ਵੀ ਕਰਦਾ ਕਿ ਇਸ ਤਰ੍ਹਾਂ ਹੀ ਸਾਡਾ ਜਿਹੜਾ ਡੇਅਰੀ ਧੰਦੇ ਦੇ ਵਿਕਾਸ ਲਈ, ਡੇਅਰੀ ਧੰਦੇ ਦੀਆਂ ਬਰੀਕੀਆਂ ਲਈ, ਡੇਅਰੀ ਧੰਦੇ ਦੇ ਭਵਿੱਖ ਲਈ ਸਕੂਲ ਸਿੱਖਿਆ ਵਿਭਾਗ ਖਾਸ ਕਰਕੇ ਜੋਸ਼ਨ ਜੀ ਤੇ ਅਰਨ ਜੀ ਸਾਡੇ ਨਾਲ ਤਾਲਮੇਲ ਰੱਖਣਗੇ। ਉਸ ਤੋਂ ਬਾਅਦ ਮੈਂ ਜੀ ਆਇਆਂ ਕਹਿੰਦਾ ਸਾਰੇ ਮੇਰੇ ਦੋਸਤ ਵੋਕੇਸ਼ਨਲ ਟ੍ਰੇਨਰ ਜਿਨ੍ਹਾਂ ਨੇ ਅੱਗੇ ਜਾ ਕੇ ਮੇਰੀ ਗੱਲ ਮੇਰੇ ਨਵੀਂ ਪੀੜ੍ਹੀ ਆਉਣ ਵਾਲੇ ਲੋਕਾਂ ਤੱਕ ਪਹੁੰਚਾਉਣੀ ਹੈ। ਦੋਸਤੋ, ਡੇਅਰੀ ਵਰਕਰ ਦੀ ਜਿਹੜੀ ਇਹ ਸਿਖਲਾਈ ਹੈ ਇਹਦੇ ਬਾਰੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਡੇਅਰੀ ਦਾ ਧੰਦਾ ਪਹਿਲਾਂ ਵੀ ਬਹੁਤ ਜ਼ਰੂਰੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਐਗਰੀਕਲਚਰ ਜਿਹੜਾ ਵਿਸ਼ਵੀਕਰਨ, ਗਲੋਬਲਾਈਜੇਸ਼ਨ ਦੇ ਪ੍ਰੈਸ਼ਰ ਹੇਠ ਕਹਿ ਲਓ, ਜਿਵੇਂ ਕਹਿ ਲਓ, ਉਹਦੇ ਵਿੱਚ ਉਹਦਾ ਜਿਹੜਾ ਭਵਿੱਖ ਹੈ, ਉਹਦਾ ਜਿਹੜਾ ਸਿਸਟਮ ਹੈ ਪ੍ਰੈਜੈਂਟ ਐਗਰੀਕਲਚਰ ਦਾ, ਉਹਨੂੰ ਕਾਫੀ ਚੈਲੰਜ ਸਾਹਮਣੇ ਕਰਨੇ ਪੈ ਰਹੇ ਨੇ ਤੇ ਹੋਰ ਵੀ ਕਰਨੇ ਪੈ ਸਕਦੇ ਨੇ। ਤੋ ਡੇਅਰੀ ਦਾ ਧੰਦਾ ਜਿੱਥੇ ਪਹਿਲਾਂ ਭਾਵੇਂ ਉਹ ਕਾਟਨ ਦਾ ਫੇਲੀਅਰ ਸੀ, ਭਾਵੇਂ ਉਹ ਸਾਡੀ ਸਟੈਗਨਾਈਜੇਸ਼ਨ ਸੀ, ਭਾਵੇਂ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਸਾਡੇ ਕੋਲ ਚੈਲੰਜ ਆਏ, ਹਰੀ ਕ੍ਰਾਂਤੀ ਦੇ ਨਾਲ ਜੇ ਉਹਦੀ ਸੱਜੀ ਬਾਂਹ ਲੜਕੇ ਰਲਿਆ ਤਾਂ ਉਹ ਸਾਡੀ ਚਿੱਟੀ ਕ੍ਰਾਂਤੀ ਡੇਅਰੀ ਧੰਦਾ ਰਲਿਆ। ਡੇਅਰੀ ਧੰਦੇ ਨੂੰ ਸਿਰਫ ਆਪਾਂ ਇਹ ਨਾ ਸਮਝੀਏ ਕਿ ਦੁੱਧ ਦੀ ਪੈਦਾਵਾਰ ਹੈ, ਦੁੱਧ ਵੇਚਣਾ ਤੇ ਜਿਹੜਾ ਉਹਦਾ ਘਰ ਦਾ ਰੋਜ਼ਮਰਾ ਦੀ ਟਾਈਮ ਚਲਾਉਣਾ। ਉਹ ਤੋਂ ਇਲਾਵਾ ਡੇਅਰੀ ਦਾ ਇੱਕ ਧੰਦਾ ਸਾਡੇ ਕੋਲੇ ਕੈਸ਼ ਕ੍ਰੌਪ ਵੀ ਹੈ। ਤੁਸੀਂ ਸੁਣਿਆ ਹੋਊਗਾ, ਜਿਹੜੇ ਮੇਰੇ ਦੋਸਤ ਪਿੰਡਾਂ 'ਚ ਰਹਿਣ ਵਾਲੇ ਨੇ, ਕਿ ਅਸੀਂ ਕੋਈ ਵੀ ਵੱਡਾ ਕੰਮ ਜਿਹੜਾ, ਚਾਹੇ ਉਹ ਬੱਚਿਆਂ ਦੇ ਵਿਆਹ ਸ਼ਾਦੀ ਸੀ, ਚਾਹੇ ਉਹ ਕੋਈ ਇਸ ਤਰ੍ਹਾਂ ਦੇ ਸਾਡੇ ਖਰਚੇ ਸੀ ਜਿਹੜੇ ਕਿ ਅਣਟਲ ਜਾਣ ਵਾਲੇ ਖਰਚੇ, ਉਹ ਪਸ਼ੂ ਵੇਚ ਕੇ ਜਾਂ ਚੰਗਾ ਲਵੇਰਾ ਵੇਚ ਕੇ ਕੰਮ ਕਰਦੇ ਸੀ। ਤਾਂ ਜਿੱਥੋਂ ਤੱਕ ਨਿਊਟ੍ਰੀਸ਼ਨਲ ਸਿਕਿਉਰਿਟੀ ਦੀ ਗੱਲ ਹੈ, ਠੀਕ ਹੈ, ਫੂਡ ਸਿਕਿਉਰਿਟੀ, ਨੈਸ਼ਨਲ ਫੂਡ ਸਿਕਿਉਰਿਟੀ ਐਕਟ ਆ ਗਿਆ। ਨਿਊਟ੍ਰੀਸ਼ਨਲ ਸਿਕਿਉਰਿਟੀ ਦੇ ਇਸ ਵੇਲੇ ਬਹੁਤ ਵੱਡਾ ਚੈਲੰਜ ਹਿੰਦੁਸਤਾਨ ਨੂੰ ਹੀ ਨਹੀਂ, ਪੂਰੇ ਦੁਨੀਆ ਨੂੰ ਬਣਿਆ ਹੋਇਆ ਹੈ। ਨਿਊਟ੍ਰੀਸ਼ਨਲ ਸਿਕਿਉਰਿਟੀ ਦਾ ਮਤਲਬ ਹੈ ਕਿ ਪੇਟ ਭਰ ਖਾਣਾ ਚਲੋ ਮਿਲ ਗਿਆ ਜਿੰਨੇ ਕੁ ਲੋਕਾਂ ਨੂੰ, ਬਟ ਜਿਹੜਾ ਖਾਸ ਕਰਕੇ ਨਵੇਂ ਬੱਚਿਆਂ ਦੀ ਦੇਖਿਆ ਹੋਊਗਾ ਗਰੋਥ, ਸਟੰਟ ਗਰੋਥ, ਉਹਨਾਂ ਦੀ ਜਿਹੜਾ ਬਾਡੀ ਵੇਟ ਦੇ ਹਿਸਾਬ ਦੇ ਨਾਲ, ਉਹਨਾਂ ਦੀ ਉਮਰ ਦੇ ਹਿਸਾਬ ਨਾਲ, ਉਹਨਾਂ ਦੇ ਕੱਦ ਦੇ ਹਿਸਾਬ ਨਾਲ ਸਭ ਤੋਂ ਵੱਡਾ ਚੈਲੰਜ ਮੈਨੂੰ ਜੋ ਲੱਗ ਰਿਹਾ ਹੈ ਉਹ ਹੈ ਕਿ ਬੱਚਿਆਂ ਦਾ ਮੋਰਲ ਵਿਕਾਸ। ਮੋਰਲ ਵਿਕਾਸ ਤਦੇ ਹੋਊਗਾ ਜੇ ਉਹਦੀ ਸਿਹਤ ਦਾ ਵਿਕਾਸ ਹੋਊਗਾ। ਇੱਕ ਚੰਗੇ ਸਿਹਤਮੰਦ ਸਰੀਰ ਵਿੱਚ ਹੀ ਚੰਗਾ ਦਿਮਾਗ ਹੁੰਦਾ, ਆਪਾਂ ਪਹਿਲਾਂ ਵੀ ਪੜ੍ਹਦੇ ਰਹੇ ਹਾਂ। ਤਾਂ ਸਿਹਤਮੰਦ ਰੱਖਣ ਲਈ ਭਾਵੇਂ ਉਹ ਮਨੁੱਖ ਦੇ ਪੈਦਾ ਤੋਂ ਲੈ ਕੇ ਅਖੀਰ ਤੱਕ ਜਿਹੜਾ ਸਾਡੇ ਨਾਲ ਜੁੜਦੀ ਖੁਰਾਕ, ਠੀਕ ਹੈ, ਸਾਡੀ ਰੋਟੀ ਹੈ, ਸਾਡਾ ਸਿਸਟਮ ਹੈ, ਉਹ ਚੱਲਣਾ ਚਾਹੀਦਾ ਹੈ। ਪਰ ਦੁੱਧ ਇੱਕ ਸੰਤੁਲਿਤ ਭੋਜਨ ਹੈ, ਸਾਰੇ ਜਾਣਦੇ ਆ, ਇਹ ਇੱਕ ਅੰਮ੍ਰਿਤ ਹੈ, ਸਾਰੇ ਜਾਣਦੇ ਆ। ਇਹਦੇ ਵਿੱਚ ਮਨੁੱਖੀ ਸਰੀਰ ਨੂੰ ਆਪਣੀ ਜ਼ਿੰਦਗੀ ਦੇ ਪਹਿਲੇ 6-7 ਮਹੀਨੇ ਜਦੋਂ ਮਾਂ ਦੁੱਧ ਪੀਂਦਾ ਹੈ, ਉਹ ਸਾਰੇ ਨਿਊਟ੍ਰੀਐਂਟ ਤੱਤ ਮਿਲਦੇ ਨੇ ਕਿ ਜਿਹੜੇ ਉਸ ਨੂੰ ਉਸ ਕ੍ਰਿਟੀਕਲ ਜਿਹਾ ਪੀਰੀਅਡ ਹੁੰਦਾ ਉਹਦੇ ਵਿੱਚ ਜਿਉਂਦਾ ਰੱਖਣ ਲਈ, ਉਹਦੇ 'ਚ ਵਿਕਾਸ ਕਰਨ ਲਈ ਜ਼ਰੂਰੀ ਹੁੰਦੇ ਨੇ। ਜੇ ਮੈਂ ਜਵਾਨੀ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਚਾਹੇ ਅਸੀਂ ਐਜੂਕੇਸ਼ਨ ਨਾਲ ਜੁੜੇ ਹੋਏ ਹਾਂ, ਚਾਹੇ ਅਸੀਂ ਵਰਕ ਦਾ ਕੰਮ ਕਰਦੇ ਹਾਂ, ਚਾਹੇ ਅਸੀਂ ਆਫਿਸ ਦਾ ਕੰਮ ਕਰਦੇ ਹਾਂ, ਉਹਦੇ ਵਾਸਤੇ ਵੀ ਐਨਰਜੀ ਜਿਹੜੀ ਆ ਉਹ ਦੁੱਧ ਤੋਂ ਹੀ ਮਿਲਦੀ ਆ। ਆਪਾਂ ਸਾਰੇ ਜਿਹੜੇ ਪੰਜਾਬੀ ਆ ਖਾਸ ਕਰਕੇ ਬਹੁਤ, ਭਾਵੇਂ ਠੀਕ ਆ ਅਸੀਂ ਨੌਨ ਵੈਜ ਲੈਂਦੇ ਹਾਂ, ਬਟ ਬੇਸਿਕਲੀ ਆਰੀਅਨ ਲੋਕ ਸੀ ਆਪਾਂ ਸਿੱਖ ਧਰਮ ਦੇ ਨਾਲ ਹਿੰਦੂ ਧਰਮ ਜਿਹੜੇ ਸੀ, ਬੇਸਿਕਲੀ ਵੀ ਆਰ ਵੈਜੀਟੇਰੀਅਨ। ਤੋ ਵੈਜ ਫੂਡ ਜਿਹੜਾ ਵਾ ਉਹਦੇ ਵਿੱਚ ਜੇ ਪ੍ਰੋਟੀਨ, ਲੈਕਟੋਜ਼, ਮਿਨਰਲ, ਜਿੰਨੀਆਂ ਰਿਕੁਆਇਰਡ ਧਾਤਾਂ ਨੇ
ਤੇ ਜਿੰਨੇ ਰਿਕੁਆਇਰਡ ਵਿਟਾਮਿਨ ਨੇ ਉਹ ਸਾਰੇ ਜੇ ਕਿਸੇ ਇੱਕ ਭੋਜਨ ਚ ਨੇ, ਇੱਕ ਚੀਜ਼ ਚ ਨੇ, ਤਾਂ ਉਹ ਦੁੱਧ ਹੀ ਹੈ। ਤੋ ਜੇ ਮੈਂ ਗੱਲ ਕਰਾਂ ਕਿ ਜੀ ਡੇਅਰੀ ਦੀ ਇੰਪਲੋਇਮੈਂਟ, ਅਨਪਲੋਇਮੈਂਟ, ਤੁਸੀਂ ਸਾਡੇ ਨੌਜਵਾਨ ਸਾਥੀਓ, ਬੇਰੁਜ਼ਗਾਰੀ ਦੀ ਸਮੱਸਿਆ ਦੈਂਤ ਸਾਡਾ ਐਡਾ ਵੱਡਾ ਸਾਡੇ ਸਿਰ ਤੇ ਚੜਿਆ ਹੋਇਆ ਹੈ ਕਿ ਅਸੀਂ ਉਹਦਾ ਹੱਲ ਹੀ ਨਹੀਂ। ਐਗਰੀਕਲਚਰ ਦੇ ਵਿੱਚ ਕੀ ਹੈ ਕਿ ਐਗਰੀਕਲਚਰ ਚ ਫੈਮਿਲੀ ਸਾਈਜ਼ ਵੱਡਾ ਹੋ ਜਾਂਦਾ ਹੈ, ਸਾਡੇ ਟੱਕ ਛੋਟੇ ਹੋ ਜਾਂਦੇ ਆ, ਟੱਕ ਛੋਟੇ ਹੋ ਜਾਂਦੇ ਆ, ਸਾਡੀ ਉਪਜੀਵਕਾ, ਸਾਡੀ ਆਮਦਨ, ਸਾਡਾ ਜਿਹੜਾ ਵਾ ਪ੍ਰੋਡਕਟਿਵਿਟੀ ਘਟ ਜਾਂਦੀ ਹੈ। ਡੇਅਰੀ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਅਲੱਗ ਹੋਏ ਤਾਂ ਤੁਸੀਂ ਪਹਿਲਾਂ ਦੋ ਬ੍ਰਦਰ ਸੀ, ਚਾਰ ਮੱਝਾਂ ਸੀ, ਚਾਰ ਗਾਵਾਂ ਸੀ, ਆਪਾਂ ਆਪਣਾ ਹੋਰ ਵਧਾ ਸਕਦੇ ਹਾਂ। ਐਗਰੀਕਲਚਰ ਦੇ ਵਿੱਚ ਉਹਨੇ ਡਿਵਾਈਡ ਹੋ ਜਾਣਾ ਹੈ। ਐਨੂਅਲ ਦੇ ਵਿੱਚ ਹਰ ਸਾਲ ਇੱਕ ਨਵਾਂ ਬੱਚਾ ਆਉਣਾ ਤੇ ਸਾਡੀ ਗਰੋਥ ਜਿਹੜੀ ਆ ਵੱਧਦੀ ਰਹਿਣੀ ਹੈ। ਥੋੜਾ ਜਿਹਾ ਸਾਨੂੰ ਇਸ਼ਾਰਾ ਕਰਤਾ ਸੀਗਾ, ਤੁਸੀਂ ਅੱਗੇ ਆਪ ਸਿਆਣੇ ਹੋ। ਜਿਸ ਤਰੀਕੇ ਨਾਲ ਹਿੰਦੁਸਤਾਨ ਦੀ ਗਰੋਥ ਹੋ ਰਹੀ ਹੈ, ਦੁੱਧ ਦੀ ਪ੍ਰੋਡਕਸ਼ਨ ਜਿਹੜੀ ਆ 6% ਵੱਧ ਰਹੀ ਹੈ, ਮਨੁੱਖੀ ਆਬਾਦੀ ਜਿਹੜੀ ਆ 4% ਹੁਣ ਹੈਗਾ ਕਰਦਾ। ਜੇ ਅਸੀਂ ਪ੍ਰੋਡਕਸ਼ਨ ਦੇ ਨਾਲ, ਪ੍ਰੋਡਕਟਿਵਿਟੀ ਦੇ ਨਾਲ ਕੁਆਲਿਟੀ ਵੱਲ ਧਿਆਨ ਦਿੰਦੇ ਜਾਂ ਹੁਣ ਵੀ ਦੇਣਾ ਪਊਗਾ ਆਪਾਂ ਨੂੰ, ਤਾਂ ਮੇਰਾ ਖਿਆਲ ਹੈ ਕਿ ਦੁੱਧ ਦੀ ਅੱਗੇ ਜਿੱਥੇ ਆਪਾਂ ਬੈਠੇ ਆ, ਜਿਹੜਾ ਜਗਰਾਫੀਕਲ ਏਰੀਆ ਇੰਡੀਆ ਦਾ ਹੈ, ਇਨਮੈਡੀਅਨ ਯੂਨਿਟ ਮੰਨ ਕੇ ਚੱਲਾਂ, ਕਿਸੇ ਪਾਸੇ ਲਾ ਲਓ, ਅਫਗਾਨਿਸਤਾਨ ਵਾਲੇ ਪਾਸੇ ਆ ਜਾਓ, ਪਾਕਿਸਤਾਨ ਦੀ ਗੱਲ ਕਰ ਲਓ, ਅਰੇਬੀਅਨ ਕੰਟਰੀ ਦੀ ਗੱਲ ਕਰ ਲਓ, ਨੇਪਾਲ ਦੀ ਗੱਲ ਕਰ ਲਓ, ਚਾਈਨਾ ਦੀ ਗੱਲ ਕਰ ਲਓ, ਆਪਣੇ ਜਿਹੜੇ ਇਧਰਲੇ ਪਾਸੇ ਬਰਮਾ, ਇਹ ਸਾਰੇ ਜਿਹੜੇ ਕੰਟਰੀ ਨੇ, ਬੰਗਲਾਦੇਸ਼ ਬਹੁਤ ਵਧੀਆ ਮੰਡੀ ਹੈ, ਰਸ਼ੀਆ, ਚਾਈਨਾ ਦੇ ਨੈਟ ਇੰਪੋਰਟਰ ਆਫ ਦਾ ਮਿਲਕ ਪ੍ਰੋਡਕਟ, ਉਹ ਸਾਰੇ ਨੇ ਇਹ ਮਿਲਕ ਕੰਟਰੀ ਨੇ। ਤੇ ਕਿਸੇ ਵੀ ਹਾਲਤ ਵਿੱਚ ਯੂਰਪੀਅਨ ਯੂਨੀਅਨ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਨਿਊਜ਼ੀਲੈਂਡ ਤੋਂ ਇੰਨੀ ਲੰਮਾ ਟਰੈਵਲ ਕਰਕੇ ਦੁੱਧ ਸਾਡੇ ਨਾਲ ਸਸਤਾ ਜਾਂ ਸਾਡੇ ਨਾਲ ਵਧੀਆ ਪ੍ਰੋਡਕਟ ਨਹੀਂ ਵੇਚ ਸਕਦੇ। ਬੇਸਿਕਲੀ ਜਿਹੜਾ ਵਾ ਉਹ ਜਿਹੜਾ ਤੁਸੀਂ ਅੱਜ ਕੰਮ ਕਰਨ ਲੱਗੇ ਹੋ, ਇਹ ਹੈ ਕਿ ਪ੍ਰੋਬਲਮ ਸੋਲਵਿੰਗ ਕਰਨੀ ਹੈ, ਲੋਕਾਂ ਨੂੰ ਡੇਅਰੀ ਵਰਕਰ ਕਿਵੇਂ ਬਣਾਉਣਾ ਹੈ। ਅੱਜ ਦੀ ਡੇਟ ਦੇ ਵਿੱਚ ਆਪਾਂ ਸਾਰੇ ਕਹਿੰਦੇ ਰਹੇ ਆ, ਮੇਰੀ 39 ਸਾਲ ਦੀ ਸਰਵਿਸ ਹੋ ਗਈ, ਕਿ ਆਪਾਂ ਯਾਰ ਡੇਅਰੀ ਇੱਕ ਸਹਾਇਕ ਧੰਦਾ ਹੈ, ਇੱਕ ਸਹਾਇਕ ਧੰਦਾ ਨਹੀਂਗਾ, ਇੱਕ ਮੁੱਖ ਧੰਦਾ ਹੈ। ਸਹਾਇਕ ਧੰਦਾ ਉਹ ਹੁੰਦਾ ਜਿੱਥੇ ਆਪਾਂ ਕੋਈ ਆਪਣੀ ਤੁਸੀਂ ਨੌਕਰੀ ਕਰਦੇ ਹੋ, ਖੇਤੀ ਠੇਕੇ ਦੇ ਆਏ ਜਾਂ ਖੇਤੀ ਦਾ ਕੰਮ ਕਰ ਲਿਆ, ਕਿਤੇ ਕਦਾਈ ਹਫ਼ਤੇ 'ਚ 2 ਦਿਨ ਗੇੜੇ ਮਾਰ ਲਿਆ, ਜਾਂ ਕਦੇ ਕਦਾਈ ਹਫ਼ਤੇ ਬਾਅਦ ਵੀ ਗੇੜਾ ਮਾਰ ਲਿਆ। ਹੁਣ ਵੱਢੀ ਜਾਂਦੇ ਆ, ਕਣਕ ਬੀਜਦੇ ਆ, ਉਸ ਤੋਂ ਬਾਅਦ ਪਹਿਲਾ ਪਾਣੀ, ਉਸ ਤੋਂ ਬਾਅਦ ਅੱਗੇ ਕੰਮ ਚੱਲੀ ਜਾਂਦਾ ਹੈ। ਪਰ ਡੇਅਰੀ ਇੱਕ ਮੁੱਖ ਧੰਦਾ ਇਸ ਕਰਕੇ ਹੈ ਕਿ 24 ਘੰਟੇ 7 ਦਿਨ 12 ਮਹੀਨੇ ਇਹਦੇ ਨਾਲ ਜੁੜ ਕੇ ਰਹਿਣਾ ਪੈਣਾ, ਤੇ ਇਹਦੇ ਨਾਲ ਜੁੜਨ ਵਾਸਤੇ, ਇਹਦੇ ਨਾਲ ਜੁੜ ਕੇ ਜਿਹੜਾ ਰਹਿੰਦਾ ਬੰਦਾ ਉਹੀ ਕਾਮਯਾਬ ਹੁੰਦਾ ਹੈ। ਜੇ ਇਹਨੂੰ ਅਜੇ ਵੀ ਸਹਾਇਕ ਧੰਦਾ ਮੰਨੀ ਜਾਵੇ, ਹੁਣ ਆਪਣੇ ਪਿੰਡਾਂ 'ਚ ਕੀ ਹੈ, ਪੱਠੇ ਲਿਆਉਣ ਵਾਲਾ ਹੋਰ ਆ, ਪਾਉਣ ਵਾਲਾ ਕੋਈ ਹੋਰ ਆ, ਧਾਰਾ ਕੱਢਣ ਵਾਲੀ ਕੋਈ ਹੋਰ ਆ, ਵੇਚਣ ਵਾਲਾ ਕੋਈ ਹੋਰ ਹੈ, ਖੁਰਾਕ ਲਿਆਉਣ ਵਾਲਾ ਹੋਰ, ਉਹਨੂੰ ਪਤਾ ਨਹੀਂ ਖੁਰਾਕ ਕੀ ਲਿਆਂਦੀ ਹੈ, ਕਿੱਥੋਂ ਲਿਆਂਦੀ ਹੈ, ਕਿਹਨੇ ਪਾਉਣੀ ਹੈ, ਤੇ ਉਹਦਾ ਜਿਹੜਾ ਮੈਨੇਜਮੈਂਟ ਆ ਉਹ ਕਿਸੇ ਹੋਰ ਕੋਲ, ਟ੍ਰੇਨਿੰਗ ਕੋਈ ਹੋਰ ਲੈ ਜਾਂਦਾ, ਸਾਡੇ ਕੋਲੋਂ ਕੰਮ ਕੋਈ ਹੋਰ ਕਰੀ ਜਾਂਦਾ। ਤੋ ਮੈਂ ਇਸ ਡੇਅਰੀ ਵਰਕਰ ਨੂੰ ਡੇਅਰੀ ਮੈਨੇਜਰ ਵੇਖਣਾ ਚਾਹੁੰਦਾ ਪੰਜਾਬ ਦੇ ਵਿੱਚ, ਕਿ ਜੇ ਮੈਨੇਜ ਕਰਨਗੇ, ਵੈਸੇ ਤਾਂ ਐਵਰੀਥਿੰਗ ਇਜ਼ ਮੈਨੇਜਮੈਂਟ ਤੇ ਡਿਪੈਂਡ ਕਰਦੀ ਹੈ, ਪਰ ਚਲੋ ਕਿਉਂਕਿ ਇਹਦਾ ਸਿਲੇਬਸ ਦਾ ਵਰਕਰ, ਆਪਾਂ ਵਰਕਰ ਤੇ ਕੰਸਰਨ ਕਰਾਂਗੇ ਕਿ ਹਾਊ ਟੂ ਬਿਕਮ ਅ ਗੁੱਡ ਵਰਕਰ, ਹਾਊ ਟੂ ਬਿਕਮ ਅ ਗੁੱਡ ਡੇਅਰੀ ਐਂਟਰਪ੍ਰੀਨਿਓਰ। ਤੋ ਮੇਰਾ ਅਗਲਾ ਜਿਹੜਾ ਕਹਿਣ ਦਾ ਸੀ ਕਿ ਜਿਹੜਾ ਇਹ, ਕਿਉਂਕਿ ਇਹ ਧੰਦਾ ਸਾਨੂੰ ਪਿੰਡ ਦੇ ਜੂਹ ਨਾਲ, ਪਿੰਡ ਦੀ ਰੂਹ ਨਾਲ ਤੇ ਪਿੰਡ ਦੀ ਖੁਸ਼ਬੂ ਨਾਲ ਜੋੜ ਕੇ ਰੱਖਦਾ ਹੈ, ਇਸ ਕਰਕੇ ਇਹ ਧੰਦਾ ਹੀ ਜਿਹੜਾ ਵਾ ਪੰਜਾਬ ਜਿਹੜਾ ਪਲਾਈਨ ਹੋ ਰਿਹਾ, ਸ਼ਹਿਰਾਂ ਵੱਲ ਨੂੰ ਲੋਕ ਭੱਜੇ ਆਉਂਦੇ ਨੇ, ਐਗਰੀਕਲਚਰ ਠੇਕੇ ਦੇ ਆਏ, ਚੰਡੀਗੜ੍ਹ ਕੋਠੀ ਪਾ ਲਈ, ਉਹ ਸਾਰਾ ਕੁਝ ਤਦੇ ਸੰਭਵ ਹੈ ਜੇ ਆਪਾਂ ਡੇਅਰੀ ਦੇ ਧੰਦੇ ਨਾਲ, ਜਾਂ ਇਹੋ ਜਿਹੇ ਧੰਦੇ ਹੋਰ ਨੇ, ਖਾਸ ਕਰਕੇ ਵੈਜੀਟੇਬਲ ਦਾ ਬਹੁਤ ਵਧੀਆ ਧੰਦਾ ਹੈ, ਜੇ ਉਹਦੀ ਪ੍ਰੀਜ਼ਰਵੇਸ਼ਨ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਹੋਰ ਬੜੇ ਧੰਦੇ ਨੇ, ਗੋਟਰੀ ਹੈ, ਪਿਗਰੀ ਬੜੀ ਸੋਹਣੀ ਉੱਪਰ ਕੇ ਸਾਹਮਣੇ ਆ ਰਹੀ ਹੈ ਸਾਡੀ, ਬਟ ਇਹ ਧੰਦਿਆਂ ਨਾਲ ਸਾਨੂੰ ਉੱਥੇ ਜੁੜ ਕੇ ਰਹਿਣਾ ਪਊਗਾ। ਸ਼ਹਿਰਾਂ ਦੇ ਜੋ ਵੀ ਬੈਡ ਆਊਟਕਮ ਜਾ ਰਹੀਆਂ ਨੇ, ਤੁਸੀਂ ਸਾਰੇ ਜਾਣਦੇ ਹੋ, ਕਿੰਨੇ ਕੁ ਲੋਕ ਸ਼ਹਿਰ ਚੱਲ ਲੈਣਗੇ, ਤੇ ਕਿੰਨੇ ਕੁ ਲੋਕਾਂ ਨੂੰ ਜਿਹੜਾ ਸ਼ਹਿਰ ਆਪਣੇ ਰੁਜ਼ਗਾਰ ਦੇ ਦੂਗਾ। ਤੇ ਪਿੰਡ ਦੇ ਵਿੱਚ ਹੀ ਰਹਿ ਕੇ ਪਿੰਡ ਦਾ ਸੱਭਿਆਚਾਰ ਬਚਾਉਣਾ, ਪਿੰਡ ਦਾ ਵਰਕ ਕਲਚਰ ਤੇ ਪਿੰਡ ਦਾ ਕਲਚਰ ਬਚਾਉਣਾ, ਉਹ ਇਸ ਡੇਅਰੀ ਧੰਦੇ ਦੀ ਦੇਣ ਹੈ। ਤੋ ਜਿੱਥੇ ਮੈਂ ਡੇਅਰੀ ਦੀ ਮੈਂ ਗੱਲ ਕਰਦਾ, ਜੋ ਉੱਥੇ ਆਪਾਂ ਵਰਕਰ ਦਾ ਜਿਹੜਾ ਆਪਣਾ ਕੋਰੀਕੂਲਮ ਬਣਾਇਆ, ਕੋਰੀਕੂਲਮ ਦੇ ਵਿੱਚ ਮੇਨਲੀ ਜਿਹੜਾ ਸਟ੍ਰੈਸ ਦਿੱਤਾ ਹੈ ਉਹ 3 ਤਰ੍ਹਾਂ ਦਾ ਹੈ। ਮੇਰਾ ਪਹਿਲਾ ਸ਼ੈਲਟਰ ਮੈਨੇਜਮੈਂਟ ਹੋਊਗਾ, ਜਿਹਨੂੰ ਆਪਾਂ ਸ਼ੈੱਡ ਬਾਰੇ ਗੱਲ ਕਰਦੇ ਹਾਂ। ਦੂਜਾ ਜਿਹੜਾ ਮੇਰਾ ਫੀਡ ਮੈਨੇਜਮੈਂਟ ਹੋਊਗੀ, ਨਿਊਟ੍ਰੀਸ਼ਨ ਮੈਨੇਜਮੈਂਟ ਕਹਿ ਸਕਦਾ ਉਹਨੂੰ। ਤੀਸਰਾ ਜਨਰਲ ਮੈਨੇਜਮੈਂਟ ਹੋਊਗੀ, ਤੇ ਚੌਥਾ ਮਾਰਕੀਟ ਮੈਨੇਜਮੈਂਟ ਹੋਊਗਾ। ਅਖੀਰ ਤੇ 15 ਮਿੰਟ ਆਪਾਂ ਆਪਣੇ ਕੋਈ ਜਿਹੜੇ ਕੁਐਸਚਨ ਆਨਸਰ ਜਿਹੜੇ ਕਰਨੇ ਆ ਉਹ ਆਪਾਂ ਕਰ ਲਾਂਗੇ।
ਟਾਈਮ ਦਾ ਮੈਨੂੰ ਬਹੁਤਾ ਨਹੀਂ ਪਤਾ ਲੱਗਣਾ, ਕਿਉਂਕਿ ਤੁਸੀਂ ਜੋਸ਼ਨ ਜੀ ਮੈਨੂੰ ਜਦੋਂ ਵੀ ਮੇਰਾ 15 ਮਿੰਟ ਰਹਿੰਦੇ ਦੱਸ ਦਿਓ। ਆਈ ਹੈਵ ਟੂ ਲੌਂਗ ਵਾਕ ਟੂ ਗੋ। ਤੋ ਸ਼ੈਲਟਰ ਮੈਨੇਜਮੈਂਟ ਦੇ ਵਿੱਚ ਸਭ ਤੋਂ ਜਿਹੜੇ ਇਸ਼ੂ ਜਿਹੜੇ ਆ ਰਹੇ ਨੇ, ਜਿਹੜਾ ਕਿਉਂਕਿ ਮੈਂ ਉਹ ਗੱਲਾਂ ਦੱਸੂਗਾ ਜਿਹੜੀਆਂ ਅੱਗੇ ਆਉਣ ਵਾਲੀਆਂ 10 ਸਾਲ ਨੂੰ ਕੀ ਹੋਣੀਆਂ। ਐਟ ਪ੍ਰੈਜੈਂਟ ਸਾਡਾ ਜਿਹੜਾ ਪਸ਼ੂਆਂ ਦਾ ਸ਼ੈੱਡ ਆ ਜਾਂ ਢਾਰਾ ਜਾਂ ਬਰਾਂਡਾ ਹੈ ਜਾਂ ਨੌਰਾ ਹੈ ਜਾਂ ਹਵੇਲੀ ਹੈ, ਉਹਦੀ ਕੋਈ ਡਾਇਮੈਂਸ਼ਨ ਨਹੀਂ, ਕੋਈ ਕੁਛ ਨਹੀਂ। ਉਹਦੇ ਵਿੱਚ ਵੱਡਾ ਐਨੀਮਲ ਵੀ ਖੜਿਆ, ਛੋਟੇ ਐਨੀਮਲ ਵੀ ਖੜਿਆ, ਸਭ ਨੂੰ ਸੰਗਲ ਮਾਰੇ ਹੋਏ ਆ। ਜਦੋਂ ਆਪਾਂ ਮਨੁੱਖ ਦੀ ਗੱਲ ਕਰਦੇ ਆ, ਤੁਸੀਂ ਕੱਚੇ ਘਰਾਂ 'ਚ ਰਹਿੰਦੇ ਸੀ, ਤੁਸੀਂ ਅੱਜ ਪੱਕੇ ਪਾਲੇ, ਕੂਲਰ ਲਾ ਕੇ ਏਸੀ ਲਾ ਲਏ, ਬਟ ਐਨੀਮਲ ਵਾਲੇ ਪਾਸੇ ਆਪਾਂ ਦੇਖੀਏ ਤਾਂ ਕਿਤੇ ਵੀ ਕੋਈ ਗੱਲ ਨਹੀਂ ਗੀ। ਜੇ ਇੱਧਰ ਕੁੱਲੀ ਗੁੱਲੀ ਜੁੱਲੀ ਦੀ ਗੱਲ ਚੱਲਦੀ ਹੈ ਤਾਂ ਕੁੱਲੀ ਮੂਹਰੇ ਆ ਤਾਂ ਉੱਧਰ ਵੀ ਸ਼ੈੱਡ ਮੂਹਰੇ ਆਉਣਾ ਚਾਹੀਦਾ। ਤਾਂ ਜੋ ਮੈਂ ਸ਼ੈੱਡ ਨੂੰ, ਤੇ ਮੇਰਾ ਖਿਆਲ ਹੈ ਕੋਰੀਕੁਲਮ ਜਿਹਨੇ ਬਣਾਇਆ ਉਹਦਾ ਮੈਂ ਧੰਨਵਾਦ ਕਰਦਾ ਕਿ ਉਹਨੇ ਪਹਿਲਾਂ ਸ਼ੈੱਡ ਦਾ ਮੂਹਰੇ ਰੱਖਿਆ। ਤੋ ਜਦੋਂ ਐਨੀਮਲ ਦੀ ਗੱਲ ਕਰਦੇ ਆ, ਸਭ ਤੋਂ ਜਿਹੜਾ ਇਸ਼ੂ ਆਉਣ ਵਾਲਾ ਹੈ, ਜਿਹੜੀਆਂ ਵਰਡ ਦੀਆਂ ਜਿਹੜੀਆਂ ਫੋਰਸਸ ਨੇ, ਵਰਡ ਦੀਆਂ ਜਿਹੜੀਆਂ ਸ਼ਕਤੀਆਂ ਨੇ, ਉਹ ਤੁਹਾਡੇ ਐਨੀਮਲ ਵੈਲਫੇਅਰ ਤੇ ਆਉਣੀਆਂ ਨੇ। ਪਸ਼ੂ ਭਲਾਈ, ਮਨੁੱਖ ਭਲਾਈ ਦੀ ਗੱਲ ਬੜੀ ਹੋ ਰਹੀ ਹੈ, ਚਲੋ ਉਹ ਵਿਸ਼ਾ ਵੱਖਰਾ ਹੈ। ਐਨੀਮਲ ਵੈਲਫੇਅਰ ਦੇ ਵਿੱਚ ਉਹ ਸ਼ੈੱਡ ਜਿਹੜਾ ਉਹਦੀ ਬੋਡੀ ਨੂੰ, ਉਹਦੇ ਮਾਨਸਿਕ ਤਣਾਅ ਨੂੰ, ਉਹਦੇ ਪਾਚਨ ਸ਼ਕਤੀ ਨੂੰ ਤੇ ਉਹਦੀ ਪ੍ਰਜਨਨ ਸ਼ਕਤੀ ਨੂੰ ਬਚਾ ਕੇ ਰੱਖੇ, ਉਹ ਸ਼ੈੱਡ ਦੀ ਆਪਾਂ ਜੇ ਗੱਲ ਕਰਨੀ ਹੈ, ਕਿਹੜਾ ਹੋ ਸਕਦਾ ਹੈ। ਦੂਸਰੀ ਗੱਲ ਚੱਲਦੀ ਹੈ, ਫਿਰ ਆ ਜਾਂਦੀ ਹੈ ਕਰੂਲਟੀ ਟੂ ਐਨੀਮਲ। ਕਿ ਜਦੋਂ ਪਸ਼ੂ ਪੈਦਾ ਹੋਇਆ, ਕੱਟਾ ਕੱਟੀ, ਬੱਚਾ ਬੱਚੀ, ਉਸ ਤੋਂ ਲੈ ਕੇ ਤੇ ਜਿੱਦਣ ਉਹਨੂੰ ਚਕਾਉਣਾ ਉਸ ਤੱਕ ਸੰਗਲ ਮਾਰਨਾ ਹੀ ਜ਼ਰੂਰੀ ਹੈ। ਕੀ ਇਹ ਕਰੂਲਟੀ ਟੂ ਐਨੀਮਲ ਨਹੀਂ ਹੈ? ਇਹ ਤਾਂ ਠੀਕ ਹੈ ਜੇ ਵੀ ਉਹਦੇ ਬਾਰੇ ਅਜੇ ਬਹੁਤਾ ਲੋਕ ਜਾਗਰੂਕ ਨਹੀਂ ਹੋਏ, ਬਟ ਹੌਲੀ ਹੌਲੀ ਇਹ ਪਾਸੇ ਵੱਲ ਆਉਣਾ ਪਊਗਾ। ਵਰਲਡ ਦੇ ਵਿੱਚ ਤਕਰੀਬਨ ਮੈਂ ਯੂਰਪੀਅਨ ਯੂਨੀਅਨ ਸਾਰੀ ਗਿਆ, ਮੈਂ ਅਮਰੀਕਾ ਕੈਨੇਡਾ ਨਹੀਂ ਗਿਆ, ਮੈਂ ਇਜ਼ਰਾਈਲ ਜਾ ਕੇ ਗਿਆ, ਜਰਮਨ ਜਾ ਕੇ ਆਇਆ ਮੈਂ, ਤਾਂ ਉੱਥੇ ਕਿਤੇ ਵੀ ਸੰਗਲ ਨਹੀਂ ਮਾਰਿਆ ਹੋਇਆ, ਤੇ ਨਾ ਹੀ ਸੰਗਲ ਆਪਾਂ ਮਾਰਿਆ ਸੀ ਕਿਸੇ ਦਾ, ਸੱਪ ਵੀ ਨਹੀਂ ਪਾਇਆ ਸੀ। ਗੁਰੂ ਨਾਨਕ ਦੇਵ ਜੀ ਨੂੰ ਪੁੱਛੋ, ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛੀਏ, ਅਚਾਰਦੇ ਸੀ, ਅਸੀਂ ਆਪ ਡੰਗਰ ਚਾਰਦੇ ਰਹੇ, ਤੇ ਲਿਆ ਕੇ ਵਰਾਂਡੇ 'ਚ ਬੰਦ ਕਰਦੇ ਸੀ। ਪਰ ਕਿਉਂਕਿ ਜਦੋਂ ਜੋ ਮਨੁੱਖ ਦੀ ਆਬਾਦੀ ਵੱਧਦੀ ਗਈ, ਤਿਉਂ ਸਾਡੇ ਬਰਾਂਡੇ ਤੇ ਸਾਡੇ ਨੌਰੇ ਤੇ ਸਾਰੇ ਸ਼ੈੱਡ ਛੋਟੇ ਹੁੰਦੇ ਗਏ, ਪਸ਼ੂਆਂ ਦੀ ਗਿਣਤੀ ਵੱਧਦੀ ਗਈ। ਜਿੱਥੇ 10 ਖੜਦੇ ਉੱਥੇ 15 ਵਾਲੇ। ਸ਼ਹਿਰਾਂ ਦੇ ਵਿੱਚ ਤਾਂ ਹਾਲਤ ਇੰਨੀ ਮਾੜੀ ਆ, ਟੋਇਆਂ ਦੇ ਵਿੱਚ, ਮਲ ਮੂਤਰ ਦੇ ਵਿੱਚ ਉਹ ਲਿਬੜੇ ਤਿਬੜੇ ਉਹ ਦੁੱਧ ਕੱਢਦੇ ਨੇ ਤੇ ਅਸੀਂ ਚੌਵਾਂ ਦੁੱਧ ਲੈਣ ਜਾਂਦੇ ਹਾਂ। ਫਿਰ ਜਿਹੜੀ ਗੱਲ ਆਉਣੀ ਹੈ, ਜੇ ਆਪਾਂ ਕੰਟਰੀਆਂ ਦੀ ਗੱਲ ਕਰਦੇ ਆ, ਤਾਂ ਸਭ ਤੋਂ ਵੱਡੀ ਗੱਲ ਆਉਣੀ ਹੈ ਕਿ ਅਸੀਂ ਲੈਵਲ ਕਿੱਥੇ ਖੜੇ ਆ। ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ, ਠੀਕ ਹੈ, ਪ੍ਰੋਡਕਸ਼ਨ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਜਾਂ ਸਾਡੇ ਸਾਈਜ਼ ਦੇ ਹਿਸਾਬ ਨਾਲ ਅਸੀਂ ਇੰਡੀਆ 'ਚ 6ਵੇਂ 7ਵੇਂ ਸਥਾਨ ਤੇ ਆ। ਤੇ ਪ੍ਰੋਡਕਟਿਵਿਟੀ ਮੈਂ ਕਹਾਂ, ਪਸ਼ੂਆਂ ਦੀ ਪ੍ਰਤੀ ਪਸ਼ੂ ਦੁੱਧ ਦੇ ਉਹਦੀ ਜਿਹੜੀ ਸਾਡੀ ਸਮਰੱਥਾ ਹੈ, ਮੱਝ ਦੀ 11-11.5 ਕਿਲੋ ਸਾਰੇ ਐਵਰੇਜ ਪੰਜਾਬ ਦੀ ਹੈ। ਵਲੈਤੀ ਗਾਂ ਦੀ ਵੀ 12-13 ਕਿਲੋ ਦੇ ਕਰੀਬ ਪਹੁੰਚੇਗੀ। ਦੇਸੀ ਗਾਂ ਵੀ ਚੰਗਾ ਕੰਮ ਕਰ ਰਹੀ ਹੈ, 7.5 ਕਿਲੋ ਹੈ। ਉਹ ਇੰਡੀਆ 'ਚ 1 ਨੰਬਰ ਤੇ ਹੈ, 1 ਨੰਬਰ ਤੇ ਹੈ। ਬਟ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਹੋਰ ਵੱਧ ਸਕਦੀ ਹੈ ਜੇ ਅਸੀਂ ਇਹਨਾਂ ਨੂੰ ਹਵਾਦਾਰ, ਖੁੱਲੇ, ਸਾਫ ਸੁਥਰੇ ਤੇ ਸ਼ੈੱਡ ਦੇ ਸਕੀਏ। ਫਿਰ ਅੱਗੇ ਆ ਜਾਂਦੀ ਗੱਲ, ਹੁਣ ਜਿਵੇਂ ਮੈਂ 6% ਦੀ ਕਹਿ ਰਿਹਾ ਕਿ 6% ਮੇਰੀ ਦੁੱਧ ਦੀ ਗਰੋਥ ਹੋ ਰਹੀ ਹੈ, ਐਗਰੀਕਲਚਰ ਦੇ ਵਿੱਚ ਨੈਗੇਟਿਵ ਚਲੀ ਗਈ ਆ। ਔਰ ਕੋਵਿਡ ਦੇ ਜਦੋਂ ਪੜ੍ਹੇ ਹੀ ਸਾਰਿਆਂ ਨੇ, ਕੋਵਿਡ ਦੇ ਵਿੱਚ ਬਾਕੀ ਸਾਰੇ ਸੈਕਟਰ ਥੱਲੇ ਗਏ ਆ, ਆਪਣਾ ਐਗਰੀਕਲਚਰ ਉੱਤੇ ਗਿਆ ਨਾ। ਐਗਰੀਕਲਚਰ ਚੋਂ ਵੀ ਜਿਹੜਾ ਨਿਰੋਲ ਐਗਰੀਕਲਚਰ ਹੈ ਸਰ, ਉਹ ਕੋਈ ਬਹੁਤਾ ਨਹੀਂ ਵਧਿਆ, 1.5%। ਉਹ ਠੀਕ ਹੈ, ਕਾਸਟ ਆਫ ਝੋਨੇ ਦਾ ਜਾਂ ਮੱਕੀ ਦਾ MSP ਵੱਧ ਗਿਆ ਜਾਂ ਉਹਦੇ ਨਾਲ ਵੱਧ ਗਈ, ਪਰ ਪ੍ਰੋਡਕਸ਼ਨ ਉਨੀ ਹੋ ਗਈ ਆ। ਡੇਅਰੀ ਤੇ ਜਿਹੜੀ ਦੂਸਰਾ ਜਿਹੜਾ ਲਾਈਫ ਸਟਾਕ ਸੈਕਟਰ ਆ ਉਹ ਵਧਿਆ, ਮੱਛੀ ਬੜੀ ਵਧੀ ਹੈ। ਬਟ ਜੇ ਐਕਸਪੋਰਟ ਓਰੀਐਂਟ ਹੋਣਾ ਤਾਂ ਸਾਨੂੰ ਸਾਫ ਸੁਥਰੇ, ਸਾਫ ਦੁੱਧ ਦੀ ਪੈਦਾਵਾਰ, ਤੇ ਸਾਨੂੰ ਜਦੋਂ ਵੀ ਆਉਣਾ, ਕਿਸੇ ਨੇ ਵੀ ਆਉਣਾ ਹੈ, ਕਿਸੇ ਵੀ ਕੰਟਰੀ ਨੂੰ ਮਾਲ ਭੇਜਣਾ ਹੈ, ਉਹਨੇ ਕਹਿਣਾ ਕਿ ਸਰ ਕੀ ਤੁਹਾਡਾ ਜਿਹੜਾ ਜ਼ੋਨ ਹੈ, ਪੰਜਾਬ ਦਾ ਖਿੱਤਾ ਹੈ ਜੀ, ਇਹ ਡਿਜ਼ੀਜ਼ ਫ੍ਰੀ ਹੈ? ਖਿੱਤਾ ਨਹੀਂ ਹੈਗਾ, ਤੇ ਬਿਮਾਰੀ ਮੁਕਤ ਖਿੱਤਾ ਬਣਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਸ਼ੈੱਡ ਦਾ ਹੈ। ਹੁਣ ਕੀ ਹੈ ਜੀ, ਤਿੰਨੇ ਪਾਸੇ ਕੰਧ ਕੱਢੀ ਹੈ, ਇੱਕ ਪਾਸਾ ਖੁੱਲਾ ਰੱਖਿਆ ਹੋਇਆ, ਵਿੱਚ ਮਤਲਬ ਕੱਚਾ ਫਰਸ਼ ਹੈ, ਕੁਰਲੀ 3.5
3 ਫੁੱਟ ਉੱਚੀ ਖੁਰਲੀ ਬਣਾ ਦਿੰਦੇ ਆ, ਉਹ ਡੰਗਰ ਰੱਖੇ ਹੀ ਜਾਂਦੇ ਨੇ। ਜਿੱਥੇ ਮੈਂ ਦੱਸਿਆ ਕਿ ਓਵਰ ਕਰਾਊਡਿੰਗ ਹੈ ਤਾਂ ਉਹ ਉੱਥੇ ਬਿਮਾਰੀਆਂ ਦਾ ਘਰ ਨੇ, ਚਾਹੇ ਉਹ FMD ਹੈ, ਚਾਹੇ ਉਹ ਗਲਘੋਟੂ ਹੈ, ਚਾਹੇ ਉਹ ਇੰਟਰਪੈਸਟ ਹੈ, ਚਿੱਚੜ ਨੇ ਅੰਦਰਲੇ ਬਾਹਰਲੇ, ਉਹ ਸਾਰਾ ਕੁਝ ਜਿਹੜਾ ਵਾ ਜੇ ਅਸੀਂ ਐਕਸਪੋਰਟ ਕਰਨਾ ਤਾਂ ਅਗਲੇ ਨੇ ਆ ਕੇ ਸਿੱਖਣਾ ਸਿਸਟਮ ਬੈਕਵਰਡ ਲੈ ਕੇ, ਤੁਹਾਡਾ ਪ੍ਰੋਡਕਸ਼ਨ ਚੈਨਲ ਜਾਂ ਪ੍ਰੋਡਕਸ਼ਨ ਸਿਸਟਮ ਕੀ ਹੈਗਾ, ਉਹ ਪ੍ਰੋਡਕਸ਼ਨ ਸਿਸਟਮ ਵਾਸਤੇ ਸਾਨੂੰ ਸ਼ੈੱਡ ਦੇ ਉੱਤੇ ਬਹੁਤ ਵੱਡੀ ਜ਼ਰੂਰਤ ਹੈ। ਦੂਜਾ ਇੱਕ ਜਿਹੜਾ ਕਾਨੂੰਨ ਲਾਗੂ ਹੋ ਗਿਆ ਉਹ ਹੋ ਗਿਆ ਕਿ ਜੀ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇਹ ਵੀ ਕਹਿਤਾ, ਔਰ ਕਹਿਣਾ ਵੀ ਸੀਗਾ, ਇਹ ਤਾਂ ਸਾਨੂੰ ਪਤਾ ਸੀਗਾ ਕਿ ਐਨੀਮਲ ਦੀ ਗਿਣਤੀ ਵੱਧ ਰਹੀ ਹੈ, ਮਿਥੇਨ ਐਮਿਸ਼ਨ ਵੱਧ ਰਿਹਾ ਹੈ, ਗਲੋਬਲ ਵਾਰਮਿੰਗ ਵੱਧ ਰਹੀ ਹੈ। ਹੁਣ ਉਹਨੇ ਸਿੱਧਾ ਕਹਿਤਾ ਕਿ ਜੇ ਅਸੀਂ ਸਵੱਛ ਭਾਰਤ ਦੀ ਗੱਲ ਕਰਦੇ ਆ, ਆਪਣੇ ਆਲੇ ਦੁਆਲੇ ਦੀ ਗੱਲ ਕਰਦੇ ਆ, ਤਾਂ ਸਾਡਾ ਜਿਹੜਾ ਵਾ ਪਿੰਡ ਆ, ਸਾਡਾ ਜਿਹੜਾ ਕਸਬਾ ਵਾ, ਸਾਡਾ ਜਿਹੜਾ ਜਿੱਥੇ ਹੈਬਿਟੇਟ ਕਰਦੇ ਆ ਮਨੁੱਖ, ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਆ। ਤੇ ਉਹ ਪੋਲੂਟੈਂਟ ਦਾ ਕਾਰਨ ਉਹਨਾਂ ਨੇ ਗਿਣਿਆ, ਤੇ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ 10 ਪਸ਼ੂਆਂ ਤੋਂ ਵੱਧ ਜਿੰਨੇ ਵੀ ਫਾਰਮ ਖੋਲਣਗੇ ਤੇ ਗਊਸ਼ਾਲਾ ਵਾਲੇ ਬੱਚੇ ਸਮੇਤ, ਉਹਨਾਂ ਨੂੰ ਏਅਰ ਪੋਲੂਸ਼ਨ ਐਕਟ ਤੇ ਉਹਦੇ ਜਿਹੜਾ ਵਾਟਰ ਪੋਲੂਸ਼ਨ ਦਾ ਜਿਹੜਾ ਵਾ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਕੰਸੈਂਟ ਲੈਣੀ ਪਊਗੀ। ਇਹ ਜੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਪਿੱਛੇ ਨੋਟਿਸ ਕੱਢਿਆ ਸੀਗਾ, ਬਟ ਇਹਨੂੰ ਇੰਪਲੀਮੈਂਟ ਨਹੀਂ ਕੀਤਾ। ਪਰ ਮੈਨੂੰ ਜਿਸ ਤਰੀਕੇ ਦਾ ਲੱਗਦੀ ਆ ਕੇਂਦਰ ਸਰਕਾਰ ਦਾ ਰੌਂਜ ਆ, ਇਹਨਾਂ ਨੇ ਲਾਗੂ ਕਰ ਦੇਣਾ। ਇਹਦੇ ਵਾਸਤੇ ਆਪਾਂ ਨੂੰ ਹੁਣੇ ਤੋਂ ਆਪਣੇ ਜਿਹੜੇ ਫਾਰਮਰ ਨੇ, ਆਪਣੇ ਜਿਹੜੇ ਵਰਕਰ ਨੇ, ਆਪਣੇ ਜਿਹੜੇ ਇਸ ਕਿੱਤੇ 'ਚ ਲੱਗਣ ਵਾਲੇ ਜਾਂ ਲੱਗੇ ਹੋਏ ਨੌਜਵਾਨ ਨੇ, ਉਹਨੂੰ ਦੱਸਣਾ ਪਊਗਾ। ਉਹਦੇ ਵਿੱਚ ਵੀ ਮੈਂ ਅੱਗੇ ਦੱਸੂਗਾ ਵੀ ਕਿਹੜੀਆਂ ਕੰਡੀਸ਼ਨ 'ਚ ਲਾਈਆਂ ਨੇ, ਤੇ ਉਹ ਸ਼ੈੱਡ ਆਪਾਂ ਨੂੰ ਸਾਫ਼ ਸੁਥਰੇ ਤੇ ਵਧੀਆ ਕਰਨੇ ਪੈਣਗੇ। ਇਸ ਕਰਕੇ ਹੀ ਇਹ ਜਿਹੜਾ ਸ਼ੈਲਟਰ ਮੈਨੇਜਮੈਂਟ ਦੇ ਉੱਤੇ ਅੱਜ ਦਾ ਜਿਹੜਾ ਵਿਸ਼ਾ ਰੱਖਿਆ। ਤੋ ਸ਼ੈੱਡ ਲਈ ਜਿਹੜੀ ਜੇ ਆਪਾਂ ਕਿਸੇ ਨੇ ਸ਼ੈੱਡ ਬਣਾਉਣਾ ਹੈ, ਅੰਦਰ ਬਣਿਆ ਤਾਂ ਠੀਕ ਹੈ, ਬਟ ਜੇ ਉਹਨਾਂ ਨੇ ਮੋਡੀਫਾਈ ਵੀ ਕਰਨਾ ਹੈ ਤਾਂ ਉਹ ਮੋਡੀਫਾਈ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਜਦੋਂ ਆਪਾਂ ਢਾਰਾ ਜਾਂ ਸ਼ੈੱਡ ਬਣਾਉਣਾ ਹੈ, ਉਹਦਾ ਪਹਿਲਾਂ ਜਗ੍ਹਾ ਦੀ ਚੋਣ ਵੇਖਣੀ ਪੈਣੀ ਹੈ। ਆਮ ਤੌਰ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਿੰਡਾਂ ਦੇ ਅਸੀਂ ਘਰਾਂ ਦੇ ਵਿੱਚ ਹੀ, ਸਾਡੇ ਚਲੋ ਅੱਗੇ ਸਾਡਾ ਘਰ ਹੈ, ਪਿੱਛੇ ਅਸੀਂ 2-4 ਮੱਝਾਂ 5 ਮੱਝਾਂ ਰੱਖੀਆਂ ਨੇ, 9 ਮੱਝਾਂ ਤੱਕ ਜਾਂ 9 ਗਾਵਾਂ ਤੱਕ ਕੋਈ ਸਮੱਸਿਆ ਨਹੀਂ ਆਉਣ ਲੱਗੀ। ਪਰ ਉੱਥੇ ਵੀ ਜਾਣੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਵੀ ਸੀਵਰ ਪੈ ਗਏ ਨੇ ਤੇ ਪਿੰਡਾਂ ਦੇ ਵਿੱਚ ਵੀ ਸੜਕਾਂ ਜਿਹੜੀਆਂ ਇੰਟਰਲੋਕ ਰੋਡਾਂ ਸੜਕਾਂ ਬਣ ਗਈਆਂ ਨੇ, ਉੱਥੇ ਵੀ ਆਪਾਂ ਨੂੰ ਹੌਲੀ ਹੌਲੀ ਇੱਕ ਦੂਜੇ ਗੁਆਂਢੀ ਨੇ ਕਹਿਣਾ ਕਿ ਤੂੰ ਪਿੰਡ ਖੇਤੋਂ ਬਾਹਰ ਲੈ ਜਾਓ। ਪਿੰਡ ਦੀ ਫਿਰਨੀ ਤੋਂ 200 ਗਜ ਬਾਹਰ, ਸਕੂਲ ਤੋਂ 500 ਗਜ ਬਾਹਰ, ਤੇ ਜਿਹੜੇ ਨਹਿਰਾਂ ਤੇ ਜਿਹੜੇ ਨਾਲੇ ਤੇ ਡਰੇਨਾਂ ਤੋਂ ਵੀ 500 ਗਜ ਬਾਹਰ। ਇਹ ਉਹਨਾਂ ਦੀ ਨਵੀਂ ਜਿਹੜੀ ਉਹਦੇ ਬਾਹਰ 10 ਤੋਂ ਇਹ ਉਹਨਾਂ ਨੇ ਕਿਹਾ ਕਿ ਇੱਥੇ ਤੁਸੀਂ ਜਾ ਕੇ ਸ਼ੈੱਡ ਬਣਾਓ। ਜਗ੍ਹਾ ਜਿਹੜੀ ਆ ਉਹ ਹੁਣ ਇਹਦਾ ਮਤਲਬ ਇਹ ਆ ਗਿਆ ਕਿ ਨਿਆਂਆਂ ਵਾਲੇ ਖੇਤਾਂ ਤੋਂ ਹੀ ਬਾਹਰ ਜਾਣਾ ਪਊ ਆਪਾਂ ਨੂੰ। ਤਾਂ ਉਹਦੇ ਵਾਸਤੇ ਕੀ ਹੈ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਜਗ੍ਹਾ ਜਿਹੜੀ ਆ ਵੇਖਣੀ ਪਊਗੀ ਕਿ ਉਹ ਆਲੇ ਦੁਆਲੇ ਨੂੰ ਉੱਚੀ ਹੋਵੇ। ਤੁਹਾਡੇ ਵਿੱਚ ਬਹੁਤ ਸਾਰੇ ਨੌਜਵਾਨ ਹੋਣਗੇ ਜਿਹੜੇ ਪਿੰਡਾਂ ਦੇ ਵਿੱਚ ਡੇਅਰੀ ਦੇ ਜਾਂ ਡੇਅਰੀ ਦੇ ਨਾਲ ਰਹਿੰਦੇ ਨੇ, ਜਾਂ ਵਾਕਿਆ ਕਿ 4-5 ਸਾਲਾਂ ਬਾਅਦ ਗੋਹੇ ਨਾਲ ਮਿੱਟੀ ਹੌਲੀ ਹੌਲੀ ਤੁਰ ਜਾਂਦੀ ਹੈ ਤੇ ਜਿਹੜਾ ਟੋਆ ਜਾਂ ਜਿਹੜਾ ਸ਼ੈੱਡ ਆ ਨੀਵਾਂ ਹੋ ਜਾਂਦਾ ਹੈ, ਤੇ ਪਹਿਲਾਂ ਹੀ 3-4 ਫੁੱਟ ਭਰਤ ਪਾ ਕੇ ਉੱਚਾ ਕਰਕੇ ਉਹਨੂੰ ਸ਼ੈੱਡ ਬਣਾਇਆ ਜਾਵੇ। ਦੂਜਾ, ਜੇ ਕੋਈ ਸ਼ੈੱਡ ਬਣਾਉਣਾ ਤਾਂ ਜ਼ਰੂਰੀ ਨਹੀਂ ਕਿ ਬਹੁਤ ਹੀ ਵਧੀਆ ਜ਼ਮੀਨ ਸਾਡੇ ਜਿੱਥੇ ਨੱਕੇ ਵੱਢਵਾਂ ਪਾਣੀ ਲੱਗਦਾ ਵਧੀਆ ਮੋਟਰ ਉੱਥੇ ਬਣਾਉਣਾ। ਸ਼ੈੱਡ ਦੀ ਘੱਟ ਉਪਜਾਊ ਜ਼ਮੀਨ ਵੀ ਵਰਤੀ ਜਾ ਸਕਦੀ ਹੈ, ਜਿਹੜੀ ਕਿ ਹੌਲੀ ਹੌਲੀ ਮਲ ਮੂਤਰ ਪੈਣ ਨਾਲ ਜਾਂ ਰੂੜੀ ਖਾਦ ਪੈਣ ਨਾਲ ਉਪਜਾਊ ਹੋ ਜਾਊਗੀ। ਸ਼ੈੱਡ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਮੈਂ 3-4 ਗੱਲਾਂ ਦੱਸੀਆਂ ਕਿ ਰੇਲਵੇ ਲਾਈਨ ਨਾ ਹੋਵੇ, ਸਕੂਲ ਨਾ ਹੋਵੇ, ਤੇ ਜਿਹੜਾ ਕੋਈ ਡਰੇਨ ਨਾ ਹੋਵੇ, ਇਹ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜਾ ਐਨੀਮਲ ਹੈ ਇਹ ਅਸੀਂ ਹੋਈ ਆ ਜਿਹੜੇ ਅਸ਼ਾਂਤੀ ਵੱਲ ਭਜਦੇ। ਇਹ ਸ਼ਾਂਤੀ ਪਸੰਦ ਪਸ਼ੂ ਹੁੰਦਾ ਹੈ, ਦੁਧਾਰੂ ਪਸ਼ੂ ਹੈ। ਕੋਈ ਪਸ਼ੂ ਹੈ ਕਿ ਉਹ ਜੰਗਲਾਂ 'ਚ ਰਹਿੰਦੇ, ਸ਼ਾਂਤੀ ਹੈ ਇੱਥੇ, ਤਾਂ ਉਹਦਾ ਜਿਹੜਾ ਦੁੱਧ ਦਾ ਲੈਕਟ ਡਾਊਨ ਹੈ ਉਹ 8-7 ਮਿੰਟਾਂ ਦੁੱਧ ਜਿੰਨਾ ਕੱਢ ਲਓਗੇ, ਬਾਕੀ ਦੁੱਧ ਚੜਾ ਜਾਂਦਾ। ਜੇ ਉਧਰ ਰੇਲਵੇ ਲਾਈਨ ਆ ਜਾਂ ਕੋਈ ਇਸ ਤਰ੍ਹਾਂ ਸਕੂਲ ਦੀ ਘੰਟੀ ਵੱਜੀ ਆ ਤਾਂ ਦੁੱਧ ਚੜਾ ਗਿਆ ਪਸ਼ੂ, ਤੁਹਾਡਾ ਮਸਲਾ ਖਰਾਬ ਹੋ ਜਾਣਾ। ਤੇ ਬਿਜਲੀ ਦਾ ਕਨੈਕਸ਼ਨ ਜਿਹੜਾ ਵਾ ਬਹੁਤ ਜ਼ਰੂਰੀ ਆ, ਕਿਉਂਕਿ 80% ਕੰਮ ਜਿਹੜਾ ਵਾ ਹੁਣ ਡੇਅਰੀ ਦਾ ਉਹ ਬਿਜਲੀ ਤੇ ਹੋ ਗਿਆ। ਚਾਹੇ ਉਹ ਪੱਠੇ ਕੁੱਟਣ ਵਾਲੀ ਮਸ਼ੀਨ ਆ, ਚਾਹੇ ਦੁੱਧ ਚਵਾਈ ਮਸ਼ੀਨ ਆ, ਸਫਾ ਸਫਾਈ ਵਾਲਾ ਕੰਮ ਵੀ ਜਿਹੜਾ ਉਹ ਸਕ੍ਰੈਪਰ ਨਾਲ ਕਰਨਾ ਜਾਂ ਮੋਟਰ ਦਾ ਪਾਣੀ ਚੱਕਣਾ, ਉਹਦੇ ਨਾਲ ਵੀ ਸਾਰਾ ਸਿਸਟਮ ਉਹ ਸ਼ੈੱਡ ਤੇ ਚਾਹੀਦਾ। ਇਸ ਕਰਕੇ ਉਹਦੇ 'ਚ ਬਲਬ ਚੱਕਣੇ ਆ, ਤਾਂ ਉਹ ਬਿਜਲੀ ਦਾ ਕਈ ਵਾਰੀ ਫਾਰਮਰ ਸ਼ੈੱਡ ਬਣਾਉਣ ਦਾ ਵੀ ਸੋਚਿਆ ਇਹਨਾਂ ਨੇ, ਬਾਅਦ ਦੇ ਪੁੱਛਦਾ ਸਾਰੇ ਇਹਦਾ ਲਾਈਨ ਕਿਵੇਂ ਖਿੱਚੀ ਜਾਵਾਂਗੇ। ਤਾਂ ਪਹਿਲਾਂ ਹੀ ਪ੍ਰਬੰਧ ਰੱਖੀਏ ਕਿ ਬਿਜਲੀ ਆਉਣੀ ਚਾਹੀਦੀ ਹੈ। ਦੂਜਾ, ਜਿਹੜਾ ਸ਼ੈੱਡ ਦੇ ਕੁਛ ਅਸੂਲ ਨੇ, ਕੁਛ
ਜਿਹੜੇ ਕੁਦਰਤ ਦੇ ਬਣਾਏ ਅਸੂਲ ਨੇ, ਮਨੁੱਖ ਵਾਲੇ ਬਾਅਦ ਚ ਗੱਲ ਕਰਾਂਗੇ। ਕੁਦਰਤ ਦਾ ਅਸੂਲ ਹੈ ਸੂਰਜ ਜਿਹੜਾ ਵਾ ਪੂਰਬ ਤੋਂ ਚੜ੍ਹਨਾ ਤੇ ਪੱਛਮ ਤੇ ਛਿਪਣਾ, ਤੇ ਇਸ ਕਰਕੇ ਜਿਹੜੀ ਸ਼ੈੱਡ ਦਾ ਲੰਬਾਈ ਹੈ, ਜਿੱਥੇ ਆਪਾਂ ਕਹਿੰਦੇ ਆ ਜੇ ਆਪਾਂ 40 ਫੁੱਟ ਸ਼ੈੱਡ ਬਣਾਉਣਾ ਤਾਂ 40 ਦਾ 40 ਜਿਹੜਾ ਇੱਕ ਪਾਸੇ ਈਸਟ ਤੇ ਦੂਜੇ ਪਾਸੇ ਵੈਸਟ ਹੋਵੇ। ਵਾਲੇ ਪਾਸੇ ਚਾਹੀਦੀ ਹੈ, ਚੜ੍ਹਦੇ ਵਾਲੇ ਪਾਸੇ ਉਹਦਾ ਸੌਰੀ ਪਹਾੜ ਦੇ ਪਾਸੇ ਉਹਦਾ ਮੂੰਹ ਹੋਵੇ ਪਸ਼ੂ ਖਾ, ਤੇ ਜਗ੍ਹਾ ਦੱਖਣ। ਇਹ ਜਿਹੜਾ ਕਿਉਂ ਹੈ, ਕਿਉਂਕਿ ਜਦੋਂ ਪੂਰਬ ਚ ਚੜ੍ਹਦਾ ਹੈ ਸੂਰਜ, ਜਿਹੜਾ ਚੜ੍ਹਦਾ ਤਾਂ ਉਹਦੀ ਚੜ੍ਹਦੇ ਦੀ ਥੋੜੀ ਜਿਹੀ ਧੁੱਪ ਅੰਦਰ ਪਵੇ ਖੁਰਲੀ ਤੇ ਛਿਪਦੇ ਉਨੀ ਨਾ ਪਵੇ, ਕਿਉਂਕਿ ਉਧਰ ਜਦੇ ਧੁੱਪ ਹੜ ਦਾ ਮਹੀਨਾ ਤਾਂ ਧੁੱਪ ਕਰਾਰੀ ਧੁੱਪ ਪੈਂਦੀ ਹੈ, ਉੱਥੇ ਵੀ ਸਮੱਸਿਆ। ਪਰ ਜਿੰਨੀ ਕੁ ਧੁੱਪ ਰਿਕੁਆਇਰਮੈਂਟ ਆ ਉਹਦੀ ਲੋੜ ਆ ਉਹ ਪੈਣੀ ਚਾਹੀਦੀ ਹੈ। ਇੱਕ ਤਾਂ ਰੋਸ਼ਨੀ, ਇੱਕ ਵਿੰਡ ਵੈਲੋਸਿਟੀ। ਆਪਣੇ ਪੰਜਾਬ ਜਾਂ ਪੁਰਾ ਚੱਲਦਾ ਜਾਂ ਪੱਛੋਂ ਚੱਲਦੀ ਹੈ, ਪਹਾੜ ਬਹੁਤ ਘੱਟ ਚੱਲਦਾ, ਤਾਂ ਇਸ ਕਰਕੇ ਜਿਹੜਾ ਉਹਦਾ ਈਸਟ ਤੋਂ ਵੈਸਟ ਹੋਊਗਾ ਤਾਂ ਈਸਟ ਤੇ ਵੈਸਟ ਵਾਲੇ ਪਾਸੇ ਕੋਈ ਨਾ ਕੋਈ ਪੱਲੀ ਜਾਂ ਕੋਈ ਨਾ ਕੰਧ ਪਾ ਕੇ ਕੱਢ ਸਕਦੇ ਆ ਆਪਾਂ। ਤੋ ਉਹ ਇਹ ਜ਼ਰੂਰੀ ਨੇ ਵਾਸਤੇ ਕਿ ਜਿਹੜਾ ਸ਼ੈੱਡ ਦੀ ਪ੍ਰੀ ਰਿਕੁਆਇਰ ਕੀ ਹੈਗੀ ਹੈ। ਦੂਜਾ ਜਿਹੜਾ ਸ਼ੈੱਡ ਦੇ ਵਿੱਚ ਜਾਂ ਜਿੱਥੇ ਬਰਾਂਡਾ ਹੈ, ਕਈ ਵਾਰੀ ਆਪਾਂ ਤਵੀਆਂ ਖੜੀਆਂ ਕਰਤੀਆਂ, ਕਿਸੇ ਨੇ ਕਲਟੀਵੇਟਰ ਖੜਾ ਕਰਤਾ, ਕਿਸੇ ਨੇ ਕੋਈ ਹੋਰ ਰੱਖਤਾ, ਉਹ ਨਾ ਹੋਵੇ। ਤਿੱਖੀ ਚੀਜ਼ ਅੰਦਰ ਭੱਜੂਗਾ ਮਾਰੂਗਾ ਤਾਂ ਉਹ ਨੁਕਸਾਨ ਹੋਊਗਾ, ਤੇ ਉੱਪਰ ਹੀ ਨੁਕਸਾਨ ਹੋਇਆ ਤਾਂ ਨਹੀਂ ਦੁਬਾਰਾ ਬਣ ਕੇ ਆਉਂਦਾ। ਇਹ ਆਪਣਾ ਤੋ ਜੇ ਆਪਾਂ ਹੁਣ ਸ਼ੈੱਡ ਦੀ ਗੱਲ ਕਰਨੀ ਹੈ ਤਾਂ ਇਹਦੇ ਵਿੱਚ ਮੇਰੀ ਆਪਣੇ ਜਦੋਂ ਮੈਂ ਡਿਪਾਰਟਮੈਂਟ ਸੀਗਾ, ਮੱਝਾਂ ਦਾ ਸ਼ੈੱਡ ਤੇ ਗਾਵਾਂ ਦਾ ਸ਼ੈੱਡ, ਉਹਦੀ ਪੂਰੀ ਬੁੱਕਲੈਟ ਜਿਹੜੀ ਆ ਉਹ ਮੇਰੀ pddb.in ਦੀ ਵੈਬਸਾਈਟ ਤੇ ਪਈ ਆ, ਉਹਦੇ ਵਿੱਚੋਂ ਦੇਖ ਸਕਦੇ ਆ। ਪਰ ਮੈਂ ਜਿਹੜੇ ਮੁੱਖ ਅੰਸ਼ ਹੈ, ਕਿਉਂਕਿ ਮੈਂ ਮੱਝਾਂ ਨੂੰ ਤਰਜੀਹ ਦਿੰਦਾ ਇਸ ਵੇਲੇ ਪੰਜਾਬ ਦੇ ਵਿੱਚ HF ਬਹੁਤ ਹੋ ਗਈਆਂ ਨੇ, ਗਾਵਾਂ ਬਹੁਤ ਹੋ ਗਈਆਂ ਨੇ। ਮੈਂ 10 ਮੱਝਾਂ ਦੇ ਸ਼ੈੱਡ ਦਾ ਜਿਹੜਾ ਯੂਨੀਵਰਸਿਟੀ ਦੇ ਨਾਲ ਬਹਿ ਕੇ ਸ਼ੈੱਡ ਦਾ ਡਿਜ਼ਾਈਨ ਬਣਾਇਆ, ਮੋਟਾ ਜਿਹਾ ਮੈਂ ਉਹ ਦੱਸਣਾ ਚਾਹੁੰਦਾ ਕਿ ਜੀ ਪਹਿਲਾਂ ਤਾਂ ਇੱਕ ਪਸ਼ੂ ਨੂੰ ਜਿਹੜਾ ਉਹ 4 ਫੁੱਟ ਜਗ੍ਹਾ ਚਾਹੀਦੀ ਹੈ, ਉਹ ਜਿੱਥੇ ਖੁਰਲੀ ਤੇ ਖੜਾ 2 ਫੁੱਟ ਇੱਧਰਲੇ ਪਾਸੇ 2 ਫੁੱਟ ਇੱਧਰਲੇ ਪਾਸੇ ਘੁੰਮਣਾ, ਉਹਦੀ ਗੱਲ ਹੈ। ਇਹ ਜਿਹੜੇ ਮੇਰੇ ਸ਼ੈੱਡ ਨੇ ਸਾਰੇ ਪਸ਼ੂ ਸਿਰਫ ਪੱਠੇ ਖਾਣ ਵਾਲੇ ਬੰਨਣੇ ਆ। ਜਦੋਂ ਨੇ ਪੱਠੇ ਖਾਣੇ ਆ ਉਦੋਂ ਵੀ ਨਹੀਂ ਬੰਨਣੇ, ਧਾਰ ਚੋਂ ਨਹੀਂ ਬੰਨਣੇ, ਬਾਕੀ ਸਾਰਾ ਸਮਾਂ ਖੁੱਲੇ ਰੱਖਣੇ ਆ, ਸੰਗਲ ਨਹੀਂ ਮਾਰਨਾ। ਤਾਂ ਉਹਦੇ ਵਿੱਚ ਕੀ ਹੈ ਕਿ ਸ਼ੈੱਡ ਜਿਹੜਾ ਵਾ 4 ਫੁੱਟ ਜਗ੍ਹਾ ਉਹਨੂੰ ਚਾਹੀਦੀ ਹੈ ਚੌੜੀ, ਤੇ 12 ਫੁੱਟ ਜਿਹੜੀ ਆ ਉਹਨੂੰ ਜਗ੍ਹਾ ਲੰਬੀ ਚਾਹੀਦੀ ਹੈ। ਇਹ 36 ਏਰੀਏ ਦੀ ਹੈ, ਤੇ ਇੰਨੀ ਹੀ ਤਕਰੀਬਨ ਲਗਭਗ ਪਿੱਛੇ ਖੁੱਲਾ ਏਰੀਆ ਚਾਹੀਦਾ ਹੈ। ਤਾਂ ਮੇਰੇ ਹਿਸਾਬ ਨਾਲ 10 ਪਸ਼ੂਆਂ ਦਾ ਜਿਹੜਾ ਸ਼ੈੱਡ ਆ ਉਹ 42 ਫੁੱਟ ਲੰਮਾ ਦੇ ਪਾਸੇ ਕੰਧ ਆ ਜਾਣੀ ਹੈ, ਤੇ 30 ਫੁੱਟ ਚੌੜੀ ਕੁੱਲ ਜਗ੍ਹਾ ਚਾਹੀਦੀ ਹੈ। ਜਾਣੀ ਕਿ ਜੇ ਮੈਂ ਕੁੱਲ ਪਲਾਟ ਮੇਰਾ 42/30 ਦਾ ਹੈ ਤੇ ਈਸਟ ਤੋਂ ਵੈਸਟ ਹੈ, ਫਿਰ ਆਪਾਂ ਉਹਦੇ ਵਿੱਚ ਸ਼ੈੱਡ ਬਣਾ ਸਕਦੇ ਹਾਂ 10 ਪਸ਼ੂਆਂ ਦਾ। ਜੇ ਤੂੰ ਘੱਟ ਹੈ, ਉਹ ਥੋੜਾ ਬਹੁਤਾ ਘੱਟ ਤਾਂ ਚਲੋ ਇੰਨੇ ਥੋੜਾ ਆ ਕਿ ਆਪਾਂ ਉਹਦੇ ਤੇ ਹੋ ਜਗ੍ਹਾ ਲਵਾਂਗੇ, ਮਤਲਬ 40 ਤੱਕ ਵੀ ਕੰਮ ਚੱਲ ਸਕਦਾ, 30 ਦਾ 28 ਵੀ ਚੱਲ ਸਕਦਾ, ਪਰ ਇਸ ਤੋਂ ਵੱਧ ਕੰਜੈਸ਼ਨ ਹੋਣੀ, ਕਿਉਂਕਿ ਜਦੋਂ ਤੁਹਾਡਾ ਕੰਮ ਚੱਲ ਪੈਣਾ ਤੁਸੀਂ ਐਕਸਟੈਂਸ਼ਨ ਵਾਲੇ ਪਾਸੇ ਜਾਣਾ। ਵਰਕਰ ਨੇ ਕਹਿਣਾ ਕਿ ਮੈਂ ਹੋਰ ਐਨੀਮਲ ਵਧਾਉਣੇ ਆ, ਤੇ ਉਹਦੇ ਵਿੱਚ ਪਹਿਲਾਂ ਹੀ ਜਗ੍ਹਾ ਹੈ ਨਹੀਂ, ਤਾਂ ਵਾਧੇ ਦੀ ਗੁੰਜਾਇਸ਼ ਆਪਾਂ ਨੂੰ ਰੱਖਣੀ ਪਊਗੀ। ਇਸ ਕਰਕੇ ਇਹ ਮੇਰਾ ਘੱਟੋ ਘੱਟ ਹੈਗਾ। ਉਹਦੇ ਵਿੱਚ ਜਿਹੜਾ 42/30 ਦਾ ਕੁੱਲ ਏਰੀਆ, ਉਹਦੇ ਵਿੱਚੋਂ ਆਪਾਂ ਅੰਦਰ ਕਵਰ ਏਰੀਆ ਕਰਨਾ ਹੈ। ਕਵਰ ਏਰੀਆ ਵੀ ਹਮੇਸ਼ਾ ਉੱਤਰ ਵਾਲੇ ਪਾਸੇ ਚਾਹੀਦਾ। ਜੇ ਮੇਰੀ ਪੂਰਬ ਤੋਂ ਪੱਛਮ ਹੈ ਤੇ ਉੱਤਰ ਵਾਲੇ ਪਾਸੇ, ਯਾਨੀ ਕਿ ਪਹਾੜ ਵਾਲੇ ਪਾਸੇ ਉਹ ਕਵਰ ਏਰੀਆ ਚਾਹੀਦਾ ਹੈ। ਉਹ 37/18 ਦਾ ਆਪਾਂ ਕਵਰ ਕਰ ਸਕਦੇ ਹਾਂ। ਕਵਰ ਏਰੀਆ ਸਿੰਪਲ ਹੈ, ਇਹਦੇ ਵਿੱਚ ਇੱਕ ਤਾਂ ਦੀਵਾਰ ਨਹੀਂ ਕਿਸੇ ਪਾਸੇ ਕੱਟਣੀ, 8 ਪਿੱਲਰ ਲੰਬਾਈ ਰੁੱਖ ਤੇ, ਮਤਲਬ 4 ਪਿੱਲਰ ਲੰਬਾਈ ਰੁੱਖ ਤੇ 2 ਪਿੱਲਰ ਚੜਾਈ ਰੁੱਖ ਲਾਉਣੇ ਆ। 8 ਪਿੱਲਰਾਂ ਦੇ ਉੱਤੇ ਸਾਰਾ ਦਾਰਦਾਰ ਖੜਨਾ ਹੈ, ਉੱਤੇ ਗੈਂਚੀਆਂ ਲਾ ਕੇ, ਤੇ ਉੱਤੇ ਜਿਹੜੀਆਂ ਪਾਊਡਰ ਕੋਟਡ ਸ਼ੀਟਾਂ ਲਾ ਦੇਣੀਆਂ ਨੇ। ਪਾਊਡਰ ਕੋਟਡ ਸ਼ੀਟਾਂ ਵਾਧੇ ਨਾ ਕਰਨੀ, 37 ਤੇ 5 42, ਮੈਂ ਤਾਂ ਨਹੀਂ ਕਹਿਣ ਕਿ 37 ਫੁੱਟ ਤੇ ਪਿੱਲਰ ਚਾਹੀਦੇ ਆ। 5 ਫੁੱਟ ਜਿਹੜੀ ਆ ਉਹਦੇ ਪਾਸੇ ਦੋਨੇ ਪਾਸੇ 2.5 3 ਫੁੱਟ ਵਾਧਾ ਦੇ ਦੇਣਾ ਹੈ, ਤਾਂ ਕਿ ਉਹਦਾ ਪਾਣੀ ਥੱਲੇ ਡਿੱਗੇ। ਪਾਊਡਰ ਕੋਟਡ ਸ਼ੀਟ ਦੋਸਤੋ ਇਸ ਤਰੀਕੇ ਨਾਲ ਲਾਉਣੀ ਹੈ ਕਿ ਢਾਲਵੀਂ ਛੱਤ ਵਾਲੀ ਲਾਉਣੀ ਹੈ। ਪਾਊਡਰ ਕੋਟਡ ਸ਼ੀਟ ਦਾ ਵੀਰੇ ਇਹ ਫਾਇਦਾ ਹੈ ਕਿ ਪਹਿਲਾਂ ਅਸੀਂ AC ਸ਼ੀਟ ਲਾਉਂਦੇ ਸੀ, ਇਹ ਇਸ ਵੇਲੇ ਸੀਮੈਂਟ ਸ਼ੀਟਾਂ ਬੈਨ ਨੇ। ਪਾਊਡਰ ਕੋਟਡ ਸ਼ੀਟ ਤੇ ਸਾਰੇ ਆਪਾਂ ਤੁਹਾਡੇ ਜੋ ਬਹੁਤੇ ਸਾਇੰਸ ਨਾਲ ਜੁੜੇ ਮੇਰੇ ਦੋਸਤ ਨੇ, ਉਹਨਾਂ ਨੂੰ ਪਤਾ ਕਿਹੜੀਆਂ ਰਿਫਲੈਕਸ਼ਨ ਆਫ ਲਾਈਟ ਜਿਹੜੀ ਹੈ, ਜੇ ਬਲੈਕ ਹੋਊਗੀ ਵਾਈਟ ਹੋਊਗੀ ਤਾਂ ਵੀ ਸਮੱਸਿਆ। ਪਾਊਡਰ ਕੋਟਡ ਗ੍ਰੀਨ, ਪਾਊਡਰ ਕੋਟਡ ਬਲੂ, ਇਹ ਸ਼ੀਟਾਂ ਮਿਲ ਜਾਂਦੀਆਂ ਨੇ। ਅੰਦਰਲੇ ਪਾਸੇ ਆਪਾਂ ਲਿਟ ਲਾਉਣ ਦੀ ਇਨਸੂਲੇਸ਼ਨ ਲਾ ਦੇਣਾ, 1 ਇੰਚੀ ਦਾ ਇਨਸੂਲੇਸ਼ਨ ਜਿਹੜਾ ਵਾ ਉਹ ਬਹੁਤ ਵਧੀਆ ਰਹਿੰਦਾ ਹੈ। ਤੋ ਇਹ ਜਿਹੜਾ ਸ਼ੈੱਡ ਹੈ ਇਹ ਕਵਰ ਕਰਕੇ ਉਸ ਤੋਂ ਬਾਅਦ ਖੁਰਲੀ ਜਿਹੜੀ ਹੈ
ਬਹੁਤ ਵੱਡੀ ਸਮੱਸਿਆ ਖੁਰਲੀ ਦੀ ਆਉਂਦੀ ਹੈ ਪੰਜਾਬ ਦੇ ਵਿੱਚ। ਖੁਰਲੀ ਜਿੱਥੇ ਫੀਡਿੰਗ ਦਾ ਸਾਧਨ ਹੈ, ਜਿੱਥੇ ਉਹਦੀ ਐਨੀਮਲ ਦਾ ਈਟ ਟੂ ਈਟ ਹੈ, ਖੁਰਾਕ ਖਾਣੀ, ਉੱਥੇ ਚਿੱਚੜਾਂ ਦਾ ਵੀ ਘਰ ਹੈ। ਚੌਰਸ ਖੁਰਲੀਆਂ ਬਣਾਈਆਂ ਹੋਈਆਂ ਸਾਰਿਆਂ ਨੇ, ਵਿਰਲਾ ਰੱਖੀਆਂ ਹੋਈਆਂ ਵਿੱਚ ਉਹਦੇ। ਸੀਮੈਂਟ ਇੱਕ ਵਾਰੀ ਲਾਇਆ ਸੀਗਾ, ਉਸ ਤੋਂ ਬਾਅਦ ਉਹ ਜਿਹੜਾ ਦਰਜਾਂ ਭਰੀਆਂ, ਦਰਜਾਂ ਦੇ ਵਿੱਚ ਜੀਵ ਰਹਿੰਦੇ ਨੇ, ਉਹ ਜਦੋਂ ਦਾਣਾ ਪਾਉਂਦੇ ਆ ਖੁਰਲੀ ਚ ਆ ਜਾਂਦੇ ਆ, ਮੁੜ ਕੇ ਮੂੰਹ ਚ ਆ ਜਾਂਦੇ, ਗੋਹੇ ਰਾਹੀਂ ਬਾਹਰ ਆ ਜਾਂਦੇ, ਘੁੰਮ ਕੇ ਦੁਬਾਰਾ ਫੇਰ ਇੱਥੇ ਆਈ ਜਾਂਦਾ, ਇਹੀ ਚੱਲੀ ਜਾਂਦਾ ਸਰਕਲ ਜਿਹਾ। ਆਪਣੀ ਜਿਹੜੀ ਖੁਰਲੀ ਆ ਬਿਲਕੁਲ ਅੰਦਰੋਂ ਗੋਲ ਚਾਹੀਦੀ ਆ, ਪਸ਼ੂ ਵਾਲੇ ਪਾਸੇ ਤੋਂ ਬਹੁਤੀ ਉੱਚੀ ਨਹੀਂ ਚਾਹੀਦੀ। ਪਸ਼ੂ ਵਾਲੇ ਪਾਸੇ ਤੋਂ ਸਿਰਫ 1.5 ਫੁੱਟ 1 ਫੁੱਟ 4 ਇੰਚ, 1.5 ਫੁੱਟ 1 ਫੁੱਟ 6 ਇੰਚ ਚਾਹੀਦੀ ਹੈ। ਚੜਾਈ ਉੱਤੋਂ 2 ਫੁੱਟ ਚਾਹੀਦੀ ਹੈ, ਤੇ ਉੱਤੋਂ ਵੀ ਗੋਲ ਕਿਨਾਰੀ ਤੋਂ ਅੰਦਰਲੇ ਪਾਸੇ ਪਸ਼ੂ ਵਾਲੇ ਪਾਸੇ, ਤੇ ਬਾਹਰੋਂ ਵੀ ਗੋਲ ਚਾਹੀਦੀ ਹੈ, ਤਾਂ ਜੋ ਕਿ ਉਹਦੀ ਸਫਾਈ ਸੌਖਿਆ ਹੋ ਜਾਏ ਤੇ ਪਸ਼ੂ ਨੂੰ ਬਹੁਤਾ ਤਰਦਦ ਨਾ ਹੋਵੇ ਉੱਚਾ ਖੜਨ ਦਾ ਜਾਂ ਉੱਚਾ ਖਾਣ ਦਾ। ਕਿਉਂਕਿ ਜਦੋਂ ਪਸ਼ੂ ਖੁਰਲੀ ਉੱਚੀ ਦੇ ਖੜਾ, ਉਹਦੀ ਜਿਹੜੀ ਗਰਦਨ ਦੀ ਝਾਲਰ ਹੈ ਚੌਰ ਸਿੱਟ ਤੇ ਲੱਗਦੀ ਹੈ, ਜੇ ਚੌਰ ਸਿੱਟ ਹੋ ਗਈ ਗੋਲ ਤੇ ਤਾਂ ਵੀ ਲੱਗਦੀ ਹੈ। ਇਸ ਕਰਕੇ ਆਪਾਂ ਨੂੰ ਉਹ ਜਿਹੜਾ ਖੁਰਲੀ ਨੀਵੀਂ ਰੱਖਣੀ ਚਾਹੀਦੀ ਹੈ, ਤੇ ਉੱਚੀ ਖੁਰਲੀ ਦੇ ਉੱਤੇ ਸਮੱਸਿਆਵਾਂ ਜ਼ਖਮ ਹੋ ਜਾਣਗੇ ਝਾਲਰ ਦੇ ਉੱਤੇ, ਤੇ ਫਿਰ ਉੱਤੇ ਕੀੜੇ ਪੈ ਜਾਣਗੇ, ਤੇ ਜਾਂ ਫਿਰ ਉਹ ਜਦੋਂ ਵੇਚਣਾ ਹੋ ਪਸ਼ੂ ਉਹ ਬੇਦਾਗਾ ਜਾਂ ਤੇ ਬੇਰੰਗਾ ਜਾ ਹੋ ਜਾਊਗਾ। ਇਸ ਕਰਕੇ ਖੁਰਲੀ ਤੇ ਬਹੁਤ ਖਾਸ ਖਿਆਲ ਦੇਣ ਦੀ ਲੋੜ ਹੈ। ਉਹ ਤੋਂ ਬਾਅਦ ਜਦੋਂ ਫਰਸ਼, ਜਿੱਥੇ ਪਸ਼ੂ ਨੇ ਖਾਣਾ, ਜਿੱਥੇ ਪਸ਼ੂ ਨੇ ਖੁਰਾਕ ਖਾਣੀ ਹੈ, ਉਹਨਾਂ ਹੀ ਪਸ਼ੂ ਫਰਸ਼ ਚਾਹੀਦਾ ਹੈ। ਸ਼ਹਿਰਾਂ ਦੇ ਵਿੱਚ ਮੈਂ ਵੇਖਿਆ ਬਹੁਤ ਸਾਰਾ ਛੱਤ, ਹੁਣ ਪਿੰਡਾਂ ਦੇ ਵਿੱਚ ਵੀ ਉਹ ਫਰਸ਼ ਪੱਕਾ ਕਰੀ ਜਾਂਦੇ ਹੋ, ਬਹੁਤ ਮਾੜੀ ਗੱਲ ਹੈ। ਫਰਸ਼ ਤਾਂ ਜੇ ਆਪਾਂ ਜਿੱਥੇ ਖੁਰਲੀ ਖੜੀ ਹੈ ਸੌਰੀ, ਉੱਥੋਂ 10 ਫੁੱਟ ਫਰਸ਼, 1 ਫੁੱਟ ਅੱਗੇ ਨਾਲੀ, 3 ਇੰਚ ਥੋੜੀ ਜਿਹੀ ਨੀਵੀਂ ਰੱਖ ਕੇ ਉਸ ਤੋਂ ਢਾਲ ਜਿਹੜੀ ਹੈ 10 ਫੁੱਟਾਂ ਪਿੱਛੇ 1.5 ਇੰਚ ਦੀ ਢਾਲ ਪਿੱਛੇ ਨੂੰ ਕਰਕੇ ਰੱਖਣੀ ਹੈ, ਤਾਂ ਕਿ ਮਲ ਮੂਤਰ ਪਿੱਛੇ ਉੱਡਦਾ ਜਾਵੇ। ਬਾਕੀ ਸਾਰਾ ਕੱਚਾ ਰੱਖਣਾ ਹੈ, ਪੱਕੇ ਫਰਸ਼ ਤੇ 9 ਵਧਣਗੇ। 550-600 ਕਿਲੋ ਦਾ ਪਸ਼ੂ ਹੈ, ਸਾਰਾ ਦਿਨ ਪੱਕੇ ਫਰਸ਼ ਤੇ ਰਹਿੰਦਾ ਹੈ, ਉਹਦੇ 9 ਵੱਜ ਜਾਣੇ ਆ, ਉਹਦੀਆਂ ਗੋਡਿਆਂ ਦੀਆਂ ਪ੍ਰੋਬਲਮ ਆ ਜਾਣੀਆਂ, ਉਹਦੇ ਲੱਤਾਂ ਦੇ ਵਿੱਚ, ਜਾਂ ਜੇ ਕਿਤੇ ਉਹਦੇ ਸਕੈਲਟਨ ਸਿਸਟਮ 'ਚ ਫਰਕ ਪੈ ਗਿਆ, ਤੇ ਜੇ ਕਿਤੇ ਲੈਮਨੈਸ ਹੋ ਗਈ, ਲੰਗ ਮਾਰਨ ਲੱਗ ਗਿਆ, ਉਹ ਆਪਾਂ ਵੀ ਦੇਖਦੇ ਹਾਂ, ਮਾੜੀ ਜਿਹੀ ਸੱਟ ਵੱਜੀ ਹੋਵੇ ਪੈਰ ਤੇ ਆਪਾਂ 4 ਦਿਨ ਨਹੀਂ ਉੱਠਦੇ, ਤੇ ਉਹ ਪਸ਼ੂ ਦੁੱਧੋਂ ਵੀ ਭੱਜੂਗਾ ਤੇ ਪਸ਼ੂ ਨਾਲ ਸੂਗਾ। ਜੇ ਸੂਗਾ ਵੀ ਤਾਂ ਉਹ ਸਮੱਸਿਆ ਖੜੀ ਕਰੂਗਾ ਤੁਹਾਡੇ ਵਾਸਤੇ। ਇਸ ਕਰਕੇ ਫਰਸ਼ ਕੱਚਾ ਚਾਹੀਦਾ। ਇਹ ਗ੍ਰੇਜਿੰਗ ਐਨੀਮਲ ਸੀ ਯਾਰ, ਆਪਾਂ ਡਾਈਨਿੰਗ ਟੇਬਲ ਤੇ ਬੰਨ ਕੇ ਰੱਖਦੇ, ਇਹਨਾਂ ਨੂੰ ਕੱਚੇ ਫਰਸ਼ ਤੇ ਰੱਖੋ। ਉਹਨੂੰ ਇਹ ਸਮਝਾਓ ਆਪਣੇ ਬੰਦਿਆਂ ਨੂੰ ਵੀ ਯਾਰ ਇਹਨੂੰ ਕੱਚੇ ਫਰਸ਼ ਤੇ ਵੀ ਉਹਨਾਂ, ਇਹ ਤੁਸੀਂ ਵੇਖੋਗੇ ਜਦੋਂ ਖੁੱਲੀਆਂ ਰੱਖੋਗੇ ਰਾਤ ਨੂੰ, ਗਰਮੀਆਂ 'ਚ ਰਾਤ ਨੂੰ, ਤੇ ਸਰਦੀਆਂ 'ਚ ਦਿਨੇ ਬਾਹਰ ਬਹਿੰਦੀਆਂ ਨੇ, ਪੋਲੇ ਥਾਂ ਤੇ ਬਹਿੰਦੀਆਂ ਨੇ। ਫਰਸ਼ ਤੋਂ ਬਾਅਦ ਜਿਹੜੀ ਆ ਜਾਂਦੀ ਹੈ ਇੱਕ ਆਪਾਂ ਨੂੰ, ਕਿਉਂਕਿ ਇਹ ਜਿਹੜਾ ਮੌਸਮ ਹੈ, ਇਹ ਜਿਹੜੇ ਸ਼ੈੱਡ ਜਿਹੜੇ ਬਣਾਏ ਆ, ਦੇਖੋ ਐਨੀਮਲ ਆਪਾਂ ਬਦਲ ਲਾਂਗੇ, ਸ਼ੈੱਡ 10 ਸਾਲ ਕਰਨੀ ਹੈ ਕਿਸੇ ਬੰਦੇ ਨੇ, ਤਾਂ ਉਹ ਇੱਕੋ ਹੀ ਰਹਿਣਾ ਹੈ। ਦੂਜੀ ਗੱਲ ਜਿਹੜਾ ਉਹ ਹੈਗਾ ਕਿ ਟੈਂਪਰੇਚਰ, ਸਾਡਾ ਜਿਹੜਾ ਟੈਂਪਰੇਚਰ ਸਰਦੀਆਂ ਦੇ ਵਿੱਚ 4 ਡਿਗਰੀ ਹੈ, ਲੋਹੜੀ ਤੋਂ ਬਾਅਦ ਚਖੇੜਾ ਵੀ ਆਊਗਾ। ਇਧਰੋਂ ਗਰਮੀਆਂ 'ਚ ਲੰਘ ਕੇ ਹਟੇ ਆ, ਜੇ ਸਾਡਾ ਮਹੀਨਾ ਸੀ 41 ਟੈਂਪਰੇਚਰ, ਉਧਰ ਬਠਿੰਡੇ ਵਾਲੇ ਪਾਸੇ 42-43 ਹੋ ਜਾਂਦਾ ਹੈ। ਇੱਕੋ ਸ਼ੈੱਡ ਯਾਰ ਕਿਵੇਂ ਚੱਲੂ ਕੰਮ? ਇਸ ਕਰਕੇ ਇਹ ਜਿਹੜਾ ਮੈਂ ਨਾਰਥ ਈਸਟ ਦੀ, ਈਸਟ ਵੈਸਟ ਦੀ ਮੈਂ ਗੱਲ ਕਰਦਾ, ਕਿ ਵਿੰਡ ਵੈਲੋਸਿਟੀ ਦੀ ਮੈਂ ਪਹਿਲਾਂ ਦੱਸੀ ਗੱਲ, ਇਹੀ ਸ਼ੈੱਡ ਢੁਕਮ ਹੈ। ਗਰਮੀਆਂ ਦੇ ਵਿੱਚ ਜਦੋਂ ਹੀਟ ਸਟਰੈਸ ਵੱਧਦੀ ਹੈ, ਉਦੋਂ ਇਹਦੇ ਤੇ ਇੱਕ 9, ਇਹਦੇ ਧਰਤੀ ਤੋਂ 9 ਫੁੱਟ ਉੱਚੀ, ਯਾਨੀ ਕਿ ਪਸ਼ੂ 6 ਫੁੱਟ ਦਾ, ਉਦੋਂ 1 ਫੁੱਟ ਉੱਚੀ ਜਿਹੜੀ ਆ ਪਾਈਪ ਉੱਪਰਲੀ ਗਿਣਤੀ ਦੇ ਨਾਲ ਲਾ ਕੇ ਉਹ ਪਾਈਪ ਲਾਉਣੀ ਹੈ, ਜਿਹਦੇ ਚ ਨੋਜ਼ਲਾਂ ਲਾਉਣੀਆਂ, ਫੁਹਾਰਾ ਲਾਉਣਾ ਹੈ। ਫੁਹਾਰਾ ਇਸ ਕਿਸਮ ਦਾ ਲਾਉਣਾ ਹੈ ਕਿ ਫੁਹਾਰ ਨਾ ਬਣਾਵੇ, ਜਿਵੇਂ ਆਪਾਂ ਸਪਰੇਅ ਕਰਦੇ ਹਾਂ ਉਹ ਜੀ ਫੁਹਾਰ ਨਾ ਬਣਾਵੇ, ਡ੍ਰੌਪਲੇਟ ਡਿੱਗਣ। ਮਕਸਦ ਸਿਰਫ ਫੋਰਸਡ ਇਵੈਪੋਰੇਸ਼ਨ ਦਾ ਹੈ। ਆਊਟਰ ਕੋਟ ਆਫ ਐਨੀਮਲ ਇਜ਼ ਟੂ ਬੀ ਵੈਟਡ ਵਿਦ ਵਾਟਰ, ਪਾਣੀ ਦੇ ਨਾਲ ਉਹਦੀ ਉੱਪਰਲੀ ਚਮੜੀ ਨੂੰ ਗਿੱਲਾ ਹੀ ਕਰਨਾ, ਨਾ ਕਿ ਨਹਾਉਣੀ ਹੈ। ਤੇ ਨਾ ਫੁਹਾਰਾ ਬਣਾਵਾਂਗੇ ਜੇ, ਤੇ ਫਿਰ ਉਹ ਮੌਸਮ ਦੇ ਉਹਦੇ ਹਵਾ ਦੇ ਵਿੱਚ ਉਹਦੇ ਜਿਹੜੇ ਵਾਸ਼ਪ ਨੇ, ਜਿਹੜਾ ਕਣ ਨੇ, ਜਾਂ ਜਿਹੜੇ ਅਣੂ ਨੇ, ਜਾਂ ਤੁਪਕੇ ਨੇ, ਹਵਾ 'ਚ ਲਟਕਦੇ ਰਹਿ ਜਾਣਗੇ, ਤੇ ਉਹ ਇੱਕ ਤਰ੍ਹਾਂ ਦਾ ਫਿਰ ਚਮਾਸਾ ਜਿਹਾ ਬਣਾ ਕੇ ਧਰ ਦੂਗੀ। ਤੋ ਉਹਨੂੰ ਆਊਟਰ ਗੱਲ ਕਰਨਾ ਹੈ। ਇਧਰੋਂ 30 ਇੰਚੀ ਦਾ ਪੱਖਾ ਜਿਹੜਾ ਮੇਰਾ ਸੈੱਟ ਮੈਂ ਦੱਸ ਗਿਆ 42 ਫੁੱਟ ਵਾਲਾ, ਇਹਦੇ 'ਚ 30 ਇੰਚੀ ਦਾ ਪੱਖਾ ਇੱਕ ਪਾਸੇ ਕਰਕੇ 1500 RPM ਜਿਹੜੇ ਆ, 1500 ਤੋਂ ਵੱਧ RPM ਹੋਣ, ਉਹਦੇ ਨਾਲ ਫੋਰਸਡ ਏਅਰ ਮਾਰਨੀ ਹੈ। ਪਹਿਲਾਂ ਐਨੀਮਲ ਨੂੰ ਵੈਟ ਕੀਤਾ, ਇਧਰੋਂ ਏਅਰ ਘੁਮਾਈ, ਤਾਂ ਇਵੈਪੋਰੇਸ਼ਨ ਹੋ ਜਾਣੀ ਹੈ। ਇਵੈਪੋਰੇਸ਼ਨ ਕਾਜ 'ਚ ਕੂਲਿੰਗ, ਤਾਂ ਕੂਲਿੰਗ ਜਿਹੜੀ ਹੈ ਇਹ ਜ਼ਰੂਰੀ ਹੈ। ਉਧਰਲੇ ਜਦੋਂ ਆਪਣਾ ਮਈ, ਜੂਨ, ਜੁਲਾਈ,
ਅਗਸਤ 15 ਤੱਕ। ਉਸ ਤੋਂ ਬਾਅਦ ਫਿਰ ਮੀਂਹ ਮੂੰਹ ਪੈਣਾ ਵੀ ਸ਼ੁਰੂ ਹੋ ਜਾਂਦਾ, ਫਿਰ ਉਦੋਂ ਕੱਲਾ ਪੱਖਾ ਹੀ ਕਾਫੀ ਹੈ। ਉਦੋਂ ਤਾਂ ਆਪਾਂ ਨੂੰ ਸਾਨੂੰ ਸਾਡਾ ਜਿਹੜਾ ਵਾ ਫੁਹਾਰਾ ਛੱਡਣ ਦੀ ਲੋੜ ਨਹੀਂ ਗੀ। ਉਦੋਂ ਚਮਾਸਾ ਹੁੰਦਾ ਹੈ, ਹਵਾ ਕੱਢੀ ਚੱਲੋ ਬਾਹਰ, ਤਾਜ਼ੀ ਹਵਾ ਆਈ ਜਾਊਗੀ, ਕੋਈ ਸਮੱਸਿਆ ਨਹੀਂ ਆਉਂਦੀ, ਕੋਈ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਲੱਗਦੀ। ਤੋ ਇਹ ਜਿਹੜੇ ਸ਼ੈੱਡ ਦਾ ਜਿਹੜਾ ਇਹ ਸਿਸਟਮ ਹੈ, ਇਹ ਦੋਨਾਂ ਮੌਸਮਾਂ ਦਾ ਮਤਲਬ ਦੋਨਾਂ ਦੀ ਮੈਂ 4 ਮੌਸਮ ਕਹਿ ਸਕਦਾ ਵਾਂ। 4 ਮੌਸਮ ਕੀ ਗਰਮੀ ਸਰਦੀ ਮੈਂ ਛੱਡ ਵੀ ਦੇਵਾਂ ਤਾਂ ਵਿੱਚ ਝੇੜੇ ਦੀ ਗੱਲ ਕੀਤੀ ਸੀ, ਤੇ ਉਦੋਂ ਅੱਜ ਚਮਾਸੇ ਦੀ ਗੱਲ ਕੀਤੀ ਸੀ। ਇਹ 4 ਮੌਸਮਾਂ ਵਾਸਤੇ ਬੜਾ ਵਧੀਆ ਹੈ। ਖੁਰਲੀ ਦੀ ਆਪਾਂ ਗੱਲ ਕਰਦੇ, ਖੁਰਲੀ ਦੀ ਇੱਕੋ ਚੀਜ਼ ਮੇਰੀ ਰਹਿ ਗਈ ਸੀ ਕਿ ਜਦੋਂ ਪਸ਼ੂ ਖੁੱਲਾ ਹੋਊਗਾ ਤਾਂ ਖੁਰਲੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰੂਗਾ। ਤਾਂ ਉਹ ਜਿਹੜਾ ਖੁਰਲੀ ਦੇ ਵਿੱਚ ਵੜਨ ਵਾਸਤੇ ਉਹਦੇ ਤੋਂ ਖੁਰਲੀ ਦੇ ਜਿਹੜੀ ਉੱਪਰਲੇ ਅੱਜ ਤੋਂ 3 ਫੁੱਟ ਜਾਣੀ ਕਿ ਧਰਤੀ ਫੁੱਟ ਦੀ ਉਹਦੇ ਰੇਲ ਲਾ ਦੇਣੀ ਹੈ, ਪਾਈਪ ਲਾ ਕੇ ਰੇਲ ਲਾ ਦੇਣੀ ਕਿ ਪਸ਼ੂ ਦੇ ਅੰਦਰ ਨਾ ਜਾਵੇ। ਤਾਂ ਜਿਹੜਾ ਸਾਰਾ ਸ਼ੈੱਡ ਹੈ, ਇਹ ਸਾਰੇ ਸ਼ੈੱਡ ਨੂੰ ਆਪਾਂ 2 ਜਾਂ 3 ਹਿੱਸਿਆਂ 'ਚ ਵੰਡ ਸਕਦੇ ਹਾਂ। 10 ਪਸ਼ੂਆਂ ਵਾਸਤੇ ਤਾਂ ਖੈਰ 2 ਹਿੱਸੇ ਬਹੁਤ ਜ਼ਰੂਰੀ ਹੈ। ਕਿਉਂ ਕਿਉਂ ਵੰਡਦੇ ਆ? ਹੁਣ ਕੀ ਸਿਸਟਮ ਹੈ? ਹੁਣ ਸਿਸਟਮ ਸਾਡਾ ਇਹ ਹੈ, 5-6 ਮੱਝਾਂ ਬੰਨੀਆਂ ਨੇ, 1-2 ਗਾਵਾਂ ਬਲੈਤੀ ਬੰਨ ਲਈਆਂ ਉਹਦੇ ਵਿੱਚ। ਇਹ ਸੁਭਾਅ ਦਾ ਫਰਕ ਹੈ, ਦੋਨਾਂ ਦੀ ਖੁਰਾਕ ਦਾ ਫਰਕ ਹੈ, ਦੋਨਾਂ ਦੀ ਖਮਤਾ ਦਾ ਫਰਕ ਹੈ, ਤੇ ਦੋਨਾਂ ਦੀ ਟੈਂਪਰਾਮੈਂਟ ਦਾ ਫਰਕ ਹੈ। ਉਹਨੇ ਸੰਗਲ ਠੀਕ ਹੈ, ਮੱਝ ਦੇ ਸਿੰਘ ਨੇ ਵੈਸੇ ਸਿੰਘਾਂ ਸੁੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ, ਪਰ ਚਲੋ ਕਿਉਂਕਿ ਹੁਣ ਸਿੰਘ ਸੋਹਣੇ ਲੱਗਦੇ ਆ ਜੀ, ਅੱਛੀ ਹੈ ਗੱਲ ਜੀ। ਪਰ ਜੇ ਖੁੱਲੀਆਂ ਰੱਖਾਂਗੇ ਭਿੜਦੀਆਂ ਨਹੀਂ ਆਪਸ ਵਿੱਚ, ਕੜੀ ਕਹਿੰਦੇ ਕਿ ਇਹ ਮਾਰਨਗੀਆਂ, ਨਹੀਂ। ਜਦੋਂ ਹੈਬਿਚੁਅਲ ਹੋ ਜਾਂਦੀਆਂ ਨੇ 2 ਦਿਨ 4 ਦਿਨ 15 ਦਿਨ, ਉਹ ਇੱਕ ਦੂਜੇ ਦੀਆਂ ਕੈਟ ਕੁਆਂਟਡ ਵਿੱਚ ਹੋ ਜਾਂਦੀਆਂ ਨੇ। ਇਸ ਕਰਕੇ ਕੋਈ ਸਮੱਸਿਆ ਵਾਲੀ ਗੱਲ ਤਾਂ ਹੈ ਨਹੀਂ ਗੀ। ਪਰ ਇੱਕ ਜਿਹੜੀ ਮੈਂ ਗੱਲ ਕਹਿਣ ਲੱਗਾ ਉਹ ਹੈ ਕਿ ਅੱਗੇ ਵੈਸੇ ਫੀਡ ਦਾ ਚੈਪਟਰ ਹੈ, ਬਟ ਇੱਥੇ ਕਵਰ ਕਰ ਲੈਂਦੇ ਆਪਾਂ ਕਿ ਐਨੀਮਲ ਨੂੰ ਖੁਰਾਕ ਉਹਦੀ ਉਮਰ ਦੀ ਜੀ, ਉਹ 4 ਸਾਲ ਦੀ ਹੈ ਜਾਂ ਉਹ 2 ਸਾਲ ਦੀ ਹੈ ਜੇ ਝੋਟੀ ਹੈ, ਜਾਂ ਉਹ ਵੱਡੇ ਸਾਲਾਂ ਦੀ ਹੋ ਗਈ ਜੀ, 10 ਸਾਲ ਦੀ ਹੋ ਗਈ ਆ, ਹੁਣ ਤੋਕੜ ਹੋਣ ਵਾਲੀ ਆ, ਉਹਦੇ ਹਿਸਾਬ ਨਾਲ ਦੇਣੀ ਹੈ। ਦੂਜੀ ਉਹਦੀ ਜੀਲ ਦੇ ਹਿਸਾਬ ਨਾਲ। ਹੁਣ ਕੀ ਹੈ, ਜਿਹੜੀ 5 ਕਿਲੋ ਦਿੰਦੀ ਆ, ਇੱਧਰੋਂ ਲੱਗਦੇ ਖੁਰਲੀ 'ਚ ਪਾਉਣ, ਉਹ ਸਾਰੇ ਇੱਕੋ ਜਿਹੀ ਖੁਰਾਕ ਪਾ ਦਿੰਦੇ ਆ। ਕਟਰੂ ਬਛਰੂ ਵੀ ਖੜੇ ਆ, ਝੋਟੀਆਂ ਵੀ ਖੜੀਆਂ, ਤੇ ਬੈੜੀਆਂ ਵੀ ਖੜੀਆਂ, ਤੇ ਗਾਵਾਂ ਵੀ ਤੇ ਮੱਝਾਂ ਵੀ। ਤਾਂ ਉਹਦੇ ਖਰਾਬ ਨਾਲ ਪਾਉਣੀਆਂ। ਤੇ ਇਹ ਸ਼ੈੱਡ ਜਿਹੜੇ ਆਪਾਂ ਬਣਾ ਰਹੇ ਹਾਂ, ਜਿਹੜੀ ਸ਼ੈੱਡ ਦੀ ਮੈਂ ਜਿਹੜੀ ਐਡਵੋਕੇਸ਼ਨ ਕਰ ਰਿਹਾ ਉਹ ਹੈ ਕਿ ਇਹਦੇ 'ਚ ਬੈਰੀਕੇਡਿੰਗ ਕਰਕੇ, ਜੇ ਸਾਡੇ ਕੋਲ 6 ਐਨੀਮਲ ਨੇ ਤੇ 3 ਦੁੱਧ ਦਿੰਦੀਆਂ ਨੇ, 3 ਦੁੱਧ ਭੱਜੀਆਂ ਨੇ, ਅਸੀਂ ਬੈਰੀਕੇਡਿੰਗ ਦੀ ਪਾਈਪ ਪਾ ਕੇ ਦੋਨੇ ਪਾਸੇ ਉਹਨਾਂ ਨੂੰ ਵੱਖ-ਵੱਖ ਕਰਕੇ ਉਹਨਾਂ ਦੀ ਜਿਹੜੀ ਆਪਾਂ ਅੱਗੇ ਰਾਸ਼ਨ ਦੀ ਗੱਲ ਕਰਾਂਗੇ ਉਹ ਦਿੱਤੀ ਜਾ ਸਕਦੀ ਹੈ। ਦੂਜੀ ਗੱਲ ਜਿਹੜੀ ਹੈ ਕਾਬ ਦੀ। ਹੁਣ ਕੀ ਹੈ, ਜਿੱਥੇ ਮੱਝ ਬੰਨੀ ਉਹਦੇ ਪਿਛਲੇ ਕੱਟਾ ਕਟਰੀ ਬੰਨੀ ਹੈ ਨਾ, ਕਿਸੇ ਮੁਲਕ ਦੇ ਵਿੱਚ ਕਟਰਾ ਕਟਰੀ ਜਿਹੜਾ ਵਾ ਉਹਨੂੰ ਦੁੱਧ ਇਸ ਤਰ੍ਹਾਂ ਨਹੀਂ ਚੁੰਗਾਇਆ ਜਾਂਦਾ, ਉਹਨੂੰ ਦੁੱਧ ਸਿਰਫ ਲੈਟ ਡਾਊਨ ਦਾ ਮਤਲਬ ਹੈ ਕਿ ਪਸਮਾ ਤੱਕ ਹੀ ਦੁੱਧ ਬੰਨ ਕੇ ਉਸ ਤੋਂ ਬਾਅਦ ਉਹ ਦੁੱਧ ਜਿਹੜਾ ਦਾ ਚੋਣ ਤੋਂ ਬਾਅਦ ਜਿੰਨੀ ਉਹਦੀ ਰਿਕੁਆਇਰਡ ਹੈ ਬਾਡੀ weight ਦੇ ਹਿਸਾਬ ਨਾਲ 10% ਦੀ ਮੈਂ ਗੱਲ ਕਰਦਾ। ਜੇ 40 ਕਿਲੋ ਆ ਤਾਂ 4 ਕਿਲੋ, 2 ਕਿਲੋ ਸਵੇਰੇ, 2 ਕਿਲੋ ਸ਼ਾਮ ਨੂੰ। ਜੇ 30 ਕਿਲੋ ਭਾਰ ਹੈ ਤਾਂ ਉਹਦਾ 1.5 ਕਿਲੋ ਸਵੇਰੇ, 1.5 ਕਿਲੋ ਸ਼ਾਮ ਨੂੰ ਵੱਖਰਾ ਪਿਆ ਜਾਂਦਾ ਹੈ, ਤਾਂ ਕਿ ਉਹ ਓਵਰ ਡਰਿੰਕ, ਓਵਰ ਮਿਲਕਿੰਗ ਕਰ ਜੇ। ਪਸ਼ੂ ਦੀ ਅਡਰ ਹੈਲਥ, ਪਸ਼ੂ ਦੇ ਹਵਾਨੇ ਦੀ ਹੈਲਥ ਬਣੀ ਰਵੇ, ਪਸ਼ੂ ਦੀ ਹੇਅਰ ਦੀ ਸ਼ੇਪ ਬਣੀ ਰਵੇ, ਤੇ ਉਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਜਾਂ ਮੈਟੈਕਟ ਸਾਧ ਨਾ ਲੱਗੇ। ਇਸ ਕਰਕੇ ਇਹਨਾਂ ਦੀ ਬੈਰੀਕੇਡਿੰਗ ਦੱਸਾਂ ਦੀ ਇਹ ਕੀਤੀ ਜਾ ਕਿ ਇਹਦਾ ਜਿਹੜਾ ਵਾ ਜਿਹੜੇ ਜੇ 37 ਫੁੱਟ ਆ ਜਾਂ 42 ਫੁੱਟ ਆ, 42 ਚੋਂ ਜਿਹੜਾ ਇਹਦਾ 12 ਫੁੱਟ ਬੱਚਿਆਂ ਵਾਸਤੇ ਛੱਡ ਕੇ ਬਾਕੀ 30 ਫੁੱਟ ਵੱਡਿਆਂ ਵਾਸਤੇ ਛੱਡਣਾ ਹੈ। ਉਹ ਬੱਚੇ ਜਿਹੜੇ ਆ ਵੱਖਰੇ ਜਾਣੇ ਆ। ਕੀ ਗੱਲ ਕਰਾਂਗੇ ਜਿਹੜਾ ਸ਼ੈੱਡ ਦੇ ਵਿੱਚ ਕੋਸ਼ਿਸ਼ ਕਰੋ ਕਿ ਜੀ ਬੰਦਾ ਅੰਦਰ ਨਾ ਜਾਵੇ। ਜਿਹੜੀ ਮੈਂ ਉੱਤਰ ਵਾਲੇ ਪਾਸੇ ਖੁਰਲੀ ਬਣਾਤੀ, ਪਹਾੜ ਵਾਲੇ ਪਾਸੇ ਖੁਰਲੀ ਬਣਾਤੀ, ਪੱਛਮ ਵਾਲੇ ਪਾਸੇ ਉਹਦੀ ਬਾਹੀ ਲੰਬੀ ਰੱਖਤੀ, ਤਾਂ ਉਹ ਖੁਰਲੀ ਦੇ ਬਾਹਰਲੇ ਪਾਸੇ 4 ਫੁੱਟ ਚਖੜਾਉਂਦਾ ਜਾਂ 4 ਫੁੱਟ ਉੱਚੇ ਲੋਕਟਾਂ ਨਾਲ ਲਾ ਕੇ 4 ਫੁੱਟ ਦੀਆਂ ਚੜਾਈ ਦੀਆਂ ਪੱਠੇ ਉਧਰ ਦੀ ਪੈਣ। ਵੈਸੇ ਜਿਹੜੇ ਮੇਰੇ ਸ਼ੈੱਡ ਵੱਡੇ ਕਮਰਸ਼ੀਅਲ ਬਣੇ ਆ, ਇਹਨਾਂ 'ਚ ਤੁਸੀਂ ਦੇਖ ਲਿਓ, ਜੇ ਤੁਹਾਡੇ ਪਿੰਡ ਦੇ ਲਾਗੇ 'ਚ ਕੋਈ 20, 50, 100, 200 ਗਾਵਾਂ ਵਾਲਾ ਹੋਵੇ, ਤੁਸੀਂ ਦੇਖਦੇ ਸਰਾਹ ਦਿੱਤੀਆਂ ਨੇ ਅਸੀਂ, ਉਹ ਮਸ਼ੀਨਾਂ ਪੱਠੇ ਪਾਉਂਦੀਆਂ ਨੇ। ਤੇ ਪਰ ਇੱਥੇ ਕੀ ਹੈ ਕਿ ਇੱਥੇ ਚਲੋ ਮਸ਼ੀਨ ਨਾਲ ਪੱਲੀ ਨਾਲ ਪਾਉਣੇ ਜਾਂ ਟੋਕਰੇ ਨਾਲ ਪਾਉਣੇ, ਤਾਂ ਬੰਦਾ ਬਾਹਰ ਦੀ ਪੱਠੇ ਪਾਵੇ, ਅੰਦਰ ਦੀ ਪੱਠੇ ਨਾ ਪਾਵੇ। ਤੋਂ ਜਿਹੜਾ 4 ਫੁੱਟ ਦਾ ਰਸਤਾ ਹੈ ਉਹਦੇ ਬਾਹਰਲੇ ਪਾਸੇ ਫੇਰ 4.5 ਫੁੱਟ ਕੰਧ ਕੱਢ ਦੇਣੀ ਹੈ, ਜਿਹੜੀ ਕਿ ਬਾਹਰਲੇ ਪਿੰਡਾਂ ਨੂੰ ਮਿਲਾ ਦੇਵੇ, ਤਾਂ ਕਿ ਉਧਰ ਦੀ ਕੋਈ ਪਸ਼ੂ, ਅਵਾਰਾ ਪਸ਼ੂ, ਕੁੱਤਾ ਆਦਿ ਅੰਦਰ ਨਾ ਜਾਵੇ। ਤੋਂ ਇਹਦੇ ਜਿਹੜਾ ਪੂਰਬ ਵਾਲੇ ਪਾਸੇ ਵੀ ਝਰੋਖਿਆਂ ਵਾਲੀ ਕੰਧ ਕੱਢ ਸਕਦੇ ਆ,
ਗਰਮੀ ਸਰਦੀ ਦੇ ਵਿੱਚ ਖਾਸ ਕਰਕੇ ਲੋਹੜੀ ਵੇਲੇ ਉਹ ਜਿਹੜੀ ਕਿ ਹਵਾ ਦੀ ਵੈਲੋਸਿਟੀ ਨੂੰ ਘਟਾਊਗੀ ਤੇ ਹਵਾ ਜਿਹੜੀ ਸਿੱਧੀ ਅੰਦਰ ਲੈ ਜਾਊਗੀ। ਆਮ ਤੌਰ ਤੇ ਜਿਹੜਾ ਵਾ ਉਹਨਾਂ ਦਿਨਾਂ ਵਿੱਚ ਕਾਫ ਮੋਰਟੈਲਿਟੀ ਬੜੀ ਹੈ। ਤੇ ਇਹ ਸ਼ੈੱਡ ਬਾਰੇ ਕੋਈ ਹੋਰ ਹੋਵੇ ਤਾਂ ਆਪਾਂ ਬਾਅਦ ਚ ਲੈਂਦੇ ਹਾਂ। 5-7-10 ਮਿੰਟ ਆਪਾਂ ਲਾ ਲੈਂਦੇ ਹਾਂ ਨਸਲ ਤੇ ਲਾ ਲੈਂਦੇ ਹਾਂ। ਦੁੱਧ ਦੀ ਸੁਣਿਆ ਹੋਊਗਾ ਪਰ ਅਜੇ ਤੱਕ ਇਹ ਨਹੀਂ ਕਿਹਾ ਕਿ ਪੰਜਾਬ ਇੱਕ ਵਧੀਆ ਬਰੀਡਰ ਸਟੇਟ ਵੀ ਹੈ। ਦੇ ਪਿੰਡ ਰੇਲਵੇ ਲਾਈਨ ਦੇ ਨਾਲ ਨੇ, ਰਾਮਪੁਰਾ ਫੂਲ, ਡੱਬ ਵਾਲੀ, ਕਿੱਲੇ ਵਾਲੀ, ਮੌੜ ਮੰਡੀ, ਜਗਰਾਵਾਂ, ਕੁਰਾਲੀ, ਖੰਨਾ, ਉਧਰ ਕਰਤਾਰਪੁਰ ਦੇ ਲਾਗੇ, ਤੇ ਸਾਰੇ ਤੁਸੀਂ ਵੇਖਿਆ ਹੋ ਕਿ ਐਨੀਮਲ ਬਾਹਰ ਜਾ ਰਹੇ ਨੇ। ਕਿਤੇ ਪੰਜਾਬ ਬਾਹਰੋਂ ਮੱਝ ਵਧੀਆ ਆਈ ਆ। ਜਦੋਂ ਸਾਡੇ ਕੋਲ ਜਿਹੜੀ ਬਰੀਡ ਹੈ ਉਹ ਇੰਨੀ ਵਧੀਆ ਹੈ ਤਾਂ ਸਾਨੂੰ ਬਰੀਡਰ ਸਟੇਟ ਮੰਨਣਾ ਪਊਗਾ ਆਪਣੇ ਆਪ ਨੂੰ। ਅੱਜ ਤੁਸੀਂ ਹਰ ਚੀਜ਼ ਦਾ ਵੀ ਬਾਹਰੋਂ ਲਿਆਉਂਦੇ ਹੋ, ਚਾਹੇ ਨਰਮੇ ਦਾ ਉਧਰੋਂ ਆ ਸਬਜ਼ੀਆਂ ਦੇ ਤਾਂ ਜਿਹੜੇ ਨਾਥ ਸੀਡ, ਮਾਈ ਸੀਡ, ਫਲਾਨਾ ਸੀਡ, ਇਹ ਸਾਰੇ ਉਧਰੋਂ ਆਉਂਦੇ ਨੇ। ਠੀਕ ਨਹੀਂ, ਐਕਸੈਪਟ ਫਰਾਮ ਦਾ ਯੂਨੀਵਰਸਿਟੀ, ਬਾਕੀ ਤਾਂ ਤਕਰੀਬਨ ਸੀਡ ਜਿਹੜਾ ਵਾ ਅਸੀਂ ਬਾਹਰਲਾ ਪ੍ਰੈਫਰ ਕਰਦੇ ਆ। ਬਾਹਰ ਸਾਰਾ ਜਿਹੜਾ ਪੰਜਾਬ ਹਿੰਦੁਸਤਾਨ ਆ ਉਹ ਸਾਡੀ ਮੱਝ ਪਸੰਦ ਕਰਦਾ ਹੈ। ਤੇ ਮੱਝ ਦੀ ਅਸੀਂ ਸਾਡੀ ਧਰਤੀ ਹੈ ਪੰਜਾਬ, ਹਰਿਆਣਾ, ਬੇਸਿਕਲੀ ਮੁਰਾ ਸਾਡੀ ਬਿਲਕੁਲ ਕਾਲੀ ਸ਼ਾਹ ਜਿਹਨੂੰ ਮੈਂ ਬਲੈਕ ਗੋਲਡ ਕਹਿਣਾ ਹੈ, ਉਹ ਸਾਡੇ ਕੋਲੇ ਪ੍ਰਮਾਤਮਾ ਦੀ ਬਹੁਤ ਕੁਦਰਤੀ ਕਿਰਪਾ ਪੰਜਾਬ ਦੇ ਉੱਤੇ ਕਿ ਉਹ ਸਾਡੇ ਕੋਲੇ ਹੈ, ਅਜੇ ਬਚੀ ਹੋਈ ਹੈ। ਇਹਨੂੰ ਬਚਾਉਣ ਦੀ ਲੋੜ ਹੈ। ਹੋਰ ਤਾਂ ਦੂਜੀ ਗੱਲ ਜਿਹੜੀ ਇਹ ਮੁਰਾ ਨਸਲ ਹੈ, ਇਹ ਮੁਲਕ ਦੀਆਂ ਸਾਰਿਆਂ ਤੋਂ ਵੱਧ ਦੇਣ ਵਾਲੀ ਜਫਰਾਬਾਦੀ, ਠੀਕ ਆ, ਬਹੁਤ ਵੱਡਾ ਚਗਾਠਾ ਉਹਦਾ, ਹਾਥੀ ਤੋਂ ਛੋਟੀ ਲੱਗਦੀ ਹੈ, ਛੋਟੀ ਜਿਹੀ ਦੇਖਣ ਨੂੰ, ਪਰ ਖਾਂਦੀ ਬੜਾ ਵਾ। ਦੁੱਧ ਉਹਦੇ ਕੋਲੇ ਹੈਗਾ ਬਟ ਇੰਨਾ ਨਹੀਂ, ਫੈਟ ਉਹਦੀ ਜ਼ਿਆਦਾ ਹੈ। ਫੈਟ ਮਤਲਬ ਇਹ ਜਫਰਾਬਾਦੀ ਜਫਰਾਬਾਦੀ, ਬਟ ਜਿਹੜੀ ਮੁਰਾ ਹੈ ਇਹ ਸਰਮੌਰ ਮੱਝ ਹੈ। ਇਹਦੇ ਬਿਲਕੁਲ ਬਲੈਕ ਨੇ, ਪੂਛ ਲੰਮੀ ਹੈ ਤੇ ਇਹਦਾ ਕਿਸ਼ਤੀ ਵਰਗੀ ਹੈ, ਅੱਗੋਂ ਭੀੜੀ ਹੈ, ਪਿੱਛੋਂ ਖੁੱਲਦੀ ਜਾਂਦੀ ਹੈ। ਤੇ ਜੇ 3 ਕੋਨਾ ਮੈਂ ਇਹਨੂੰ ਕਹਿਣਾ ਹੁੰਦਾ ਵੀ ਮੂੰਹ ਵਾਲੇ ਪਾਸਿਓਂ ਪਤਲੀ, ਅੱਗੋਂ ਪਿੱਛੇ ਹਵਾਨੇ ਵਾਲੇ ਪਾਸੇ ਵੱਧ ਗਈ, ਚੌੜੀ ਹੋ ਗਈ। ਉੱਪਰੋਂ ਵੇਖਾਂ ਤਾਂ ਪਿੱਛੋਂ ਪੂਛ ਵਾਲੇ ਪਾਸੇ ਖੜੇ ਹੋ ਜਾਓ, ਅੱਗੋਂ ਬਿਲਕੁਲ ਤੰਗ, ਪਿੱਛੋਂ ਖੁੱਲਦੀ ਜਾਂਦੀ ਹੈ। ਫਿਰ ਪਿੱਛੇ ਉੱਥੇ ਖੜੇ ਰਹੋ, ਹਵਾਨੇ ਪਿੱਛੇ ਖੜ ਜਾਓ ਪੂਛ ਤੇ, ਉੱਪਰੋਂ ਜਿੱਥੇ ਚੱਡੇ ਆ ਚਗਾਠਾ ਜਿੱਥੇ ਹੈਗਾ ਉਹ ਤਕੋਨ ਥੱਲੇ ਨੂੰ ਆਉ ਤਾਂ ਬੰਦ ਹੁੰਦੀ ਜਾਂਦੀ ਹੈ। ਇਹੋ ਜਿਹਾ ਸੋਹਣਾ ਐਨੀਮਲ ਕਿਤੇ ਵੀ ਕਿਸੇ ਮੁਲਕ 'ਚ ਮੈਂ ਤਾਂ ਵੇਖਿਆ ਨਹੀਂ। ਫਿਰ ਇਹਦੀ ਜਿਹੜੀ ਹੈ ਇਹ ਉਹ ਚੀਜ਼ ਹੈ ਜਿਹਦੀ FCR ਕਹਿੰਦੇ ਹੁੰਦੇ ਆ, ਫੀਡ ਕਨਵਰਸ਼ਨ ਰੇਸ਼ੋ, ਚਾਹੇ ਉਹ ਸਾਡੀ HF ਹੈ, ਚਾਹੇ ਵਲੈਤੀ ਗਾਂ, ਚਾਹੇ ਦੇਸੀ ਗਾਂ, ਉਹਨਾਂ ਨਾਲੋਂ ਵੱਧ ਹੈ। ਤੋ ਇਹ ਬਰੀਡਰ ਸਟੇਟ ਹੈ। ਸਭ ਤੋਂ ਵੱਡੀ ਗੱਲ ਹੈ ਇਹ ਦੋਨੇ। ਦੂਜੀ ਜਿਹੜੀ ਕਿ ਨੀਲੀ ਰਾਵੀ ਸਾਡੇ ਉਧਰ 5 ਕਲਿਆਣੀ ਕਹਿ ਦਿੰਦੇ ਆ। 5 ਚਟਾਕ, ਮੱਥੇ ਚਟਾਕ, ਚਾਰੇ ਖੁਰ ਜਿਹੜੇ ਚਿੱਟੇ, ਪੂਛ ਵੀ ਚਿੱਟੀ, ਅੱਖਾਂ ਬਿੱਲੀਆਂ, ਨਰਗਸ ਵਰਗੀਆਂ, ਉਹ ਜਿਹੜੀ ਮੱਝ ਹੈ ਉਹ ਵੀ ਸਾਡੀ ਆਪਣੀ ਮੱਝ ਹੈ। ਭਾਵੇਂ ਉਹ ਨੀਲੀ ਰਾਵੀ ਦੇ ਪਰਲੇ ਪਾਸੇ ਵਾਲਾ ਇਲਾਕਾ ਨੀਲੀ ਬਾਰ ਵੱਜਦੀ ਸੀ, ਬੇਸਿਕਲੀ 5-4 ਬਾਰਾਂ ਹੋਈਆਂ, ਸੰਦਲਬਾਰ, ਨੀਲੀ ਬਾਰ ਉੱਥੋਂ ਆਈ ਸੀ। ਬਟ ਪੰਜਾਬ ਦੇ ਤਰਨਤਾਰਨ, ਪੰਜਾਬ ਦੇ ਫਿਰੋਜ਼ਪੁਰ ਤੇ ਪੰਜਾਬ ਦੇ ਅੰਮ੍ਰਿਤਸਰੀਆਂ ਨੇ ਤੇ ਇਹਨਾਂ ਨੇ ਸਾਂਭੀ ਹੋਈ ਹੈ, ਚੰਗੀ ਬਰੀਡ ਹੈ। ਦੋਨੇ ਮੱਝਾਂ ਹੀ, ਨੀਲੀ ਰਾਵੀ ਤਾਂ ਕਿਤੇ ਹੋਰ ਹਿੰਦੁਸਤਾਨ 'ਚ ਮਿਲਦੀ ਨਹੀਂ ਗੀ, ਇਹ ਸਾਡੇ ਕੋਲ ਹੀ ਹੈ, ਪਰ ਲੈ ਕੇ ਲੋਕ ਬਹੁਤ ਜਾ ਰਹੇ ਨੇ। ਇਹ ਦੋਨੇ ਮੱਝਾਂ ਸਾਡੀਆਂ ਬਹੁਤ ਹੀ ਵਧੀਆ ਚੋਟੀ ਦੀਆਂ ਮੱਝਾਂ ਨੇ। ਗਾਵਾਂ ਦੀ ਵੀ ਗੱਲ ਕਰਾਂ ਤਾਂ ਸਾਹੀਵਾਲ, ਭਾਵੇਂ ਮਿੰਟਗੁਮਰੀ ਜ਼ਿਲ੍ਹੇ 'ਚ ਪੈਦਾ ਹੋਈ, ਉੱਥੇ ਪਾਕਿਸਤਾਨ 'ਚੋਂ ਆਈ ਹੈ। ਉੱਥੇ ਸਾਹੀਵਾਲ ਦਾ ਤੁਹਾਨੂੰ ਪਤਾ ਜ਼ਿਲ੍ਹਾ ਹੈਗਾ, ਉੱਥੋਂ ਦੀ ਪੈਦਾਇਸ਼ ਹੈ। ਉਹਨਾਂ ਕੋਲ ਵੀ ਚੰਗੀਆਂ, ਪਾਕਿਸਤਾਨਾਂ ਕੋਲ ਵੀ ਚੰਗੀਆਂ ਨੇ, ਬਟ ਸਾਡੇ ਕੋਲੇ ਕਿਉਂਕਿ ਅਸੀਂ ਅੱਗੇ ਦੱਸਾਂਗੇ ਕਿਵੇਂ ਇਹਨੂੰ ਗਵਾ ਲਿਆ, ਦੁਬਾਰਾ ਫਿਰ ਮੁੜ ਉਸੇ ਪਾਸੇ ਵੱਲ ਚੱਲ ਪਏ ਆ ਕਿ ਸਾਹੀਵਾਲ ਨੂੰ ਪਹੁੰਚਾਉਣਾ ਪਊਗਾ। ਇਹ ਵੀ ਹਿੰਦੁਸਤਾਨ ਦੀ ਸਰਮੌਰ ਹੈ। ਜਿੰਨੀਆਂ ਭਾਵੇਂ ਮੈਂ ਥਰਪਾਰਕਰ ਦੀ ਗੱਲ ਕਰਨਾ, ਹਰਿਆਣਾ ਤਾਂ ਵੈਸੇ ਕੋਈ ਉਹ ਤਾਂ ਬਲ ਜੋੜੀ ਵਾਲੀ ਹੈ, ਜੇ ਖੇਤ ਖੂਤ ਵਾਹੁਣੇ ਹੋਣ ਤਾਂ ਹਰਿਆਣਾ ਕੋਈ ਆਪਦੀ ਦੁੱਧ ਵਾਲੀ ਨਸਲ ਨਹੀਂ ਹੈਗੀ। ਥਰਪਾਰਕਰ ਹੈ ਜਾਂ ਰਾਠੀ ਹੈ, ਰਾਠੀ ਠੀਕ ਹੈ ਥੋੜੀ ਬਹੁਤੀ ਰਾਜਸਥਾਨ ਦੀ, ਪਰ ਸਾਹੀਵਾਲ ਨਾਲ ਸਾਰੀਆਂ ਤੋਂ ਉੱਚੀ ਹੈ। ਸਾਹੀਵਾਲ ਦਾ ਸਿੱਧਾ ਜਿਹਾ ਨਿਸ਼ਾਨਾ ਇਹ ਹੈ, ਇਹਦੀਆਂ ਵੀ ਅੱਖਾਂ ਜਿਹੜੀਆਂ ਕਾਲੀਆਂ ਨੇ, ਅੱਖਾਂ ਦੇ ਵਾਲੇ ਕਾਲੇ ਘੇਰੇ ਨੇ, ਕੁਹਾਨ ਬਹੁਤ ਉੱਚੀ ਹੈ। ਇਹਦੇ ਬੁੱਲ ਦੀ ਕੁਹਾਨ ਤਾਂ ਜਿੱਡੀ ਉੱਚੀ ਹੁੰਦੀ ਹੈ, ਮਤਲਬ ਉਹ ਕਿਸੇ ਦੀ ਵੀ ਹੋਰ ਨਹੀਂ ਹੈਗੀ। ਤੇ ਇਹ ਜਿਹੜਾ ਇਹਦੀ ਜਿਹੜੀ ਫੈਟ ਹੈ ਉਹ ਬਹੁਤ ਵਧੀਆ, 5.5 6% ਆਉਂਦੀ ਹੈ।
ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ FCR ਵੀ ਚੰਗੀ ਹੈ। ਇੱਕ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਗਰਮੀ ਨੂੰ, ਤਪਸ਼ ਨੂੰ ਜਾਂ ਸਾਡੇ ਮੌਸਮ ਨੂੰ ਸਹਿ ਜਾਂਦੀ ਹੈ, ਇਹਨੂੰ ਬਿਮਾਰੀਆਂ ਘੱਟ ਲੱਗਦੀਆਂ। ਤੇ ਇਹਦਾ ਦੁੱਧ ਬੜਾ ਵਾ ਚਿੱਟਾ ਤੇ ਬੜਾ ਅੰਮ੍ਰਿਤ ਵਰਗਾ ਦੁੱਧ ਇਹਦਾ ਹੁੰਦਾ, ਜਿੰਨੀ ਕੁ ਰਿਕੁਆਇਰਮੈਂਟ ਹੈ। ਜੇ ਮੱਝ ਦੀ ਮੈਂ ਗੱਲ ਕਰਨਾ, ਉਹਦੀ ਕੋਈ ਸਮੱਸਿਆ ਹੈ ਕਿ ਫੈਟ ਬਹੁਤ ਜ਼ਿਆਦਾ ਆ। ਜਿਹੜੇ ਅੱਜ ਕੱਲ੍ਹ ਹਾਰਟ ਰੋਡ ਵਾਲੇ ਬੰਦੇ ਆ, ਉਹਨਾਂ ਨੂੰ ਅਸੀਂ ਅਵੋਇਡ ਕਰੀਦਾ ਜਾਂ ਤੁਸੀਂ ਨਾ ਪੀਆ ਕਰੋ। ਤੇ ਇਹ ਜਿਹੜੇ ਸਾਹੀਵਾਲ ਆ, ਇਹਦਾ ਦੁੱਧ ਜਿਹੜਾ ਵਾ ਆਮ ਬੰਦੇ ਵਾਸਤੇ ਬਹੁਤ ਜ਼ਰੂਰੀ ਆ। ਤੇ ਇਹ ਬਰੀਡ ਦੇ ਅਸੀਂ ਹੁਣ ਐਫਰਟ ਦੁਆਰਾ ਫਿਰ ਕੀਤੇ, ਰਿਵਾਈਵ ਕੀਤੇ ਆ, ਕਾਫੀ ਸਬਸਿਡੀ ਇੰਸੈਂਟਿਵ ਦੇ ਰਹੇ ਆ। ਔਰ ਇਹਦਾ ਜਿਹੜਾ ਚੱਲਦਾ ਹੈ ਕਿ ਇਹਦਾ ਦੁੱਧ ਜਿਹੜਾ ਵਾ A2 ਆ। ਵੈਸੇ ਮੈਂ ਉਹਦੇ ਵਿਸ਼ਵਾਸ ਨਹੀਂ ਰੱਖਦਾ A1 A2 ਚ, ਕਹਿੰਦੇ ਆ ਕਿ ਇਹਦਾ A2, ਪਰ ਇਹਦੇ ਪ੍ਰੋਡਕਟ ਬੜੇ ਵਧੀਆ ਬਣਦੇ ਆ। ਔਰ ਸਾਹੀਵਾਲ ਸਾਡੀ ਆਪਣੀ ਬਰੀਡ ਹੈ। ਰਾਠੀ ਰਾਜਸਥਾਨ ਦੀ ਬਰੀਡ ਹੈ। ਇਹ ਰਾਜਸਥਾਨ ਦੀ ਹੋਰ ਬੜੀ ਸੋਹਣੀ ਬਰੀਡ ਵੈਸੇ ਅਸੀਂ ਇੱਧਰ ਪੰਜਾਬ ਦੇ ਵਿੱਚ ਬਹੁਤ ਘੱਟ, ਕੁਛ ਮੁੰਡਿਆਂ ਨੇ ਫਾਜ਼ਿਲਕਾ ਅਬੋਹਰ ਦੇ ਇਲਾਕੇ ਜਿਹੜੇ ਇਹ ਮੇਰੇ ਮੁਸਲਿਮ ਵੀਰ ਨੇ, ਉਹਨਾਂ ਨੇ ਥੋੜਾ ਜਿਹਾ ਮਿਕਸ ਕਰ ਲਿਆ। ਉਹਨਾਂ ਨੇ ਗੀਰ ਲਿਆਂਦੀ ਤੇ ਸਾਹੀਵਾਲ ਦਾ ਇੰਟਰਮਿਕਸ ਜਿਹਾ ਕਰਕੇ ਉਹ ਇੱਕ ਨੌਨ ਡਿਸਕ੍ਰਿਪਟ ਬਰੀਡ ਬਣਾ ਕੇ ਬਹਿ ਗਈ, ਜਿਹਨੂੰ ਬੇਰੜਾ ਕਹਿ ਦਿੰਦੇ ਆਪਾਂ, ਉਹ ਬਣਾ ਕੇ ਬਹਿ ਗਏ ਨੇ। ਬਟ ਪਿਓਰਟੀ ਵੱਲ, ਬਰੀਡ ਵੱਲ ਉਹ ਵੀ ਨਹੀਂ ਗਏ। ਗੀਰ ਜਿਹੜੀ ਸੀ ਇਹ ਰਾਜਸਥਾਨ ਦੇ ਗੀਰ ਇਲਾਕੇ ਦੀ ਸੀ, ਕੱਛ ਗੀਰ ਕਹਿੰਦੇ ਆ, ਉੱਥੋਂ ਦੇ ਇਲਾਕੇ ਦੀ ਗੀਰ ਸੀ। ਔਰ ਇਹਨੂੰ ਵੀ ਸਾਂਭਣ ਦੀ ਲੋੜ ਹੈ। ਬਟ ਇਹ ਬਰੀਡ ਜਿਹੜੀਆਂ ਨੇ ਅਕੋਰਡਿੰਗ ਟੂ ਜਿਓਗ੍ਰਾਫਿਕਲ ਏਰੀਆ, ਅਕੋਰਡਿੰਗ ਟੂ ਕਲਾਈਮੇਟਿਕ ਕੰਡੀਸ਼ਨ ਹੀ ਸਰਵਾਈਵ ਕਰਦੀਆਂ, ਚੰਗੀਆਂ ਲੱਗਦੀਆਂ ਨੇ। ਜੇ ਮੈਂ ਅੱਜ ਕਹਾਂ ਇੱਥੇ ਜਫਰੇਬਾਦ ਦੀ ਮੱਝ ਲਿਆਓ, ਲੈ ਤਾਂ ਆਵਾਂਗੇ, ਉਹਦਾ ਸੀਮਨ ਕਿੱਥੋਂ ਲਿਆਵਾਂਗੇ? ਆਪਾਂ ਨੂੰ ਸੀਮਨ ਤਾਂ ਮਿਲਣਾ ਨਹੀਂ ਉਹਦਾ। ਸਾਹੀਵਾਲ ਦਾ ਸੀਮਨ ਆਪਣੇ ਕੋਲ ਹੈਗਾ, ਗੀਰ ਦਾ ਸੀਮਨ ਆਪਣੇ ਕੋਲ ਬਹੁਤ ਥੋੜਾ ਅਜੇ ਤਜਰਬੇ ਤੌਰ ਦੇ ਉੱਤੇ ਅਸੀਂ ਨਾਭੇ ਸ਼ੁਰੂ ਕੀਤਾ, ਬਟ ਉਹਦੇ ਰਿਜ਼ਲਟ ਅਜੇ ਬਾਅਦ ਚ ਆਉਣਗੇ। ਤਾਂ ਇਹ ਦੋ ਮੱਝਾਂ ਦੀਆਂ ਤੇ ਇੱਕ ਦੇਸੀ ਗਾਂ ਦੀ, ਸੌਰੀ ਸਾਹੀਵਾਲ ਗਾਂ ਦੀ ਮੈਂ ਦੱਸਣਾ ਚਾਹੁੰਦਾ ਸੀ। ਦੂਜੀ ਵਿਦੇਸ਼ੀ ਗਾਵਾਂ। ਪਹਿਲੀ ਗੱਲ ਤਾਂ ਵਿਦੇਸ਼ੀ ਗਾਵਾਂ ਆਈਆਂ ਕਿਵੇਂ ਆਈਆਂ, ਇਹ ਲੌਂਗ ਸਟੋਰੀ ਹੈ। 81 ਦੇ ਵਿੱਚ ਜਦੋਂ ਅਸੀਂ ਆਏ ਸੀ, ਉਸ ਵੇਲੇ ਦੁੱਧ ਬਾਹਰੋਂ ਆਉਂਦਾ ਹੁੰਦਾ ਸੀ, ਇੰਪੋਰਟ ਕਰਦੇ ਸੀ। ਵਰਲਡ ਫੂਡ ਪ੍ਰੋਗਰਾਮ ਦੇ ਵਿੱਚ ਬੜਾ ਪਾਊਡਰ ਆਇਆ, ਬਟਰ ਆਇਲ ਆਇਆ, ਤੇ ਬਟ ਉਹ ਸੈਲਫ ਸਫੀਸ਼ੀਐਂਟ ਨਹੀਂ ਸਾਂ ਆਪਾਂ। ਤੇ ਇਸ ਬਰੀਡ ਨੂੰ ਇਹ ਸੀਗਾ ਉਸ ਵੇਲੇ ਸਾਰਿਆਂ ਦੇ ਚਿੰਤਕਾਂ ਦੇ, ਜਿੰਨੇ ਇੱਕ ਸਾਡੇ ਮਾਹਰ ਸੀਗੇ, ਇੱਕੋ ਦਿਮਾਗ 'ਚ ਲੱਗੀ ਹੋਈ ਸੀ ਦੁੱਧ ਦੀ ਪ੍ਰੋਡਕਸ਼ਨ ਵਧਾਓ। ਤਾਂ ਸਾਡੀਆਂ ਜਿਹੜੀਆਂ ਮੱਝਾਂ ਦੀ ਉਦੋਂ 7-8 ਕਿਲੋ, ਜਿਹੜੀ ਹੁਣ ਵੱਧ ਕੇ 11-12 ਕਿਲੋ ਹੋ ਗਈ ਹੈ। ਦੇਸੀ ਗਾਵਾਂ ਦੀ ਤਾਂ ਬਹੁਤ ਅਜੇ ਨੋਰਮਲ ਜੀ ਸੀ, ਇੰਨੀ ਸੀ। ਬਟ ਬਲੈਤੀ ਗਾਵਾਂ ਉਦੋਂ ਨਾ ਹੀ ਹੁਣ ਆਈਆਂ ਸਕਦੀਆਂ ਨੇ, ਬਟ ਸੀਮਨ ਮੰਗਾਇਆ ਗਿਆ ਸੀ। ਡੈਨਮਾਰਕ ਤੋਂ ਕੁਝ ਗਾਵਾਂ ਆਈਆਂ ਸੀ, ਰੈਡਨ ਆਈਆਂ ਸੀ, ਬਟ ਬਾਅਦ ਚੋਂ ਰੈਡਨ ਅਲੋਪ ਹੋ ਗਈ ਸੀ। ਉਹ ਸਾਡੇ ਕਾਮਯਾਬ ਨਹੀਂ ਹੋਈ। ਉਹ ਬੇਸਿਕਲੀ ਦੈਟ ਵਾਜ ਮਿਕਸ ਬਰੀਡ ਫਾਰ ਮਿਲਕ। ਵੀ ਡੋਂਟ ਰਿਕੁਆਇਰ ਮੀਟ ਐਨੀਮਲ, ਬਲਕੀ ਐਨੀਮਲ, ਲਾਰਜ ਐਨੀਮਲ। ਵੀ ਰਿਕੁਆਇਰ FCR, ਜਿਹੜੀ ਘੱਟ ਖਾ ਕੇ ਵੱਧ ਦੁੱਧ ਦੇਵੇ। ਤਾਂ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਉਹਦੇ 'ਚ ਸੀ ਕਿ ਜਿਹੜਾ ਸੀਮਨ ਆਇਆ ਸੀ ਹੌਲਸਟਨ ਫਰੀਜਨ ਦਾ ਹੈ। ਹੌਲਸਟਨ ਹਾਲੈਂਡ ਦੇ ਫਰੀਜਨ ਇਲਾਕੇ ਦੀ ਬਰੀਡ ਹੈ। ਚਿੱਟੀ ਕਾਲੀ ਵੀ ਕਹਿ ਸਕਦੇ ਹਾਂ, ਬਹੁਤੀ ਪਿਓਰ ਕਾਲੀ ਵੀ ਹੋ ਜਾਂਦੀ ਹੈ ਕਈ ਵਾਰੀ। ਆਮ ਤੌਰ ਤੇ ਇਹ ਚਿੱਟੀ ਕਾਲੀ ਤੇ ਪਿਓਰ ਕਾਲੀ ਦੋਨੇ ਮਿਲਦੀਆਂ ਨੇ। ਇਹ ਡਿਪੈਂਡ ਚ ਪਾਉਂਦਾ ਸੀਮਨ ਉਹਦਾ ਕੰਪਨੀ ਕਿ ਉਹ ਜੀ ਅਮਰੀਕਾ ਦਾ ਆ ਗਿਆ, ਕਿ ਉਹ ਜਰਮਨ ਦਾ ਆ ਗਿਆ, ਕਿ ਉਹ ਕੈਨੇਡਾ ਦਾ ਹੈ। ਸਾਰੀਆਂ ਕੰਪਨੀਆਂ ਤਕਰੀਬਨ ਇੱਥੇ ਸੀਮਨ ਵੇਚ ਕੇ ਜਾਂਦੀਆਂ ਨੇ, ਪਰ ਹੁਣ ਆਪਣੇ ਸੀਮਨ ਵੀ ਅਸੀਂ ਪੈਦਾ ਕਰ ਲਏ ਨੇ। HF ਦੀ ਜਿਹੜੀ ਖਾਸੀਅਤ ਇਹ ਹੈ ਕਿ ਦੁੱਧ ਬਹੁਤ ਵਧੀਆ ਹੈ। ਮਤਲਬ ਵੈਟ ਐਵਰੇਜ ਜਾਂ ਸਾਰੇ ਸਾਲ ਦਾ ਦੁੱਧ ਮੈਂ ਕਹਾਂ ਤਾਂ ਪੰਜਾਬ ਦੇ ਮੇਰੇ ਬਹੁਤੇ ਦੋਸਤ ਫਾਰਮਰ ਨੇ ਜਿਹੜੇ ਤਕਰੀਬਨ ਉਹਨਾਂ ਦੀ 25-26 ਕਿਲੋ ਦੀ ਐਵਰੇਜ ਪੈਂਦੀ ਹੈ, ਜਿਹੜੀ ਕਿ 2 ਮੱਝਾਂ ਜਾਂ 3 ਮੱਝਾਂ ਦੇ ਬਰਾਬਰ ਹੈ। ਖਾਣਾ ਉਨਾ ਹੀ ਹੈ। ਤਾਂ ਫਿਰ HF ਦੀ ਜਿਹੜੀ ਹਾਈਐਸਟ ਯੀਲਡ ਹੈ 68 ਕਿਲੋ ਦੀ ਨੂਰਪੁਰ ਕੀਮਾ ਵਾਲੇ ਉਹਦੀ ਆਪਣੇ ਹਰਪ੍ਰੀਤ ਦੀ ਆਈ ਸੀ। ਇਸ ਸਾਲ ਉਹਨੇ 71 ਕੱਢਿਆ ਸੀਗਾ ਬਟਾਲੇ। ਉਹ ਉਸ ਪਾਸੇ ਵੱਲ ਤੁਰੇ ਹੋਏ ਨੇ ਸਾਡੇ ਦੋਸਤ ਜਿਹੜੇ ਵੀ ਵੱਧ ਤੋਂ ਵੱਧ ਯੀਲਡ ਕਿਵੇਂ ਕੱਢੀਏ, ਬਟ ਅਸੀਂ ਉਹਦੇ ਨਾਲ ਹੱਕ 'ਚ ਨਹੀਂ ਆ, ਬਾਹਰ ਦੀ ਗੱਲਾਂ ਨੇ। ਤੋ ਜੇ ਆਪਾਂ ਗੱਲ ਕਰੀਏ ਕਿ ਜੀ ਆਪਣਾ ਜਿਹੜਾ ਹੈਗਾ ਦੂਸਰੀ ਬਰੀਡ, ਉਹ ਜੱਸੀ ਹੈ। ਜੱਸੀ ਛੋਟੇ ਕੱਦ ਦੀ ਹੈ, ਫੈਟ ਦੀ ਉੱਚੀ ਹੈ, 5.2 ਬਿਲਕੁਲ ਸਾਹੀਵਾਲ ਵਰਗਾ ਰੰਗ ਹੈ, ਬਟ ਇਹਦੀ ਰੀੜ ਦੀ ਹੱਡੀ ਸਿੱਧੀ ਹੈ। ਇੱਕੋ ਨਿਸ਼ਾਨੀ ਹੈ, ਅੱਖਾਂ ਬਾਹਰ ਨੂੰ ਉੱਭਰਵੀਆਂ ਹੋਈਆਂ। ਸਾਹੀਵਾਲ ਦੀਆਂ ਅੱਖਾਂ ਗੋਲ ਨੇ, ਇਹਦੀਆਂ ਅੱਖਾਂ ਬਿਲਕੁਲ ਜਿਵੇਂ ਆਪਣੀ ਤਿਕੋਨੀ ਜੀ ਹੁੰਦੀ ਹੈ ਉਸ ਤਰ੍ਹਾਂ ਦੀਆਂ ਅੱਖਾਂ ਨੇ। ਸਿੰਘ ਇਹਦੇ ਬਿਲਕੁਲ ਨਿੱਕੇ ਹੁੰਦੇ ਆ, ਸਾਹੀਵਾਲ ਦੇ ਸਿੰਘ ਲੰਬੇ ਹੁੰਦੇ ਆ। ਤੇ ਇਹਦਾ ਜਿਹੜਾ ਦੁੱਧ ਦੇਣ ਦੀ ਸ਼ਮਤਾ ਹੈ ਉਹ HF ਨਾਲੋਂ ਤਾਂ ਘੱਟ ਹੈ। ਜੇ HF ਸਾਲ ਦੇ ਵਿੱਚ ਕੋਈ 10,000 ਲੀਟਰ ਦੁੱਧ ਦੇ ਦਿੰਦੀ ਹੈ, 9,000 ਤਾਂ ਆਮ ਦੇ ਦਿੰਦੀਆਂ ਨੇ, ਤਾਂ ਇਹ ਜਿਹੜੀ ਹੈ ਇਹਦੀ 7,000 ਲੀਟਰ ਤੋਂ 1 ਸਾਲ ਦੇ ਦੁੱਧ ਦੀ ਪੈਦਾਵਾਰ ਜਿਹੜੀ ਹੁੰਦੀ ਹੈ।
ਜਰਸੀ ਦੁਆਰਾ ਫਿਰ ਵੱਧ ਰਹੀ ਹੈ। ਜਰਸੀ ਇੱਕ ਵਾਰੀ ਘਟ ਗਈ ਸੀ, ਹੁਣ ਕਿਉਂਕਿ ਦੁੱਧ ਦੀ ਡਿਮਾਂਡ ਜਿਹੜੀ ਆ ਫੈਟ ਦੇ ਉੱਤੇ ਵੱਧ ਰਹੀ ਹੈ, ਇਸ ਕਰਕੇ ਇਹ ਆਪਾਂ ਨੂੰ ਅਗਲਾ ਆਉਣ ਵਾਲਾ ਬਰੀਡਰ, ਆਉਣ ਵਾਲੀ ਸਟੇਜ ਜਿਹੜੀ ਹੈ ਉਹ ਜਰਸੀ ਵੀ ਬਰੀਡ ਬਣੂਗੀ। ਇਹ 5 ਬਰੀਡਾਂ ਜਿਹੜੀਆਂ ਨੇ, 3 ਦੇਸੀ ਤੇ 2 ਜਿਹੜੀਆਂ ਸਾਡੀਆਂ ਇਹਨਾਂ ਦੇ ਆਪਣੇ ਕੋਲ ਸੀਮਨ ਸਾਡੇ ਪਸ਼ੂ ਪਾਲਣ ਵਿਭਾਗ ਕੋਲ ਵੀ ਉਪਲਬਧ ਨੇ। ਤੇ ਅਸੀਂ ਜਿਹੜੇ ਡੇਅਰੀ ਵਰਕਰ, ਤੁਸੀਂ ਜਿਨ੍ਹਾਂ ਨੂੰ ਐਜੂਕੇਸ਼ਨ ਕਰਨਾ, ਉਹਨਾਂ ਨੂੰ ਇਹੀ ਗਾਈਡ ਕਰਾਂਗੇ ਕਿ ਸਭ ਤੋਂ ਪਹਿਲਾਂ ਜਿਹੜੀ, ਜੇ ਆਪਾਂ 2 ਮਿੰਟ ਨਸਲ ਸੁਧਾਰ ਤੇ ਗੱਲ ਕਰ ਵੀ ਲਵਾਂ, ਤਾਂ ਨਸਲ ਸੁਧਾਰ ਤੇ ਸਭ ਤੋਂ ਪਹਿਲਾਂ ਸਾਨੂੰ ਸੀਡ ਵੱਲ, ਜਿਵੇਂ ਤੁਸੀਂ ਬੀਜ ਕਹਿੰਦੇ ਹੋ, ਇਹ ਕਣਕ ਦਾ ਵਧੀਆ ਬੀਜ ਬੀਜਣਾ ਹੈ, ਝੋਨੇ ਦਾ ਵਧੀਆ ਬੀਜ ਬੀਜਣਾ, ਨਰਮੇ ਦਾ ਵਧੀਆ ਬੀਜ ਬੀਜਣਾ ਹੈ, ਇੱਥੇ ਧਿਆਨ ਦੇਣਾ ਪਊਗਾ। ਇੱਥੇ ਹੀ ਗੜਬੜ ਸਾਰੀ, ਨਸਲ ਨਹੀਂ ਬਣ ਰਹੀ। ਡੇਅਰੀ ਵਰਕਰ ਦਾ ਪਹਿਲਾ ਫਰਜ਼ ਹੈ ਕਿ ਨਸਲ ਦੀ ਪਛਾਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਸੀਡ ਮਿਲੂ ਕਿੱਥੋਂ। ਮੈਂ ਦੱਸ ਕੇ ਆਇਆ ਕਿ ਸਾਡਾ 90 ਆਪਣਾ ਸੈਂਟਰ ਆਫ ਐਕਸੀਲੈਂਸ ਹੈ, ਸਾਡਾ ਰੋਪੜ ਫਾਰਮ ਵੀ ਹੈ, ਤੇ ਬਟ ਇਹਦੇ ਨਾਲ ਕੁਝ ਅੱਛੇ ਫਾਰਮਰ ਨੇ, ਉਹ ਵੀ ਆਪਣੇ ਬੁੱਲ, ਜਿਵੇਂ ਖਾਸ ਕਰਕੇ ਸ਼ੇਰਬਾਜ ਵੈਰੋਕਿਆ ਵਾਲੇ ਜਾਂ ਖਲੀ ਦਾ ਜਿਹੜਾ ਜਸਵੰਤਪੁਰ ਉਧਰ ਸੰਘਿਆ ਵਾਲੇ, ਇਹ ਵੀ ਆਪਣਾ ਸੀਮਨ ਦਿੰਦੇ ਨੇ। ਬਟ ਆਪਾਂ ਟੈਸਟਡ ਤੇ ਏ ਗ੍ਰੇਡ ਸੀਮਨ ਲੈਣਾ ਹੈ। ਸੀਮਨ ਜੇ ਬੀਜ ਦਾ ਫਸਲ ਦਾ ਬੀਜ ਮਾੜਾ ਮਿਲ ਗਿਆ ਤਾਂ ਆਪਾਂ ਅਗਲੇ ਸਾਲ ਨੂੰ ਵੇਚ ਦਿਆਂਗੇ, ਅਗਲੇ ਸਾਲ ਨੂੰ ਨਹੀਂ ਵਰਤਾਂਗੇ। ਅਸੀਂ ਕਹਾਂਗੇ ਯਾਰ ਇਹ ਪਿਛਲੇ ਸਾਲ ਝਾੜ ਜਿੰਨਾ ਮਿਲਿਆ, 6 ਮਹੀਨਿਆਂ ਦਾ ਕੰਮ ਆ, ਕੋਈ ਗੱਲ ਨਹੀਂ, ਚੱਲ ਲਾਂਗੇ। ਇੱਧਰ ਜੇ ਇੱਕ ਦਿਨ ਜਾਂ ਉਸ ਵੇਲੇ ਜਿੱਦਣ ਆਪਣੀ ਮੱਝ ਹੇਹ ਚ ਆਈ ਸੀ ਜਾਂ ਡੇਅਰੀ ਵਰਕਰ ਨੇ ਉਹ ਟੀਕਾ ਵਧੀਆ ਨਹੀਂ ਲਵਾਇਆ, ਤਾਂ ਉਹਦਾ ਸਾਨੂੰ 10 ਸਾਲਾਂ ਬਾਅਦ ਪਤਾ ਲੱਗਣਾ ਹੈ, ਕਿਉਂਕਿ 10 ਮਹੀਨੇ 10 ਦਿਨ ਮੱਝ ਨੇ ਸੂਣ ਤੇ ਲਾਉਣੇ ਆ, ਫਿਰ 3 ਸਾਲ ਉਹਦੀ ਕੱਟੀ ਨੇ ਆਉਣਾ। ਉਹਦੀ ਕੱਟੀ ਦੇ ਬਾਅਦ ਫਰਕ ਨਹੀਂ ਪੈਂਦਾ, ਕੱਟੀ ਦੇ ਅੱਖਾਂ ਦੇ, ਕੱਟੀ ਦੇ ਕੱਦ ਕੱਟਦਾ ਪਸ਼ੂ, ਪਰ ਜਿੱਦਣ ਕੱਟੀ ਉਦੋਂ ਬਾਅਦ 4 ਸਾਲ ਬਾਅਦ ਸੂਗੀ ਜਾਂ 3 ਸਾਲ ਬਾਅਦ ਸੂਗੀ, ਉਦੋਂ ਪਤਾ ਲੱਗਣਾ ਵੀ ਗੱਲ ਉਹ ਉੱਥੇ 7 ਸਾਲ ਜਾਂ 8 ਸਾਲ ਪਹਿਲਾਂ ਹੋ ਗਈ ਸਾਡੇ ਬੰਦੇ ਤੋਂ, ਜਾਂ ਟੀਕਾ ਨਹੀਂ ਬੜਾ ਲੱਗਿਆ, ਫਿਰ ਆਪਾਂ ਬਦਲ ਨਹੀਂ ਸਕਦੇ। ਜੇ 10 ਕਿਲੋ ਜਾਂ 12 ਕਿਲੋ ਵਾਲੀ ਮੱਝ ਦੇ ਸੀਮਨ ਜਿਹੜਾ ਲਵਾਇਆ, ਜਾਂ ਜਿਹੜਾ ਅਸੀਂ AI ਕੀਤੀ, ਜਾਂ ਅਸੀਂ ਝੋਟੇ ਤੋਂ ਨੈਚੁਰਲ ਇਨਸੈਮੀਨੇਸ਼ਨ ਕੀਤੀ, ਜੇ ਉਹ 12 ਕਿਲੋ ਵਾਲੀ ਮੱਝ ਦੇ ਅਸੀਂ ਕੱਟਾ, ਜਿਹੜਾ ਝੋਟਾ ਸਾਡਾ ਜਿਹਦੀ ਮਾਂ ਦਾ ਦੁੱਧ 8 ਕਿਲੋ ਸੀ, ਤਾਂ 10 ਤੇ 18 ਜਿਹੜੀ ਗਾਂ ਵਾਲੀ ਕੱਟੀ ਉਹ 9 ਕਿਲੋ ਦੀ ਰਹੇਗੀ, ਕਿਉਂਕਿ ਅੱਧੇ ਗੁਣ ਪਿਓ ਦੇ, ਅੱਧੇ ਮਾਂ ਦੇ ਆਉਣੇ ਆ। ਇੱਥੇ ਡੇਅਰੀ ਦਾ ਦਾਰਮਦਾਰ ਹੈ ਕਿ ਨਸਲ ਕਿਵੇਂ ਬਣਾਉਣੀ ਹੈ। ਉਹ ਡੇਅਰੀ ਵਰਕਰ ਨੂੰ ਨਸਲ ਦੇ ਉੱਤੇ ਬਹੁਤ ਉਹਦੀ ਲੋੜ ਹੈ। ਸਟਰਾ ਜਿਹਨੂੰ ਆਪਾਂ ਸੀਮਨ ਜਦੋਂ ਆਉਂਦਾ, ਸਟਰਾ ਦੇ ਉੱਤੇ ਬੁੱਲ ਦਾ ਨੰਬਰ ਹੈ, ਬੁੱਲ ਦੇ ਨੰਬਰ ਦਾ ਜਿਹੜਾ ਰਿਕਾਰਡ ਹੈ ਉਹ ਨੇੜੇ ਦੇ ਪਸ਼ੂ ਹਸਪਤਾਲ 'ਚ ਹੈ, ਜਾਂ ਜਿਹੜੀ ਕੰਪਨੀ ਤੋਂ ਲਿਆ। ਕਈ ਵਾਰੀ ਕੋਈ ਕਹਿੰਦਾ ਜੀ ਮੇਰੇ ਕੋਲ ਤਾਂ ਸਾਬਰਮਤੀ ਆਸ਼ਰਮ ਗਊਸ਼ਾਲਾ ਵਾਲਿਆਂ ਦਾ ਸੀਮਨ ਹੈਗਾ ਜੀ, ਅਹਿਮਦਾਬਾਦ ਵਾਲਿਆਂ ਦਾ। ਸਟਰਾ ਸਾਂਭ ਕੇ ਰੱਖਣਾ ਹੈ। ਜਿਵੇਂ ਆਪਾਂ ਉਧਰ ਕਹਿੰਦੇ ਆ ਖੇਤੀਬਾੜੀ ਚ ਵੀ ਅਸੀਂ ਕਹਿਣ ਲੱਗੇ ਨਾ, ਬਿੱਲ ਸਾਂਭ ਕੇ ਰੱਖਿਓ ਕਾਕੇ, ਇੱਕ ਜਿਹੜਾ ਬਾਹਰਲੀ ਪੈਕਿੰਗ ਸਾਂਭ ਕੇ ਰੱਖਿਓ, ਜਦੋਂ ਝੋਨਾ ਦਿਸੂਗਾ ਉਦੋਂ ਹਿਸਾਬ ਲਾਵਾਂਗੇ ਤੁਹਾਡਾ ਕੀ ਹੈਗਾ। ਤਾਂ ਇਸ ਕਰਕੇ ਉਹ ਸਟਰਾ ਸਾਂਭ ਕੇ ਰੱਖਣਾ। ਸਟਰਾ ਤੋਂ ਪਤਾ ਲੱਗੂ ਵੀ ਯਾਰ ਗੜਬੜ ਕਿੱਥੇ ਹੋ ਗਈ। ਉਹਦਾ ਰਿਕਾਰਡ ਹਰ ਚੀਜ਼ ਦਾ ਅੱਗੇ ਨਹੀਂ ਹੁੰਦਾ। ਹੁਣ ਰਿਕਾਰਡ ਆ ਵੀ ਇਹਦੀ ਮਾਂ ਦੁੱਧ ਕਿੰਨਾ, ਜੇ ਉਹ ਜਿਹੜੀ ਮਾਂ, ਜਿਹੜੇ ਕੱਟੇ ਦੀ ਜਾਂ ਝੋਟੇ ਦੀ ਮਾਂ ਦਾ ਦੁੱਧ ਵਿਚਾਰੀ ਦਾ 8-9 ਕਿਲੋ ਰਿਹਾ ਹੋਊਗਾ, ਉਹ ਕੱਟਾ ਕਿੱਥੋਂ ਅੱਗੇ 15 ਕਿਲੋ ਵਾਲਾ ਪੈਦਾ ਕਰ ਦੂਗਾ। ਤਾਂ ਇਸ ਕਰਕੇ ਪਹਿਲਾਂ ਜਿਹੜਾ ਡੇਅਰੀ ਵਰਕਰ ਨੂੰ ਗਾਈਡੈਂਸ ਇਹੀ ਹੈ ਕਿ ਵੀਰੇ AI ਕਰਾਉਣੀ ਹੈ, ਬਰੌਟੀ ਗਰਭਨ ਕਰਾਉਣਾ ਹੈ, ਤੇ ਵਧੀਆ ਸੀਮਨ ਲਵਾਉਣਾ ਹੈ। ਜੇ ਸੀਮਨ ਵਧੀਆ, ਜੇ ਬਾਈ ਚਾਂਸ ਨੈਚੁਰਲ ਇਨਸੈਮੀਨੇਸ਼ਨ ਕਰਾਉਣੀ ਵੀ ਪੈਂਦੀ ਹੈ। ਕਈ ਵਾਰੀ ਸਾਡੇ ਦੋਸਤ ਕਹਿੰਦੇ ਨੇ ਸਰ ਉਹ ਰਹੀ ਨਹੀਂ ਜੀ, ਉਹਦੇ ਵੀ ਅੱਗੇ ਕਾਰਨ ਨੇ, ਜੇ ਟਾਈਮ ਲੱਗਿਆ ਆਪਾਂ ਕੱਢ ਲਾਂਗੇ ਉਧਰ ਵੀ, ਬਟ ਨੈਚੁਰਲ ਸਰਵਿਸ ਕਰਾਉਣੀ ਤਾਂ ਸਾਨੂੰ ਪਤਾ ਹੋਵੇ। ਪਰਖੇ ਹੋਏ ਝੋਟੇ ਦੀ ਮੈਂ ਗੱਲ ਕਰਦਾ, ਤੇ ਪਰਖੇ ਹੋਏ ਝੋਟੇ ਪੰਜਾਬ ਦੇ ਵਿੱਚ 5-4 ਹੀ ਨਸ਼ਾ। ਕਈ ਵਾਰੀ ਇੱਕ ਹੋਰ ਬੜੀ ਪਾਈ ਜਾਂਦੀ ਹੈ ਜੀ, ਇਹ ਜੀ ਰੁਸਤਮ ਜੀ, ਇਹ ਹਰਿਆਣੇ ਦਾ ਜੀ ਝੋਟਾ ਹੈ ਜੀ, ਐਡਾ ਵੱਡਾ ਹੈ ਜੀ। ਜਿਹੜੀ ਦੁੱਧ ਦੀ ਪੈਦਾਵਾਰ ਹੈ ਉਹ ਝੋਟੇ ਦੇ ਕੱਦ ਕਾਠ ਨਾਲ ਸੰਬੰਧ ਨਹੀਂ ਕਰਦੀ। ਕਈ ਵਾਰੀ ਨਾ ਮੇਲਿਆਂ ਚ ਆ ਜਾਂਦੇ ਨੇ, ਉਹ ਕਹਿੰਦੇ ਜੀ ਬੜਾ ਸੋਹਣਾ ਜੀ, ਉਹਦੀ ਗਿੜਾ ਜਿਹਾ ਦਵਾ ਦਿੰਦੇ ਨੇ। ਸਾਡੇ ਵਾਲੇ ਅੱਧੇ ਸੈਲਫੀਆਂ ਲਈ ਜਾਣਗੇ ਉਹਦੇ ਨਾਲ, ਅੱਧੇ ਫੋਟੋ ਖਿਚਾਈ ਜਾਣਗੇ, ਅੱਧੇ ਕਹਿਣਗੇ ਜੀ ਬੱਲੇ ਬੱਲੇ ਪੰਜਾਬ ਝੋਟੇ ਹੀ ਨਹੀਂ। ਉਹਨਾਂ ਦੇ ਰਿਜ਼ਲਟ ਨਹੀਂ ਆਉਂਦੇ ਕਿਉਂਕਿ ਉਹ ਇੱਕ ਤਰ੍ਹਾਂ ਦੇ ਮਸਲ ਨੇ, ਵੱਡੇ ਕੱਦ ਕਾਠ ਦੇ ਵੱਡੇ ਨੇ। ਉਹਨੇ ਕੋਈ ਮਾਂ ਦਾ ਦੁੱਧ ਕੋਈ ਦੱਸੂਗਾ ਆਪਾਂ ਨੂੰ? ਗੱਪ ਭਾਵੇਂ ਮਾਰੀ ਜਾਵੇ ਅਗਲਾ, ਆਪਣੇ ਕੋਲ ਰਿਕਾਰਡ ਥੋੜੀ ਹੈ ਕੋਈ। ਤੋ ਹਰ ਚੀਜ਼ ਨੂੰ ਔਨ ਰਿਕਾਰਡ ਵੇਖਣਾ ਪਊਗਾ। ਡੇਅਰੀ ਵਰਕਰ ਨੂੰ ਸਮਝਾਉਣ ਦਾ ਇਹੀ ਫਾਇਦਾ ਹੈ ਕਿ ਇਹਦਾ ਪਰਖ ਕੇ ਲਾਈ, ਕਿਤੇ ਇਹ ਨਾ ਹੋਵੇ ਵੀ ਤੂੰ 2 ਕਦਮ ਉੱਪਰ ਨੂੰ ਪੌੜੀ ਚੜ੍ਹਦਾ ਸੀ ਤੇ ਪੌੜੀ ਤੇਰੀ ਥੱਲੇ ਨੂੰ ਉਤਰ ਆਈ, ਤੇ ਫੇਰ ਆਪਾਂ ਕਹਿੰਦੇ ਸਰ ਡੇਅਰੀ ਤਾਂ ਫੇਰ ਆ ਜੀ, ਇਹ ਤਾਂ ਬਚਦਾ ਹੀ ਕੱਖ ਨੀ ਗਾ, ਇਹਦੇ ਤਾਂ ਜੀ ਸਾਨੂੰ ਐ ਹੋ ਗਿਆ ਜੀ। ਤੂੰ ਸਾਰਾ ਦਾਰਮਦਾਰ 99% ਮੈਂ ਕਹਿੰਦਾ
ਉਹ ਜਿੱਥੇ ਚਲੋ ਸ਼ੈਡ ਦਾ ਆਪਣਾ ਯੋਗਦਾਨ ਹੈ, ਪਰ ਜਨਰਲ ਮੈਨੇਜਮੈਂਟ ਜਾਂ ਮੈਂ ਇਹ ਜਿਹੜਾ ਰੀਪਰੋਡਕਟਿਵ ਸਿਸਟਮ ਜਿਹੜਾ ਆ ਜਿਹੜਾ ਨਸਲ ਸੁਧਾਰ ਦਾ ਹੈ, ਇੰਪਰੂਵਮੈਂਟ ਆਫ ਬਰੀਡ, ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੀ ਹਾਂ ਵੀ ਇਹਦਾ ਜਿਹੜਾ ਵਾ ਇਹ ਬਹੁਤ ਜ਼ਰੂਰੀ ਹੈ। ਤੋ ਨਸਲ ਦੀ ਜਦੋਂ ਗੱਲ ਕਰਦਾ ਤਾਂ ਉਹ ਤੋਂ ਬਾਅਦ ਇਹ ਜਿਹੜੀ ਨਸਲ ਦਾ ਕਿ ਸਾਨੂੰ ਰਿਕਾਰਡ ਰੱਖਣਾ ਪਊਗਾ। ਹਰ ਚੀਜ਼ ਦਾ ਇੱਕ ਸਿਸਟਮ ਹੈ। ਇੱਕ ਹੇਹ ਚ ਅੱਜ ਐਨੀਮਲ ਆਇਆ ਅੱਜ ਮੰਗਲਵਾਰ ਹੈ ਤਾਂ ਉਹਨੂੰ 12 ਘੰਟਿਆਂ ਤੋਂ 20 ਘੰਟਿਆਂ ਦੇ ਵਿੱਚ ਟੀਕਾ ਲਾਉਣਾ ਹੈ। ਇੱਕ ਡੇਅਰੀ ਵਰਕਰ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਤੁਸੀਂ ਬਾਈ ਚਾਂਸ ਸੈਚਰਡੇ ਸੰਡੇ ਵੀ ਬੋਲਦੀ ਆ ਤਾਂ ਟੀਕਾ ਉਹਨੂੰ ਉਸ ਘੰਟੇ 'ਚ ਲਾਉਣਾ ਹੀ ਆ, ਨਹੀਂ ਤਾਂ ਉਹਦਾ ਹਿਆ ਟੱਪ ਜਾਣਾ ਹੈ। ਤੇ ਹਿਆ ਜੇ ਟੱਪ ਗਿਆ ਤੇ ਫਿਰ 22 ਦਿਨਾਂ ਬਾਅਦ ਦੁਬਾਰਾ ਉਹਨੂੰ ਵੇਟ ਕਰਨੀ ਪਊਗੀ। ਤੇ 22 ਦਿਨਾਂ ਬਾਅਦ ਵੇਟ ਕਰਨ ਦਾ ਮਤਲਬ ਹੈ ਕਿ 150 ਰੁਪਏ ਦਾ ਰੋਜ਼ ਦਾ ਖਰਚਾ, ਬੰਦੇ ਦਾ 3000 ਰੁਪਏ ਦਾ ਖਰਚਾ ਉਹ ਗਿਆ ਤੇ 22 ਦਿਨੋਂ ਲੇਟ ਸੂਗੀ ਬਾਅਦ ਦੇ ਵਿੱਚ 3000 ਜਾਂ 3000 ਦਾ ਜਾਂ 2500 ਦਾ ਖਰਚਾ ਤਾਂ ਹੋ ਗਿਆ ਕਿ ਜਿਹੜਾ ਉਹਨੇ ਖਾਣਾ ਹੀ ਖਾਣਾ, ਲੇਬਰ ਦੀ ਲੱਗਣੀ ਹੈ ਤੇ ਸਾਹਮਣੇ ਸਹੀਆ ਵੀ ਕਰਨਾ ਤੇ ਦੁੱਧ ਵੀ ਰੇਟ ਵਿੱਚ ਪੈਦਾ ਹੋ ਗਿਆ। ਤੇ ਇਹ ਕਰਕੇ 22 ਨੇ ਟੱਪਣਾ। ਹੇਹ ਦੀ ਪਛਾਣ ਸਭ ਤੋਂ ਵੱਡੀ ਗੱਲ ਹੈ। ਜਿੱਥੇ ਸੀਮਨ ਦੀ ਪਛਾਣ ਦੀ ਆਪਾਂ ਗੱਲ ਕਰ ਲਈ, ਉੱਥੇ ਹੇਹ ਦੀ ਪਛਾਣ ਹੈ। ਤੇ ਹੇਹ ਦੀ ਪਛਾਣ ਵਾਸਤੇ ਸਾਨੂੰ ਸਖਤ ਉੱਠਣਾ ਪਊਗਾ। 5 ਵਜੇ ਤੋਂ ਪਹਿਲਾਂ 6 ਵਜੇ ਤੋਂ ਪਹਿਲਾਂ ਉੱਠਦੇ ਨਹੀਂ। ਮੈਂ ਦੇਖਿਆ ਨਹੀਂ ਕੋਈ ਨੌਜਵਾਨ ਪੀੜ੍ਹੀ 9 ਵਜੇ ਤੋਂ ਪਹਿਲਾਂ ਉੱਠਦੀ ਹੋਵੇ। ਜਿਹੜਾ ਡੇਅਰੀ ਕੀਤੇ ਉੱਠਦੇ ਨੇ ਕਿਉਂਕਿ ਉਸ ਵੇਲੇ ਸ਼ਾਂਤ ਟਾਈਮ ਆ ਤੇ ਸ਼ਾਂਤ ਵਾਤਾਵਰਨ ਆਲੇ ਦੁਆਲੇ ਦਾ। 80% ਗਾਵਾਂ ਤੇ ਮੱਝਾਂ ਉਸ ਵੇਲੇ ਹੇਹ ਚ ਆਉਂਦੀਆਂ ਨੇ ਤੇ ਆਪਾਂ 8 ਵਜੇ ਉੱਠ ਕੇ ਕਿੱਥੋਂ ਤਾਰਾ ਲੱਭਦੇ ਤੇ ਤਾਰਾ ਲੱਭਦੇ ਆ। ਇਸ ਕਰਕੇ ਉਦੋਂ ਹੀ ਜਿਹੜੇ ਸਿਆਣੇ ਬਜ਼ੁਰਗ ਨੇ ਪੁਰਾਣੇ, ਜਿਹਨਾਂ ਨੂੰ ਅਸੀਂ ਟਿਕਾ ਦਿੰਦੇ ਕਹਿੰਦੇ ਕਿ ਵੀਰੇ ਤੂੰ ਤੜਕੇ ਉੱਠਦਾ ਨਾ, ਚਾਹ ਬਾਅਦ ਚ ਪੀ ਲਈ, ਪਹਿਲਾਂ ਉਹਦੇ ਪਿੱਛੇ ਦੇਖ ਕੇ ਵੀ ਤਾਰਾ ਤਾਂ ਨਹੀਂ ਕਰਦੀ। ਅਸੀਂ ਉਹਨੂੰ ਇਹ ਕਹਿੰਦੇ ਕਿ ਵੀਰੇ ਤਾਰਾ ਹੀ ਤਾਰਾ ਨੇ ਤੇ ਉਹ ਤਾਰਾ ਲੱਭ ਲੈਂਦਾ ਹੈ। ਤਾਂ ਤਾਂ ਦਾ ਮਤਲਬ ਹੈ ਕਿ ਤਾਰ ਜਦੋਂ ਵਾਈਟ ਰੰਗ ਦੀ, ਲੇਸਲੇ ਰੰਗ ਦੀ, ਪਾਣੀ ਰੰਗੀ ਹੋ ਜਾਂਦੀ ਆ, ਉਦੋਂ ਇਟ ਇਜ਼ ਰਾਈਟ ਟਾਈਮ ਟੂ ਡੂ ਦਾ AI ਔਰ ਨੈਚੁਰਲ ਇਨਸੈਮੀਨੇਸ਼ਨ। ਤੇ ਉਹ ਉੱਥੋਂ 12 ਘੰਟੇ ਸ਼ੁਰੂ ਹੋ ਜਾਂਦੇ ਆ। ਤੋ ਹੇਹਾ ਟਪਾਉਣਾ ਤੇ ਹੇਹ ਦਾ ਇਹ ਕੰਮ ਕਰਨਾ ਬਹੁਤ ਜ਼ਰੂਰੀ ਆ। ਹਾਂ ਕਈ ਵਾਰੀ ਹੇਹ ਵਿੱਚ ਨਹੀਂ ਆਉਂਦਾ, ਉਹ ਕਹਿੰਦੇ ਜੀ ਸਾਨੂੰ ਜੀ ਹਾਂ ਹੇਹਾ ਜਿਹੜਾ ਵਾ ਜਦੋਂ ਅੱਜ ਐਨੀਮਲ ਸੂਪਿਆ 3 ਹੇਹ ਉਹਦੇ ਲਗਾਉਣਾ ਜ਼ਰੂਰੀ ਹੈ, ਜਾਣੀ ਕਿ 66 ਦਿਨ। ਕਈ ਵਾਰੀ ਦੂਜੇ ਤੇ 44 ਦਿਨਾਂ ਬਾਅਦ ਵੀ ਬੋਲ ਪੈਂਦੀ ਹੈ ਨਹੀਂ ਉਸ ਵੇਲੇ ਨਹੀਂ ਲਵਾਉਣਾ, ਉਸ ਵੇਲੇ ਨਹੀਂ ਕਰਾਉਣੀ। 66 ਦਾ ਜਾਣੀ ਕਿ ਉਹਦੀ ਬੱਚੇ ਦਾ ਨਹੀਂ ਰੈਸਟ ਮਿਲ ਜੂਗਾ। ਉਹਦਾ ਜਿਹੜਾ ਪਿਛਲਾ ਕਾਫ ਹੈ, ਬੱਚਾ ਕਾਫ ਹੈ, ਉਹਨੂੰ ਵੀ ਉਹਦੀ ਮਾਂ ਦਾ ਉਹ ਸਾਰਾ ਮਿਲ ਜੂਗਾ। 66 ਦਿਨਾਂ ਤੋਂ ਬਾਅਦ ਆਪਾਂ ਤੀਜੇ ਹੇਹ ਤੇ ਉਹਦਾ ਟੀਕਾ ਲਾਉਣਾ ਹੁੰਦਾ ਕੋਈ ਜੀ ਮਤਲਬ ਜੀ 5 ਮਹੀਨੇ। ਉਹਦੇ ਵਿੱਚ ਫਿਰ ਡਾਕਟਰ ਦੀ ਰਾਏ ਲੈਣੀ ਜ਼ਰੂਰੀ ਹੈ ਕਿਉਂਕਿ ਬੱਚੇਦਾਨੀ ਦੇ ਵਿੱਚ ਕੋਈ ਨਾ ਕੋਈ ਪਿਛਲੀ ਜੇਰ ਜਦੋਂ ਕੱਢੀ ਸੀ ਉਦੋਂ ਕੋਈ ਅੰਸ਼ ਰਹਿ ਗਿਆ, ਜਾਂ ਉਹਨੂੰ ਮਿਨਰਲ ਡੈਫੀਸ਼ੀਐਂਸੀ ਆ ਗਈ, ਤੇ ਜਾਂ ਜਿਹੜਾ ਸਾਡਾ ਸੀਮਨ ਹੈ ਉਹ ਡੈਡ ਸਟਰਾਈ ਲਾਈ ਜਾਂਦਾ ਬੰਦਾ ਆਪਣੇ ਪਤਾ ਲੱਗਿਆ। ਉਹ ਵਰਕਰ ਜਿਹੜਾ ਉਹ ਐਂਟਰਪ੍ਰੇਨਿਓਰ ਜਾਂ ਉਹ ਜਿਹੜਾ ਮੈਨੇਜਰ ਆਪਾਂ ਬਣਾਉਣ ਲੱਗੇ ਆ, ਉਹਨੂੰ ਸੀਮਨ ਦੇ ਨਾਲ ਸੀਮਨ ਦੀ ਕੁਆਲਿਟੀ ਜਾਂ ਸੀਮਨ ਵੇਲੇ ਜਦੋਂ AI ਕਰਦਾ ਬੰਦਾ, ਉਹ ਕਾਹ ਚ ਲੈ ਕੇ ਆਇਆ, ਕੀ ਉਹ ਥਰਮੋਸ ਬੋਤਲ ਚ ਲੈ ਕੇ ਆਇਆ, ਜਾਂ ਕੀ ਉਹ ਲਿਕੁਇਡ ਨਾਈਟ੍ਰੋਜਨ ਚ ਲੈ ਕੇ ਆਇਆ, ਜਾਂ ਕੀ ਉਹ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਇਆ। ਲਿਕੁਇਡ ਨਾਈਟ੍ਰੋਜਨ ਦੇ ਵਿੱਚ ਹੀ ਆਇਆ ਸਟਰਾ ਜਿਹੜਾ ਵਾ ਉਹ ਕੰਸੀਵ ਕਰ ਪਾਊਗਾ। ਥਰਮੋਸ ਬੋਤਲ ਵਾਲੇ ਦੀ ਇੰਨੀ ਗਰੰਟੀ ਨਹੀਂ, ਤੇ ਕਈ ਤਾਂ ਲੋਕ ਜੇਬਾਂ ਇਸ ਗੱਲ ਦਾ ਵੀ ਆਪਾਂ ਨੂੰ ਡੇਅਰੀ ਉਦਮੀ ਨੂੰ ਖਿਆਲ ਕਰਨਾ ਪਊਗਾ ਕਿ ਵੀਰੇ ਤੂੰ ਜਿਹੜਾ ਇਹ ਚੀਜ਼ ਦਾ ਉਸ ਵੇਲੇ ਕੋਲੇ ਹੋਣਾ ਚਾਹੀਦਾ। ਜੇ ਬਜਾਈ ਆਪਾਂ ਨਰਮੇ ਦੀ ਕਰਦੇ, ਕਣਕ ਦੀ ਕਰਦੇ ਤੇ ਬੀਜਣ ਵੇਲੇ ਕੋਈ ਹੋਰ ਬੀਜ ਗਿਆ ਤਾਂ ਆਪਾਂ ਨੂੰ ਪਤਾ ਕੀ ਰੱਖ ਕਰ ਗਿਆ, ਅਗਲਾ ਕਿੰਨਾ ਕੁ ਕਿੰਨਾ ਪਾ ਗਿਆ। ਇਸ ਕਰਕੇ ਇਹ ਜਿਹੜਾ ਹੇਹਾ ਸਿਸਟਮ ਜਿਹੜਾ ਵਾ ਇਹਨੂੰ ਸਮਝਣ ਦੀ ਲੋੜ ਆ। ਉਹ ਤੋਂ ਬਾਅਦ ਆ ਜਾਂਦਾ ਕਿ ਜਿਹੜਾ ਸਭ ਤੋਂ ਵੱਡੀ ਪ੍ਰੀਵੈਂਟਿਵ ਕੇਅਰ। ਮੈਂ ਕਲੀਨਿਕਲ ਕੇਅਰ ਜਾਂ ਉਹ ਜਿਹੜੀਆਂ ਬਿਮਾਰੀਆਂ ਉਹਨੂੰ ਬਹੁਤਾ ਨਹੀਂ ਟੱਚ ਕਰੂੰਗਾ। ਮੈਂ ਤਾਂ ਇਸ ਗੱਲ ਦੇ ਹਾਮੀ ਹਾਂ ਕਿ ਜੇ ਡੇਅਰੀ ਵਰਕਰ ਨੂੰ ਆਪਾਂ ਟ੍ਰੇਨਿੰਗ ਦੇਣੀ ਹੈ ਤੇ ਡੇਅਰੀ ਵਰਕਰ ਨੂੰ ਜੇ ਆਪਾਂ ਇਹ ਦੱਸ ਦਈਏ ਕਿ ਉਹ ਪਸ਼ੂ ਦੀ ਅੱਖ ਚ ਪਾ ਕੇ ਅੱਖ, ਜਾਂ ਉਹਦਾ ਗੋਹਾ ਵੇਖ ਕੇ ਤੇ ਜਾਂ ਪਸ਼ੂ ਦਾ ਪਿਸ਼ਾਬ ਵੇਖ ਕੇ ਦੱਸ ਦੇ ਯਾਰ ਬਿਮਾਰੀ ਕੀ ਹੈ। ਤਾਂ ਆਪਾਂ ਕੁਛ ਉਹ ਗੱਲਾਂ ਕਰ ਲਈਏ ਕਿ ਤੰਦਰੁਸਤ ਪਸ਼ੂ ਤੇ ਬਿਮਾਰ ਪਸ਼ੂ ਦਾ ਫਰਕ ਕੀ ਹੈ। ਸਭ ਤੋਂ ਪਹਿਲਾਂ ਜਿਹੜਾ ਪਸ਼ੂ ਹੈ ਤਾਂ ਨਹੀਂ ਮੈਂ ਕਹਿੰਦਾ, ਪਰ ਮੋਸਟ ਆਫ ਟਾਈਮ ਉਹ ਅਗਾਲੀ ਕਰਦਾ ਹੋਊਗਾ।
ਰੂਮੀਨੇਸ਼ਨ ਕਹਿ ਦਿੰਦੇ ਆ। ਮੇਦਾ 4 ਮੇਦੇ ਨੇ ਇਹਦੇ, 4 ਮੇਦੇ ਚ ਇੱਕ ਪਸ਼ੂ ਜਦੋਂ ਖਾਂਦਾ ਹੈ, ਪਹਿਲਾ ਮੇਦਾ ਜਿਹੜਾ ਇਹਨੂੰ ਆਪਾਂ ਰੂਮਨ ਕਹਿੰਦੇ ਆ, ਉਹਦੇ ਸਟੋਰ ਕਰ ਲੈਂਦਾ ਹੈ। ਸਾਡੇ ਤਾਂ ਇੱਕੋ ਹੀ ਮੇਦਾ ਉੱਪਰੋਂ ਲੈ ਕੇ ਥੱਲੇ ਤੱਕ ਕੋਈ ਭੋਜਨ ਵਾਲੀ ਆਂਤ, ਛੋਟੀ ਆਂਤ, ਵੱਡੀ ਆਂਤ ਹੀ ਨੇ। ਤਾਂ ਉੱਥੇ ਕੀ ਹੈ ਕਿ ਉਹ ਮੇਦੇ ਜਮਾ ਕਰ ਲੈਂਦਾ, ਮੇਦੇ ਤੋਂ ਬਾਅਦ ਚ ਉਹ ਗਾਲੀ ਕਰਦਾ, ਹੌਲੀ ਹੌਲੀ ਬਾਹਰ ਕੱਢ ਕੇ ਦੇਖਿਆ ਹੋਊਗਾ ਤੁਸੀਂ, ਫਿਰ ਉਹਨੂੰ ਚਬਾਉਂਦਾ, ਚਬਾ ਕੇ ਦੁਬਾਰਾ ਜਿਸਮ ਚ ਜਾਂਦਾ, ਦੂਜੇ ਮੇਦੇ ਜਾਂਦਾ, ਫਿਰ ਤੀਜੇ ਤੇ ਫਿਰ ਚੌਥੇ ਜਾਂਦਾ ਅਸਲੀ ਰੂਮਨ ਦੇ ਵਿੱਚ। ਤਾਂ ਉਗਾਲੀ ਕਰਨਾ ਬਹੁਤ ਜ਼ਰੂਰੀ ਹੈ। ਦੂਜਾ ਜਿਹੜੀ ਮੈਂ ਗੱਲ ਕਰਦਾ ਸੀ ਪਹਿਲਾਂ ਕਿ ਤਾਂ ਕਿ ਉੱਠ ਕੇ ਤੂੰ ਵੇਖਣਾ, ਅੱਖਾਂ ਚ ਅੱਖਾਂ ਪਾਉਣੀਆਂ ਨੇ ਤਾਂ ਪਸ਼ੂ ਠੀਕ ਹੈ, ਅੱਖਾਂ ਝਮਕਦਾ ਪਸ਼ੂ ਠੀਕ ਹੈ। ਜੇ ਅੱਖਾਂ ਨੀਵੀਆਂ ਕਰੀ ਖੜਾ ਹੈ, ਤੁਹਾਡੇ ਵੱਲ ਪਸ਼ੂ ਨੇ ਨਹੀਂ ਵੇਖਿਆ, ਤਾਂ ਫਿਰ ਸਮਝ ਲਓ ਕਿ ਪਸ਼ੂ ਢਿੱਲਾ ਹੈ। ਜੇ ਪਸ਼ੂ ਮਾਲਕ ਵੱਲ ਵੇਖ ਕੇ ਉਧਰ ਮੂੰਹ ਨਹੀਂ ਕਰਦਾ ਤਾਂ ਪਸ਼ੂ ਢਿੱਲਾ ਹੈ। ਮਾਲਕ ਨੇ ਉਹਦੀ ਅੱਖ ਨਹੀਂ ਪਛਾਣੀ, ਮਾਲਕ ਨੇ ਉਹਨੂੰ ਇਗਨੋਰ ਕੀਤਾ ਹੋਇਆ ਹੈ। ਇਹ ਕਰਕੇ ਪਸ਼ੂ ਦਾ ਪ੍ਰੇਮ ਤੇ ਪਸ਼ੂ ਦਾ ਪਿਆਰ ਪਹਿਲੀ ਗੱਲ ਹੈ ਉੱਠਦਿਆਂ ਸਾਰ ਆ ਜਾਂਦੀ ਹੈ। ਕਿ ਮੈਂ ਗੱਲ ਕਰ ਲਈ ਅੱਖਾਂ ਤੋਂ ਬਾਅਦ ਕੰਨ। ਜੇ ਕੰਨ ਸਿੱਟੀ ਖੜਾ ਹੈ, ਦੋਨੇ ਪਾਸੇ ਦੇ ਕੰਨ ਥੱਲੇ ਨੂੰ ਕਰੀ ਖੜਾ ਹੈ, ਤੇ ਕੰਨ ਝਮਕਦਾ ਹੀ ਨਹੀਂ, ਅੱਖਾਂ ਵੀ ਝਮਕਣਾ ਜ਼ਰੂਰੀ ਹੈ, ਕੰਨ ਵੀ ਝਮਕਣਾ ਜ਼ਰੂਰੀ ਹੈ। ਉਹ ਵੀ ਪਸ਼ੂ ਜੇ ਝਮਕਦਾ ਨਹੀਂਗਾ ਤੇ ਕੰਨ ਢਿੱਲੇ ਕਰੀ ਖੜਾ ਹੈ, ਉਹ ਹੈਗਾ ਕੰਨ ਗਰਮ ਨੇ ਤਾਂ ਬੁਖਾਰ ਹੈ। ਚਮੜੀ, ਮੈਨੂੰ ਬਹੁਤ ਘੱਟ ਪਸ਼ੂ ਮਿਲੇ ਜਿਹਦੀ ਚਮੜੀ ਹੈ ਦੂਰੋਂ ਭਾ ਮਾਰਦੀ ਵੇ ਕਾਲੀ। ਜੇ ਮੱਝ ਦੀ ਗੱਲ ਕਰਾਂ ਤੇ ਵਿਲਾਇਤੀ ਕਹਿੰਦਾ ਜਿਹੜਾ ਰੰਗ ਆ, ਚਾਹੇ ਉਹ ਡੱਬ ਖੜੱਬੀ ਹੈ ਤਾਂ ਚਿੱਟਾ ਚਿੱਟੇ ਚ ਨਜ਼ਰ ਆਉਂਦਾ ਹੋਵੇ, ਮਰੂਨ ਜਾਂ ਮਰੂਨ ਚ ਨਜ਼ਰ ਆਉਂਦਾ ਹੋਵੇ, ਤੇ ਜੇ ਸਾਹੀਵਾਲ ਆ ਤਾਂ ਬਰਾਊਨ ਆ ਤਾਂ ਬਰਾਊਨ ਚ ਨਜ਼ਰ ਆਉਂਦਾ ਹੋਵੇ। ਜੇ ਚਮੜੀ ਦੇ ਡੱਬ ਖੜੱਬੇ ਚ ਪੈ ਗਏ ਕੋਈ ਮਤਲਬ ਚਲੋ ਤਲੇਰੀਆ ਜਾਂ ਦੂਜੇ ਰੋਗਾਂ ਦੀ ਮੈਂ ਗੱਲ ਨਹੀਂ ਕਰੂੰਗਾ ਜੇ, ਪਰ ਚਮੜੀ ਵੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ। ਤੇ ਜੇ ਚਮੜੀ ਜਿਹੜੀ ਆ ਉਹਦੀ ਖੁਸ਼ਕ ਹੈ, ਵਾਲ ਉਹਦੇ ਟੁੱਟੀ ਜਾਂਦੇ ਨੇ, ਤਾਂ ਸਮਝ ਲਓ ਇਹ ਬਹੁਤ ਵੱਡੀ ਬਿਮਾਰੀ ਚ ਹੈ। ਰੀੜ ਦੀ ਹੱਡੀ, ਪਸ਼ੂ ਦੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਚਾਹੀਦੀ ਹੈ ਕਿ ਪਸ਼ੂ ਅੱਗੋਂ ਉੱਚੇ ਬਚਾਉ ਨੀਵੇਂ ਜੇ ਜੂਟਨ ਜੀ ਬਣਾਈ ਆ, ਤੇ ਉਹ ਸਮਝ ਲਓ ਕਿ ਉਹਦਾ ਮਾਮਲਾ ਗੜਬੜ ਹੈ। ਉਹ ਪਸ਼ੂ ਵੀ ਕਿਸੇ ਬਹੁਤ ਵੱਡੀ ਔਰ ਦੇ ਵਿੱਚੋਂ ਲੰਘ ਕੇ ਆਇਆ ਤੁਹਾਡੇ ਕੋਲੇ, ਤੇ ਉਹ ਤੁਹਾਡਾ ਪਸ਼ੂ ਠੀਕ ਨਹੀਂ ਹੈਗਾ। ਜਾਂ ਪਸ਼ੂ ਨੂੰ ਵੇਚ ਦਿਓ, ਤੇ ਜਾਂ ਪਸ਼ੂ ਨੂੰ ਜੇ ਰੱਖਣਾ ਤਾਂ ਫਿਰ ਉਹਨੂੰ ਉਸ ਹਿਸਾਬ ਨਾਲ ਰੱਖਿਓ ਕਿ ਉਹ ਬਹੁਤਾ ਦੁੱਧ ਦੇਣ ਵਾਲਾ ਨਹੀਂ ਹੋਊਗਾ। ਤੁਹਾਡਾ ਆਪਣਾ ਘਰ ਦਾ ਰੱਖਣਾ ਤਾਂ ਰੱਖ ਸਕਦੇ ਆ। ਨਾਸਾਂ, ਪਸ਼ੂ ਦੀ ਜਿਹੜੀ ਨਾਸ ਹੈ ਹਮੇਸ਼ਾ ਗਿੱਲੀ ਚਾਹੀਦੀ ਹੈ, ਉਹਦੇ ਥੋੜੇ ਥੋੜੇ ਤੁੱਕੇ ਪਾਣੀ ਦੇ ਲੱਗਣੇ ਚਾਹੀਦੇ। ਖੁਸ਼ਕ ਨਾਸ ਜਿਹੜੀ ਆ ਉਹ ਸਮਝ ਲਓ ਕਿ ਪਸ਼ੂ ਬਿਮਾਰ ਹੈ। ਪਿਸ਼ਾਬ, ਪਸ਼ੂ ਦਾ ਪਿਸ਼ਾਬ ਬਿਲਕੁਲ ਜੇ ਤਾਂਬੇ ਰੰਗਾ ਹੋ ਗਿਆ ਜਾਂ ਉਹ ਬਦਰੰਗਾ ਹੋ ਗਿਆ, ਸਮਝ ਲਓ ਵੀ ਉਹਦੇ ਕੋਲ ਜਾਂ ਤਾਂ ਯੂਰਿਕ ਐਸਿਡ ਵਧਿਆ ਹੋਇਆ, ਜਾਂ ਉਹਦਾ ਸਮਝ ਲਓ ਵੀ ਕੋਈ ਨਾ ਕੋਈ ਬੁਖਾਰ ਅੰਦਰ ਜਾਂ ਕੋਈ ਇਹ ਚੀਜ਼ ਹੈਗੀ ਆ। ਤੇ ਪਸ਼ੂ ਦਾ ਪਿਸ਼ਾਬ ਤੇ ਗੋਹਾ ਤਾਂ ਸਾਨੂੰ ਪਤਾ ਹੀ ਹੈ, ਉਹ ਕਾਠਾ ਹੋਵੇ, ਉਹ ਜੇ ਜ਼ਿਆਦਾ ਲੇਸ ਵਾਲਾ ਮੋਕ ਮਾਰਦਾ ਤਾਂ ਵੀ ਪੰਗਾ, ਤੇ ਜ਼ਿਆਦਾ ਕਰੜਾ ਤਾਂ ਵੀ ਪੰਗਾ। ਇਸ ਕਰਕੇ ਆਪਾਂ ਨੂੰ ਇਹ ਦੋਨਾਂ ਹੀ ਚੀਜ਼ਾਂ ਤੋਂ ਬਚਾਅ ਰੱਖ ਕੇ ਪਸ਼ੂ ਦੀ ਤੰਦਰੁਸਤ ਤੋਂ ਨਿਪਦਾਈ ਵਰਨ ਦੀ ਵੱਢ ਤੁਸੀਂ ਸਾਰੇ ਪਹਿਲਾਂ ਵੀ ਕਹਿੰਦੇ ਰਹਿੰਦੇ ਹੋ, ਉਹਨੂੰ ਜੇ ਪਹਿਲਾਂ ਹੀ ਫੜ ਲਓਗੇ ਤਾਂ ਪਹਿਲਾਂ ਹੀ ਦੱਬ ਲਓਗੇ ਤਾਂ ਡੇਅਰੀ ਵਰਕਰ ਵੀ ਸੌਖਾ, ਤੇ ਡੇਅਰੀ ਦਾ ਮਾਲਕ ਦਾ ਵਰਕਰ ਦਾ ਉਹਦਾ ਜਿਹੜਾ ਮੈਨੇਜਰ ਉਹ ਵੀ ਸੌਖਾ। ਇਸ ਕਰਕੇ ਜਦੋਂ ਔਰ ਆ ਜਾਂਦੀ ਹੈ, ਦੇਖੋ ਬਿਮਾਰੀ ਕੁਦਰਤੀ ਆਵੇ ਨਾ ਕਿਸੇ ਨੂੰ, ਜਦੋਂ ਔਰ ਆ ਜਾਂਦੀ ਹੈ, ਬਿਮਾਰੀ ਆ ਜਾਂਦੀ ਹੈ, ਆਪਾਂ ਦੱਸ ਸਕਦੇ ਹਾਂ ਸਰ ਮੇਰੇ ਵੱਖੀ ਜਦੋਂ ਦਰਦ ਜੀ, ਮੇਰੇ ਜਦੋਂ ਭਾਰਾਪਣ ਜਿਹਾ ਨਜ਼ਰ ਆਉਂਦਾ ਜੀ, ਜਾਂ ਮੇਰੇ ਅੱਖਾਂ ਚ ਲਿਆਉਂਦੀ ਆ ਜੀ। ਪਸ਼ੂ ਨੂੰ ਦੱਸਣਾ ਨਹੀਂ ਆਪਾਂ ਨੂੰ, ਮੀਟਰ ਲੱਗਿਆ ਵੀ ਉਹ ਰੈੱਡ ਤੇ ਆ ਜੂਗੀ ਸੂਈ ਜੀ, ਪਤਾ ਲੱਗ ਜੂਗਾ ਇਹਨੂੰ ਡਾਕਟਰ ਬਣ ਜਾਊ। ਤੇ ਇਹ ਉਦੋਂ ਹੀ ਦੱਸਦਾ ਜਦੋਂ ਕਹਾਣੀ ਵਿਗੜ ਚੁੱਕੀ ਹੁੰਦੀ ਹੈ, ਤੇ ਫਿਰ ਦੇ ਐਂਟੀਬਾਇਓਟਿਕ ਦੇ ਬਿਮਾਰੀ ਤੇ ਹੋਰ 5-5 4-4 ਟੀਕੇ ਠੋਕੀ ਤਰ੍ਹਾਂ ਆ। ਫਿਰ ਆਪਾਂ ਕਹਿੰਦੇ ਦੁੱਧ ਦੀ ਕੁਆਲਿਟੀ ਹੈ ਬਚੂਗੀ। ਤੇ ਉਹ ਜਿਹੜੇ ਇਹ ਜਿਹੇ ਟੀਕੇ ਜਾਂ ਇਹੋ ਜਿਹੇ ਲਾਉਣ ਦੇ ਨਾਲ ਠੀਕ ਹੈ ਪਸ਼ੂ ਠੀਕ ਹੋ ਜਾਂਦਾ, ਬਟ ਉਹਦੇ ਮੀਟ ਦਾ, ਉਹਦੇ ਮਿਲਕ ਦਾ, ਉਹਦਾ ਜਿਹੜਾ ਸਾਰਾ ਸਿਸਟਮ ਉਹ ਅਪਸੈਟ ਹੋ ਜਾਂਦਾ ਹੈ। ਤੋ ਇਹ ਤੰਦਰੁਸਤ ਬਿਮਾਰ ਪਸ਼ੂ ਦੀ ਗੱਲ ਆ ਗਈ। ਉਹ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਆ ਉਹ ਆ ਜਾਂਦੀ ਹੈ ਰਾਸ਼ਨ ਦੀ, ਫੀਡ ਪਾਊਡਰ ਦੋਨੇ ਕਵਰ ਕਰ ਲਈਏ ਆਪਾਂ ਇੱਥੇ, ਕਿਉਂਕਿ ਫੀਡ ਠੀਕ ਹੈ ਇੰਪੋਰਟੈਂਟ ਹੈ, ਬਟ ਫੀਡ ਹਮੇਸ਼ਾ ਜਿਹੜਾ ਕੋਈ ਹਾਈ ਜੀਲਡ ਹੈ, ਹਰਾ ਚਾਰਾ ਹੈ 40 ਕਿਲੋ 35-40 ਕਿਲੋ ਹਰਾ ਚਾਰਾ ਹੈ, ਤਾਂ ਫੀਡ ਦੀ ਲੋੜ ਘੱਟ ਹੈ। ਜੇ ਫੀਡ ਤੁਹਾਡੇ ਕੋਲ ਹਰਾ ਚਾਰਾ ਨਹੀਂ, ਫਿਰ ਨਰੋਲ ਫੀਡ ਤੇ ਫਿਰ ਤੁਹਾਡੀ ਕਾਸਟ ਬਹੁਤ ਇਨਵੋਲਵ ਹੋ ਜਾਂਦੀ ਹੈ। ਚੰਗੀ ਖੁਰਾਕ 25-26 ਕਿਲੋ ਦੀ ਪੈਂਦੀ ਹੈ, ਚੰਗਾ ਪੱਠਾ ਜਿਹੜਾ 1.5 ਰੁਪਏ ਕਿਲੋ ਪੈਂਦਾ ਹੈ।
ਪੱਠੇ ਹੁਣ ਸਾਡੇ ਕੋਲੇ ਕੀ ਹੈ, ਪੱਠੇ ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਪੱਠੇ ਹਮੇਸ਼ਾ ਕੋਸ਼ਿਸ਼ ਕਰੀਏ ਕਿ 2 ਪੱਠੇ ਨੇ ਸਾਡੇ ਕੋਲ, ਇੱਕ ਫਲੀਦਾਰ ਨੇ, ਬਰਸੀਮ, ਲੋਬੀਆ, ਰਵਾਂ, ਸਰੋਂ, ਗੋਭੀ ਸਰੋਂ ਵੀ ਕਈ ਵਾਰੀ ਆਪਾਂ ਪਾ ਦਿੰਦੇ ਆ, ਤੇ ਇਸ ਤਰੀਕੇ ਨਾਲ ਇਹ ਫਲੀਦਾਰ ਨੇ। ਤੇ ਉਧਰ ਜਿਹੜਾ ਗੈਰ ਫਲੀਦਾਰ ਨੇ, ਮੱਕੀ ਹੈ, ਚਰੀ ਹੈ, ਬਾਜਰਾ ਹੈ, ਜਵੀ ਹੈ, ਜੌਂ ਹੈ, ਇਹ ਗੈਰ ਫਲੀਦਾਰ ਨੇ। ਤਾਂ ਫਲੀਦਾਰ ਤੇ ਗੈਰ ਫਲੀਦਾਰ ਦੇ ਦੋਵਾਂ ਦੇ ਆਪਣੇ ਆਪਣੇ ਨੇ। ਜਿਵੇਂ ਤੁਹਾਡੀ ਦਾਲ ਹੈ, ਇਹ ਫਲੀਦਾਰ ਵਰਗ ਚ ਆਉਂਦੀ ਹੈ, ਤੇ ਜਿਹੜੀ ਗੈਰ ਫਲੀਦਾਰ ਹੈ ਉਹ ਜਿਵੇਂ ਰੋਟੀ ਆ ਉਹ ਆਉਂਦੀ ਹੈ। ਜੇ ਇਕੱਲੀ ਰੋਟੀ ਤੁਸੀਂ 6 ਮਹੀਨੇ ਰੋਟੀ ਖਾਈ ਜਾਓ ਤੇ 6 ਮਹੀਨੇ ਦਾਲ ਖਾਈ ਜਾਓਗੇ, ਗੱਲ ਬਣਨੀ ਨਹੀਂ ਆਪਣੀ। ਇਸ ਕਰਕੇ ਫਲੀਦਾਰ ਤੇ ਗੈਰ ਫਲੀਦਾਰ ਰਲਾ ਕੇ ਬੀਜਣੇ ਆ। ਜਦੋਂ ਆਪਾਂ ਬਰਸੀਮ ਦੇ ਵਿੱਚ, ਜਦੋਂ ਆਪਾਂ ਬਰਸੀਮ ਬੀਜਾਂਗੇ ਜਾਂ ਬੀਜਣੀ ਹੈ, ਆਪਾਂ ਕੁਝ ਤਿਆਰੀਆਂ ਹੀ ਨੇ ਆਪਣੇ ਲੋਕਾਂ ਦੀਆਂ, ਬਟ ਉਹਦੇ ਵਿੱਚ ਥੋੜਾ ਜਿਹਾ ਆਪਾਂ ਸਰੋਂ, ਚਲੋ ਪਹਿਲਾਂ ਲੋਕ ਇੱਦਾਂ ਆ ਜਾਂਦਾ ਸਰੋਂ ਪਾ ਲਓ, ਪਰ ਨਾਲ ਦੀ ਨਾਲ ਜੇ ਆਪਾਂ ਜਵੀ ਪਾ ਦਈਏ ਤਾਂ ਉਹਦੇ ਨਾਲ ਆ ਜਾਂਦੀ ਹੈ। ਤੇ ਨਾਲ ਜੇ ਆਪਾਂ ਨਾ ਵੀ ਬੀਜਾਂਗੇ ਪਾਵਾਂਗੇ ਤਾਂ ਸਰੋਂ ਤੇ ਬਰਸੀਮ ਰਲਾ ਕੇ ਕੁਤਰਨ ਦੇ ਨਾਲ ਉਹ ਫਲੀਦਾਰ ਤੇ ਸਰੋਂ ਤੇ ਜਵੀ ਰਲਾ ਕੇ ਕੁਤਰਨ ਦੇ ਨਾਲ ਉਹ ਫਲੀਦਾਰ ਤੇ ਗੈਰ ਫਲੀਦਾਰ ਚਾਰੇ ਬਣ ਜਾਂਦੇ ਆ। ਰਵਾਂ, ਲੋਬੀਆ, ਇਹ ਉਧਰਲੇ ਪਾਸੇ ਜੇ ਆਪਾਂ ਪਹਿਲਾਂ ਲੋਬੀਏ ਦਾ ਛੱਟਾ ਦੇ ਦਿੰਦੇ ਸੀ ਜਦੋਂ ਚਰੀ ਬੀਜਦੇ ਸੀ, ਫਿਰ ਉਹ ਵੱਢਣੀ ਔਖੀ ਹੋ ਗਈ, ਮੁੰਡਿਆਂ ਨੂੰ ਥੋੜਾ ਜਿਹਾ ਪੰਗਾ ਪੈ ਗਿਆ, ਪਰ ਉਹਦੇ ਨਾਲ ਵੀ ਆਪਾਂ ਰਲਾ ਕੇ ਬੀਜ ਸਕਦੇ ਹਾਂ। ਇਸ ਤਰੀਕੇ ਨਾਲ ਜਿਹੜਾ ਸਿੰਜੀ ਆ ਇਹ ਵੀ ਚੰਗਾ ਵਧੀਆ ਚਾਰਾ ਹੈ। ਬਟ ਇਹ ਚਾਰੇ ਕਿਉਂਕਿ ਸ਼ਮਾਸੀ ਨੇ, ਇਹਨਾਂ ਦੇ ਏਰੀਏ ਵੱਖਰੇ ਵੱਖਰੇ ਨੇ, ਪਰ ਕੋਸ਼ਿਸ਼ ਆਪਾਂ ਨੂੰ ਇਹ ਹੋਣੀ ਹੈ ਕਿ ਆਪਾਂ ਇਹਨਾਂ ਨੂੰ ਜੇ ਕੁਤਰਨਾ ਹੈ ਤੇ ਪਾਉਣਾ ਹੈ ਤਾਂ ਰਲਾ ਕੇ ਪਾਈਏ। ਦੂਜੀ ਗੱਲ ਆ ਜਾਂਦੀ ਹੈ ਕਿ ਜਿਹੜਾ ਪਾਊਡਰ ਹੈ, ਪਾਊਡਰ ਦੀ ਅਵੇਲੇਬਿਲਿਟੀ, ਸਾਰਾ ਸਾਲ ਅਵੇਲੇਬਿਲਿਟੀ ਉਹ ਨਹੀਂ ਕਰ ਪਾਉਂਦੇ ਆਪਾਂ ਕਈ ਵਾਰੀ। ਤਾਂ ਇਹੀ ਵਰਕਰ ਦਾ ਤੇ ਇਹੀ ਮੈਨੇਜਰ ਦਾ ਸਿਸਟਮ ਹੈ ਕਿ ਜਿਹੜੀ ਹੁਣ ਮੰਨ ਲਓ ਬਰਸੀਮ ਬੀਜਾਂਗੇ, ਠੀਕ ਹੈ, ਫਰਵਰੀ ਮਾਰਚ ਤੱਕ ਚੱਲੂਗੀ, ਉਸ ਵੇਲੇ ਨਾਲ ਦੀ ਨਾਲ ਜਦੋਂ ਆਲੂ ਵਾਲਾ ਵੱਢ ਆ ਗਿਆ, ਸਾਨੂੰ ਮੱਕੀ ਬੀਜਣੀ ਚਾਹੀਦੀ ਹੈ ਜਿੱਥੇ ਆਲੂ ਹੋ ਗਏ। ਜਿੱਥੇ ਗੇਤੀ ਜਾਂ ਕਣਕ ਵੀ ਵਾਹਣ ਸੱਤੀ ਹੁੰਦਾ ਤਾਂ ਨਾਲ ਦੀ ਨਾਲ ਹੀ ਆਪਾਂ ਨੂੰ ਉੱਥੇ ਚਰੀ ਜਾਂ ਬਾਜਰਾ ਜਾਂ ਮੱਕੀ ਉਹ ਕਰਨੀ ਚਾਹੀਦੀ, ਤੱਕ ਸਾਰਾ ਸਾਲ ਹਰਾ ਚਾਰਾ ਆਪਣੇ ਕੋਲੇ ਰਹੇ। ਹੁਣ ਹਰਾ ਚਾਰਾ ਜੇ ਸਾਰਾ ਸਾਲ ਨਹੀਂ ਰਹਿ ਸਕਦਾ, ਪਰ ਆਪਾਂ ਦੇ ਸਕਦੇ ਹਾਂ, ਕਿਉਂਕਿ ਸਾਨੂੰ ਉਸ ਸਿਸਟਮ ਚੋਂ ਬਾਹਰ ਆਉਣਾ ਪਊਗਾ। ਸਿਸਟਮ ਕੀ ਹੈ? ਸਿਸਟਮ ਬੜਾ ਕਮਲਾ ਜਿਹਾ ਸਿਸਟਮ ਹੈ। ਇੱਕ ਬਲਦ ਵਾਲੀ ਰੇਹੜੀ ਹੈ ਜੀ, ਹਰੇਕ ਕੋਲੇ 5-5 7-7 ਮੱਝਾਂ ਨੇ ਜੀ, ਉਹ ਸ਼ਾਮੀ 4 ਵਜੇ ਜਾਂਦੇ ਆ ਜੀ ਤੇ 2-4 ਭਰੀਆਂ ਵੱਢ ਲਿਆਉਂਦੇ ਆ ਜੀ, ਤੇ ਉਹ ਪਾ ਕੇ ਕੁਤਰ ਕੇ ਸ਼ਾਮ ਨੂੰ ਭਾਰਾ ਕੱਢ ਲੈਂਦੇ। ਇਹ ਬਦਲਣਾ ਪੈਣਾ। ਮੁਲਕ ਦੁਨੀਆ ਦੇ ਨਾ ਤਾਂ ਜਰਮਨ ਦੇਖਿਆ, ਨਾ ਮੈਂ ਇਜ਼ਰਾਈਲ ਦੇਖਿਆ, ਨਾ ਮੈਂ ਉਹ ਪਰਲੇ ਦੇਖੇ ਆ ਸਵੀਡਨ ਸੂਡਨ ਵੀ ਰੋਜ਼ ਕੋ ਪੱਠੇ ਵੱਢ ਕੇ ਲਿਆਉਂਦਾ ਹੋਵੇ। ਉਹਨਾਂ ਨੇ ਬੰਕਰ ਬਣਾਏ ਹੋਏ ਆ, ਸਾਈਲੇਜ ਪਾਉਂਦੇ ਆ, ਹੇ ਬਣਾਉਂਦੇ ਆ, ਭੋਗ ਬਣਾਉਂਦੇ ਆ, ਤੇ ਉੱਥੋਂ ਉਹੀ ਦੇ ਨਾਲ ਜਾਂ ਸਿਸਟਮ ਨਾਲ ਕੱਢ ਕੇ ਕੁੱਲੀ ਚ ਪਾ ਦਿੰਦੇ। ਤੋ ਪ੍ਰਜਰਵੇਸ਼ਨ ਆਫ ਗ੍ਰੀਨ ਪਾਊਡਰ ਬਹੁਤ ਜ਼ਰੂਰੀ ਹੈ। ਪ੍ਰਜਰਵ ਕੀਤਾ ਹੋਊਗਾ, ਤੁਹਾਡੇ ਘਰੇ ਸਾਈਲੇਜ ਪਿਆ, ਤੁਹਾਡੇ ਘਰੇ ਹੇ ਪਈ ਹੈ, ਬਰਸੀਮ ਤੋਂ ਬਣਾਈ, ਲੋਬੀਏ ਦੀ, ਆਪਣੇ ਲੂਸੋਂ ਦੀ, ਉਹ ਕੋਈ ਵੀ ਬੜੀ 4 ਦਿਨ ਬਾਹਰ ਜਾਇਓ ਉਹ ਵੀ ਪਾ ਸਕਦੇ, ਕੋਈ ਗੱਲ ਨਹੀਂ, ਕੋਈ ਸਮੱਸਿਆ ਨਹੀਂ। ਜਦ ਨਹੀਂ ਆਏ ਤਾਂ ਪੰਗਾ ਪੈ ਜਾਣਾ। ਤੋ ਪ੍ਰਜਰਵੇਸ਼ਨ ਵਾਲੇ ਪਾਊਡਰ ਤੇ ਡੇਅਰੀ ਵਰਕ ਨੂੰ ਬਹੁਤ ਜ਼ਰੂਰੀ ਹੈ। ਮੈਂ ਤਾਂ ਪ੍ਰੈਕਟੀਕਲ ਟ੍ਰੇਨਿੰਗ ਦੇ ਵਿੱਚ ਯਕੀਨ ਰੱਖਦਾ ਕਿ ਇਹਨਾਂ ਨੂੰ ਪਹਿਲਾਂ ਕੋਈ, ਜਿੱਥੇ ਸਾਡੇ ਚੰਗੇ ਫਾਰਮ ਨੇ, ਜਿੱਥੇ ਸਾਈਲੇਜ ਹੁਣ ਤਾਂ ਖੈਰ ਸਾਈਲੇਜ ਪੈ ਚੁੱਕਾ ਹੈ, ਹੁਣ ਮਾਰਚ ਅਪ੍ਰੈਲ ਚ ਨਹੀਂ ਮਈ ਚ ਪਾਵਾਂਗੇ ਸਾਈਲੇਜ, ਤੇ ਉਦੋਂ ਇਹਨਾਂ ਨੂੰ ਜ਼ਰੂਰ ਉੱਥੇ ਵਿੱਚ ਕਰਾਇਆ ਜਾਵੇ। ਤੇ ਬਰਸੀਮ ਦਾ ਹੁਣ ਸਾਡੇ ਕੋਲੇ ਮਾਰਚ, ਉਹਨਾਂ ਦਾ ਅਸੀਂ ਭੋਗ ਬਣਾਉਂਦੇ ਆ, ਉਹਨੂੰ ਬਰਸੀਮ ਨੂੰ ਵੱਢ ਕੇ ਆਪਾਂ ਪਾ ਦਿੰਦੇ ਹਾਂ। ਹੁਣ ਆਪਾਂ ਸਾਈਲੇਜ 2 ਮਿੰਟ ਲਾ ਦਈਏ ਵੀ ਸਾਈਲੇਜ ਹੈ ਕਿ ਸਾਈਲੇਜ ਪੱਠਿਆਂ ਦਾ ਚਾਰ ਹੈ, ਐਨਰੋਬਿਕ ਕੰਡੀਸ਼ਨ ਚ ਬਿਲਕੁਲ 에ਅਰ ਰਹਿਤ ਆਪਾਂ ਉਹਨੂੰ ਪ੍ਰੈਸ ਕਰਕੇ ਦਬਾਉਣਾ ਹੈ, ਕੋਸ਼ਿਸ਼ ਕਰੈਕਟ ਨਾ ਜਾਵੇ। ਤੇ ਉਹ ਦਬਾ ਕੇ ਪਹਿਲਾਂ ਅਸੀਂ ਟੂਆਂ ਚ ਬਣਾਉਂਦੇ ਸੀ, ਪਰ ਅਸੀਂ ਬੰਕਰ ਬਣਾ ਲਏ। ਉਹ ਬੰਕਰਾਂ ਚੰਗੀ ਤਰ੍ਹਾਂ ਦਬਾ ਕੇ 45 ਦਿਨਾਂ ਬਾਅਦ ਬਿਲਕੁਲ ਐਨਰੋਬਿਕ ਕੰਡੀਸ਼ਨ ਨੂੰ ਕਹਿੰਦਾ ਐਸਿਟਿਕ ਐਸਿਡ ਪ੍ਰੋਡਿਊਸ ਹੁੰਦਾ ਹੈ ਹਵਾ ਰਹਿਤ ਦੇ ਨਾਲ, ਉਹਦੇ ਚ ਹਵਾ ਕੱਢ ਲਈ ਗਈ, ਪਰ ਜਿਹੜੇ ਬੈਕਟੀਰੀਆ ਚ ਹੈਗੇ ਨੇ ਉਹ ਐਸਿਟਿਕ ਐਸਿਡ ਪ੍ਰੋਡਿਊਸ ਕਰਦੇ ਨੇ, ਉਹ ਉਹਦੇ ਚ ਸਮੈਲ ਆਉਂਦੀ ਹੈ ਤੇ ਉਹ ਪ੍ਰਜਰਵ ਹੋ ਜਾਂਦਾ ਹੈ। ਉਸ ਤੋਂ ਬਾਅਦ ਉਸ ਬੰਕਰ ਨੂੰ ਜਾਂ ਉਸ ਨੂੰ ਜਦੋਂ ਪਾਉਣਾ ਹੈ, ਉਹਨੂੰ ਜਿਸ ਤਰ੍ਹਾਂ ਬਰਫੀ ਕੱਟਦੇ ਆ ਉਵੇਂ ਕੱਟ ਕੇ ਪਾਉਣਾ ਹੈ। ਇੱਕ ਤਾਂ ਇਹ ਪਾਉਣ ਦਾ ਤਰੀਕਾ। ਇੱਕ ਪਾਉਣ ਤੋਂ ਪਹਿਲਾਂ ਤਰੀਕਾ ਵੀ ਸਰ ਸਾਈਲੇਜ ਬਣਾਇਆ ਸੀ ਉਹ ਤਾਂ ਗਲ ਜੇ ਗਿਆ, ਉਦੋਂ ਵੀਰੇ ਮੋਇਸਚਰ ਜ਼ਿਆਦਾ ਸੀਗਾ। ਤੋ ਜਦੋਂ ਜੇ ਮੱਕੀ ਦਾ ਬਣਾਉਣਾ, ਜਦੋਂ ਛੱਲੀ ਦੁੱਧਿਆਂ ਤੇ ਆ ਗਈ, ਨਾਲੇ ਤਾਂ ਭਰਪੂਰ ਨਿਊਟ੍ਰੀਐਂਟ ਨੇ, ਉਦੋਂ ਦੁੱਧ ਵੱਲ ਕੇ ਦਾਣਾ ਤੋੜ ਕੇ ਦੇਖ ਲਓ, ਜਦੋਂ ਪ੍ਰੈਕ ਕਰਕੇ ਦੁੱਧ ਨਿਕਲਦਾ ਉਹਦੇ ਚੋਂ ਉਦੋਂ ਪਾਓ। ਜਾਂ ਮੋਟਾ ਜਿਹਾ ਫਾਰਮੂਲਾ ਜੱਟੂ ਹਿਸਾਬ ਆਪਣਾ ਦਾ ਵੀ ਜੇ ਉਹਨੂੰ ਆਪਾਂ ਉਦੋਂ ਕੁਤਰਾ ਕੀਤਾ ਹੈ ਤੇ ਉਹਦਾ ਲੱਡੂ ਨਹੀਂ ਬਣਦਾ ਮਿੱਠੀ ਚ ਘੁੱਟ ਕੇ, ਉਦੋਂ ਇਟ ਇਜ਼ ਰਾਈਟ ਟਾਈਮ ਟੂ ਹੈਵ ਏ ਸਾਈਲੇਜ।
ਉਹਦਾ ਸਾਈਲੇਜ ਪਾ ਦਿਓ, ਸਾਈਲੇਜ ਖਰਾਬ ਨਹੀਂ ਹੁੰਦਾ। ਪ੍ਰੈਸਿੰਗ ਦੀ ਸਮੱਸਿਆ, ਪ੍ਰੈਸ ਨਹੀਂ ਕਰਦੇ, ਅਸੀਂ ਆਪ ਗਲਤੀਆਂ ਕਰਦੇ ਰਹੇ ਹਾਂ, ਬੰਦਿਆਂ ਤੋਂ ਦਬਾਉਂਦੇ ਰਹੇ, ਬਾਅਦ ਚੋਂ 4x4 ਟਰੈਕਟਰ ਲਿਆਂਦੇ ਨੇ, ਹੁਣ ਕੋਈ ਸਮੱਸਿਆ ਕਿਤੇ ਹੈ ਹੀ ਨਹੀਂ ਗੀ। 80% ਜਿਹੜਾ ਮੇਰਾ 10,000 ਫਾਰਮਰ ਆ ਜਿਨ੍ਹਾਂ ਕੋਲ 20 ਤੋਂ ਵੱਧ ਹੈ ਨਹੀਂ, 80% ਬੰਦੇ ਸਾਈਲੇਜ ਪਾਉਂਦੇ। ਬਾਕੀ ਜੇ ਕੁਛ ਸਾਈਲੇਜ ਜਿਹੜਾ ਬਿੱਲਾਂ ਚ ਆਉਣ ਲੱਗ ਗਿਆ ਉਹ ਮੁੱਲ ਵੀ ਲੈ ਲੈਂਦੇ ਆ ਸ਼ਹਿਰਾਂ ਵਾਲੇ ਜਿਹੜੀ ਗੱਲ ਕਰਕੇ। ਵਸੀਮ ਦਾ ਭੋਗ ਬਣਾਇਆ ਜਾ ਸਕਦਾ ਜਦੋਂ ਵਸੀਮ ਦਾ ਲਾਸਟ ਜਿਹੜਾ ਲੋ ਆ ਗਿਆ, ਉਹਨੂੰ ਵੱਢ ਕੇ ਉਹਨੂੰ ਛਾਵੇਂ ਸੁਕਾ ਲਓ। ਸੁਕਾਉਣ ਤੋਂ ਬਾਅਦ ਜਦੋਂ ਪੱਤੇ ਝੜਨ ਚ ਲੱਗ ਜਾਣਗੇ ਤਾਂ ਉਦੋਂ ਸਮਝ ਲਓ ਉਹ ਤਿਆਰ ਆ, ਉਹਨੂੰ ਕੁਤਲਾ ਕਰਕੇ ਰੱਖ ਲਓ ਤੇ ਉਹ ਪਸ਼ੂਆਂ ਨੂੰ ਪਾ ਦਿਓ, ਉਹ ਭੋਗ ਬਣ ਜਾਂਦਾ ਹੈ। ਉਹਦੇ ਚ ਉਹ ਲਗਿਊਮੀ ਹੈ, ਉਹ 3 ਕਿਲੋ ਭੋਗ ਹੈ, 1 ਕਿਲੋ ਫੀਡ ਦੇ ਬਰਾਬਰ ਹੈ। 3 ਕਿਲੋ ਜਾਣੀ ਕਿ ਜੇ ਆਪਾਂ 2 ਰੁਪਏ ਕਿਲੋ ਵੀ ਲਾ ਲਈਏ, ਉਹ ਸਾਰਾ ਕੁਤਰਾ ਕਰਾਇਆ ਕੀਤਾ ਹੋਇਆ, ਤਾਂ 3 ਕੋ 6 ਰੁਪਏ, 1 ਕਿਲੋ ਖਰਾਕ 25 ਕਿਲੋ, ਉਹ 6 ਰੁਪਏ। ਤੇ ਬਰੀਕੀ ਦੀ ਖੇਤੀ ਹੈ, ਅਸੀਂ ਫੀਡ ਤੇ ਆ ਜਾਂਦੇ ਹੁਣ। ਚਲੋ ਫੀਡ ਦਾ ਹੀ ਕੰਮ ਕਰ ਲੈਂਦੇ ਆਪਾਂ। ਫੀਡ ਜਿਹੜੀ ਹੈ ਇਹ ਪਹਿਲਾਂ ਤਾਂ ਇਹ ਸਮਝਣਾ ਪਊਗਾ, ਜਿਵੇਂ ਪਹਿਲਾਂ ਗੱਲਾਂ ਕਰਕੇ ਆਏ ਆ ਕਿ ਕਿਹੜੇ ਖੁਰਾਕ ਨੂੰ, ਕਿਹੜੇ ਪਸ਼ੂ ਨੂੰ ਕਿਹੜੀ ਖੁਰਾਕ ਚਾਹੀਦੀ ਹੈ। ਮੈਂ ਬੇਨਤੀ ਕਰਕੇ ਆਇਆ ਕਿ ਯਾਰ 8-10 ਕਿਲੋ ਵਾਲੀ 8 ਕਿਲੋ ਵਾਲੀ ਮੱਝ ਤੇ 10 ਕਿਲੋ ਵਾਲੀ ਗਾਂ ਨੂੰ ਫੀਡ ਸਿਰਫ 1.5-2 ਕਿਲੋ ਹੀ ਚਾਹੀਦੀ ਹੈ। 3 ਕਿਲੋ ਉਹ ਤੋਂ ਬਾਅਦ 3 ਕਿਲੋ ਦੁੱਧ ਪਿੱਛੇ ਇੱਕ ਚਾਹੀਦੀ ਹੈ। ਜੇ ਮੇਰੇ ਕੋਲ 15 ਕਿਲੋ ਦੁੱਧ ਹੈ ਤਾਂ 15 ਕਿਲੋ ਤੇ ਮੈਨੂੰ 8 ਕਿਲੋ ਤਾਂ ਮੈਂ ਕਹਿ ਹੀ ਦਿੱਤਾ, ਤੇ 7 ਕਿਲੋ ਰਹਿ ਗਿਆ, ਉਹ ਤੋਂ 2-2.5 ਕਿਲੋ ਚਾਹੀਦੇ ਆ। ਕਈ 5-5 ਕਿਲੋ ਪਾਈ ਜਾਂਦੇ ਆ, ਦੁੱਧ 15 ਕਿਲੋ ਹੈ। ਜਾਂ ਤਾਂ ਬਹੁਤ ਓਵਰਟਿੰਗ ਹੋ ਰਹੀ ਹੈ, ਓਵਰਟਿੰਗ ਤੇ ਜਾ ਰਹੇ ਆ, ਪਿਸ਼ਾਬ ਦਾ ਦੇਖ ਲਓ ਪੀਲਾ ਹੋ ਜਾਊਗਾ ਜਾਂ ਤਾਂਬੇ ਚ ਰੰਗਾ ਹੋ ਜਾਊਗਾ, ਜਾਂ ਫਿਰ ਅੰਤੇ ਜਾ ਰਹੇ ਆ, ਉਹਦੀ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਹੁਣ 35 ਕਿਲੋ ਵਾਲੀ ਗਾਂ ਨੂੰ 3 ਕਿਲੋ ਨਾਲ ਫੀਡ ਥੋੜਾ ਸਰਨਾ, ਉਹ ਤੋਂ ਘੱਟ 5 ਕਿਲੋ ਪਾਣੀ ਪਊਗੀ। ਇਹ ਸਿਰਫ ਰਾਸ਼ਨ ਬੈਲੈਂਸਿੰਗ ਦਾ ਸਿਸਟਮ ਹੈ ਕਿ ਰਾਸ਼ਨ ਦਿੱਤਾ ਕੀ ਜਾਵੇ। ਹੁਣ ਮੋਟੇ ਤੌਰ ਤੇ ਆਪਾਂ ਸਮਝਦੇ ਹੀ ਪਾਬੰਦੀ ਰੱਖੀ ਜਾਏ। ਮੋਟੇ ਤੌਰ ਤੇ ਆਪਾਂ ਇਹ ਕਰਨਾ ਹੈ ਕਿ ਜਦ ਫੀਡ ਹੈ ਕੀ ਸਿਸਟਮ, ਜਿਹੜਾ ਫੀਡ ਦੇ ਵਿੱਚ 3 ਤਰ੍ਹਾਂ ਦੇ ਗਰੁੱਪ ਨੇ। ਪਹਿਲਾ ਖਲਾਂ ਦਾ ਗਰੁੱਪ ਹੈ, ਦੂਜਾ ਦਾਣੇ ਦਾ ਗਰੁੱਪ ਹੈ, ਤੀਜਾ ਰਾਈਸ ਬੇਸਡ ਇੰਗਰੀਡੀਐਂਟ ਦਾ ਗਰੁੱਪ ਹੈ। ਹੋਣ ਵਾਲੀ ਗੱਲ, ਖਲਾਂ ਦੇ ਵਿੱਚ ਸਰੋਂ ਦੀ ਖਲ, ਵੜੇਵਿਆਂ ਦੀ ਖਲ ਤੇ ਸੋਇਆਬੀਨ ਦੀ ਖਲ, ਇਹ 3 ਸਰਮੌਰ ਖਲਾਂ ਨੇ। ਸਰੋਂ ਨੂੰ ਮੈਂ ਪ੍ਰੈਫਰੈਂਸ ਕਰਕੇ ਦਿੰਦਾ ਕਿ ਵੜੇਵਿਆਂ ਦੀ ਖਲ ਚ ਮਿਲਾਵਟ ਹੋ ਸਕਦੀ ਹੈ ਤੇ ਹੋ ਵੀ ਰਹੀ ਹੈ। ਸਰੋਂ ਦੀ ਖਲ ਤੇ ਸੋਇਆਬੀਨ ਦੀ ਖਲ ਪਾਈ ਜਾ ਸਕਦੀ ਹੈ। ਜੇ ਮੈਂ 100 ਕਿਲੋ ਰਾਸ਼ਨ ਦੀ ਮੈਂ ਗੱਲ ਕਰਦਾ ਤਾਂ 30 ਕਿਲੋ ਖਲਾਂ ਸਾਡੇ ਕੋਲ ਜ਼ਰੂਰੀ ਚਾਹੀਦੀਆਂ। ਜੇ ਆਪਾਂ ਦੋਨੇ ਪਾ ਦਈਏ, 15 ਸਰੋਂ ਦੀ ਪਾ ਦਈਏ, 15 ਸੋਇਆ ਦੀ ਪਾ ਦਈਏ, ਜਾਂ ਕਿਸੇ ਵੇਲੇ ਵੜੇਵਾਂ ਦੀ ਸਸਤੀ ਹੈ ਤਾਂ 20 ਉਹ ਪਾ ਦਈਏ, 10 ਇਹ ਪਾ ਦਈਏ, 100 ਕਿਲੋ ਰਾਸ਼ਨ ਦੀ ਗੱਲ ਕਰਦਾ ਮੈਂ, 100 ਕਿਲੋ ਰਾਸ਼ਨ ਦੀ ਗੱਲ ਲੱਗਾ ਮੈਂ, ਤਾਂ ਉਹ ਆਪਣਾ 20 ਤੇ 10 30 ਦੇ ਨਾਲ ਆਪਣਾ ਕੰਮ ਰੁੜ ਜਾਂਦਾ ਹੈ, ਖਲ ਆਪਣੀ ਪੂਰੀ ਹੋ ਜਾਂਦੀ ਹੈ। ਦੂਜਾ ਜਿਹੜਾ ਗਰੁੱਪ ਆ ਜਾਂਦਾ ਹੈ ਉਹ ਆ ਜਾਂਦਾ ਦਾਣਿਆਂ ਦਾ। ਦਾਣਿਆਂ ਚ ਸਰਮੌਰ ਦਾਣਾ ਕਿਹੜਾ, ਮੱਕੀ ਦਾ। ਮੱਕੀ ਕਿਹੜੀ, ਪੀਲੀ। ਚਿੱਟੀ ਮੱਕੀ ਚ ਉਹਨਾਂ ਸਟਾਰਚ ਨਹੀਂ ਹੈਗਾ ਜਿੰਨਾ ਆਪਾਂ ਨੂੰ ਚਾਹੀਦਾ, ਲੈਕਟੋਜ਼ ਉਹਨੇ ਨਹੀਂ ਹੈਗੇ ਜਿੰਨੇ ਚਾਹੀਦੇ ਆ। ਪਰ ਜੇ ਸਰਦਾ ਅਨਸਰਦਾ ਕੋਈ ਗੱਲ ਨਹੀਂ। ਬਟ ਜੇ ਮੱਕੀ ਮਹਿੰਗੀ ਹੈ, ਇਹ ਸਾਰਾ ਹੀ ਕੰਮ ਮਾਰਕੀਟ ਸਿਨੈਰੀਓ ਤੇ ਡਿਪੈਂਡ ਕਰਦਾ ਹੈ ਕਿਹੜੀ ਚੀਜ਼ ਕਿਹੜੇ ਵੇਲੇ ਸਸਤੀ ਹੈ। ਪਤਾ ਨਹੀਂ, ਮੈਂ ਤਾਂ ਪਹਿਲਾਂ ਪਿੰਡਾਂ 'ਚ ਕਹਿੰਦਾ ਵੀ ਯਾਰ ਪਿੜਾ ਵੇਲੇ ਕਣਕ ਤੁਹਾਡੇ ਉਹਦੇ ਝਾੜ ਮਿਲ ਜਾਂਦਾ ਹੈ। ਆ ਸਾਡੇ ਉਧਰ ਮੁਕਤਸਰ ਵਾਲੇ ਪਾਸੇ ਮਤਲਬ ਸਰੋਂ ਵੀ ਆਉਂਦੀ ਆ, ਉਹਦਾ ਝਾੜ ਲੈ ਲਵੋ। ਉਧਰੋਂ ਤੁਹਾਡੇ ਕੋਲੇ ਜੇ ਛੋਲੇ ਨਹੀਂ ਹੁੰਦੇ, ਪਰ ਜਿਹੜੀ ਵੀ ਕ੍ਰੌਪ ਮੰਡੀ 'ਚ ਵਿਕਣਾ ਹੁੰਦੀ ਹੈ, ਉਹਦਾ ਜਿਹੜਾ ਛਾਣ ਆ ਉਹ ਚੰਗੇ ਫਾਰਮਰਾਂ ਨੇ ਸਾਂਭਿਆ ਹੋਇਆ। ਉਹ ਫੀਡ ਬਣਵਾ, ਉਹ ਐਂ ਕਰਦੇ ਨੇ ਜਿਵੇਂ ਬਿਸਕੁਟ ਬਣਾਉਣ ਜਾਂਦੇ ਆ, ਦੁੱਧ ਵੀ ਲੈ ਜਾਂਦੇ, ਘਿਓ ਵੀ ਲੈ ਜਾਂਦੇ ਆ, ਉਹ ਦਾਣੇ ਘਰੋਂ ਲੈ ਜਾਂਦੇ ਨੇ, ਖਲ ਉੱਥੋਂ ਪਵਾ ਲੈਂਦੇ ਨੇ ਤੇ ਬਾਕੀ ਸਮਾਨ ਪਾ ਕੇ ਆਪਦਾ ਰਾਸ਼ਨ ਬਣਾ ਲੈਂਦੇ ਨੇ। ਤਾਂ ਮੇਰੀ ਗੱਲ ਦੁਆਰਾ ਫਿਰ ਆਪਾਂ ਦਾਣਿਆਂ ਤੇ ਆ ਗਈ। ਮੱਕੀ ਚਲੋ 30 ਕਿਲੋ ਨਹੀਂ, ਕੋਸਟ ਵੱਧਦੀ ਹੈ ਜਾਂ ਪੈਸੇ ਹੁਣ ਵਧੀ ਗਈ ਨਹੀਂ ਮੱਕੀ, ਕਿਉਂਕਿ ਪਿਛਲੇ ਸਾਲ ਵੀ ਬਹੁਤ ਘੱਟ ਦੇ ਵਿਕੀ ਆ। ਤੇ ਬਟ ਮੱਕੀ ਦੀ ਸਮੱਸਿਆ ਇੱਕ ਜਿੱਥੇ ਇਹ ਹੈ, ਦੂਜੀ ਮੱਕੀ ਦੇ ਵਿੱਚ ਕਈ ਵਾਰੀ ਫੰਗਸ ਆਇਆ ਹੁੰਦਾ ਹੈ। ਦਾਣਿਆਂ ਦੀ ਸਮੱਸਿਆ ਤਾਂ ਖਲਾਂ ਦੀ ਸਮੱਸਿਆ ਵੀ ਹੋ ਸਕਦੀ ਹੈ, ਪਰ ਜਿੱਥੇ ਕੋਈ ਚਿੱਟਾ ਜਾਂ ਕੋਈ ਫੰਗਸ ਲੱਗੀ ਆ ਉਹ ਆਪਾਂ ਨਹੀਂ ਪਾਉਣਾ। ਫੰਗਸ ਮੱਕੀ ਦੇ ਕਿਤੇ ਨਾ ਕਿਤੇ ਮੱਛਰ, ਖਾਸ ਕਰਕੇ ਮਾਲਪੁਰ ਵਾਲੇ ਪਾਸੇ ਉਹ ਡਰੈਡ ਰੂਰ ਨਹੀਂ ਲੱਗੇ। ਬਿਹਾਰ ਦੀ ਮੱਕੀ ਕਿਉਂ ਪਸੰਦ ਕਰਦੇ ਆ ਸਾਰੇ, ਉੱਥੇ ਸਨਡਰਾਈ ਹੁੰਦਾ ਤੇ ਬੰਦਾ ਪੈ ਜਾਂਦਾ ਹੈ, ਡਰਾਈ ਕਰਨ ਦੇ ਦਿੰਦੇ ਨਹੀਂ ਸਾਨੂੰ, ਮੌਸਮ ਤੋਂ ਇਹ ਜਿਹਾ ਹੁੰਦਾ ਤੇ ਇਸ ਕਰਕੇ ਉਹ ਮੰਡੀਸ਼ਨ ਦੀ ਗੱਲ ਕਰਦੇ ਆ, ਤਾਂ ਜੋ 80 ਰੇਟ ਘਟ ਜਾਂਦਾ ਹੈ, ਤਾਂ ਜੋ ਜਿਹੜੇ ਪੈਂਦੇ ਸਾਰੇ। ਉਹ ਡਰੈਡ ਰੂਰ ਮਾਲਪੁਰ ਲਾਇਆ ਸੀ, ਇੱਕ ਤਰ੍ਹਾਂ ਦਾ ਹੋਰ ਇੱਥੇ ਫਗਵਾੜੇ ਲਾਇਆ ਸੀ ਉਹ, ਬਟ ਅਜੇ ਸਿਮ ਉਹਦੇ ਨਿਕਲਿਆ ਨਹੀਂ ਸਾਡੇ ਕੋਲੋਂ, ਕਰਨ ਦੀ ਕੋਸ਼ਿਸ਼ ਕਰਨਗੇ।
ਤਾਂ ਬਟ ਜਿਹੜੇ ਆਪਾਂ ਦੁਬਾਰਾ ਫਿਰ ਆਈਏ ਦਾਣਿਆਂ ਦੀ ਗੱਲ ਕਰ ਲਈਏ ਕਿ ਦਾਣੇ ਜੇ ਆਪਾਂ ਕਣਕ ਵੀ ਪਾ ਲਈਏ 10 ਕਿਲੋ ਆਪਾਂ ਉਹਦੇ ਚ ਜਵੀ ਪਾ ਲਈਏ 10 ਕਿਲੋ ਮੱਕੀ ਪਾ ਲਈਏ ਤਾਂ ਵੀ ਕੰਮ ਸਾਡਾ ਰੁੜ ਜਾਂਦਾ ਹੈ। ਉਹ ਤੋਂ ਬਾਅਦ ਜਿਹੜਾ ਆ ਗਿਆ ਚੌਲਾਂ ਵਾਲਾ ਪ੍ਰੋਗਰਾਮ, ਚੌਲਾਂ ਵਾਲੀ ਫੈਮਿਲੀ, ਉਹਦੇ ਸਭ ਤੋਂ ਵਧੀਆ ਰਾਈਸ ਪਾਲਿਸ਼। ਜਦੋਂ ਚੌਲ ਨੂੰ ਸੌਰੈਕਸ ਪਲਾਂਟ ਵਿੱਚ ਛੱਡਦੇ ਆ, ਸਭ ਤੋਂ ਪਹਿਲਾਂ ਉਹਦਾ ਇੱਕ ਛਿਲਕਾ ਲੈਂਦਾ ਜਿਹਨੂੰ ਰਾਈਸ ਹੱਸ ਕਹਿ ਦਿੰਦਾ, ਜਿਹੜਾ ਕਿ ਬੋਇਲਰਾਂ ਦੇ ਕੰਮ ਆਉਂਦਾ ਹੈ। ਉਹਨੂੰ ਰਾਈਸ ਬਰਾਨ ਕਹਿ ਦਿੰਦੇ ਆ, ਉਹ ਵੀ ਸਾਡੀ ਫੀਡ ਦੇ ਕੰਮ ਆਉਂਦਾ ਹੈ। 10-12 ਕਿਲੋ ਉਹ ਵੀ ਪਾਇਆ ਜਾ ਸਕਦਾ ਹੈ। ਉਹ ਤੋਂ ਬਾਅਦ ਫਿਰ ਰਾਈਸ ਪਾਲਿਸ਼ ਹੁੰਦੀ ਹੈ। ਫਿਰ ਜਿਹੜਾ ਝੜ ਜਾਂਦਾ ਨੱਕੂ ਕਹਿੰਦੇ ਆ, ਨੱਕੂ ਨਹੀਂ ਜੇ ਪਾਉਣਾ, ਨੱਕੂ ਪਸ਼ੂ ਨੂੰ ਨਹੀਂ ਪਾਉਣਾ। ਰਾਈਸ ਬਰਾਨ ਤੇ ਰਾਈਸ ਪਾਲਿਸ਼ 15-15 ਕਿਲੋ ਪਾਈਆਂ ਜਾ ਸਕਦੀਆਂ ਨੇ। ਤੇ ਇਹ 30 ਕਿਲੋ 90 ਕਿਲੋ ਹੋ ਗਿਆ। 7 ਕਿਲੋ ਤਕਰੀਬਨ ਸ਼ੀਰਾ ਮਲੈਸਸ ਜਿਹਨੂੰ ਕਹਿ ਦਿੰਦੇ ਆ, ਉਹ ਲਾਉਣਾ ਹੈ। ਇਟ ਇਜ਼ ਨਾਟ ਓਨਲੀ ਬੈਂਡਰ, ਇਹਨਾਂ ਤਿੰਨਾਂ ਨੂੰ ਜੋੜ ਕੇ ਰੱਖਦਾ ਹੈ, ਬਟ ਆਲਸੋ ਇਟ ਇਜ਼ ਅ ਸੋਰਸ ਆਫ એનર્ਜੀ। ਨਹੀਂ ਇਹ ਪਾਉਣਾ ਹੈ। ਤੇ ਮਿਨਰਲ ਮਿਕਸਚਰ ਜ਼ਰੂਰ ਪਾਉਣਾ, ਵਧੀਆ ਮਿਨਰਲ ਮਿਕਸਚਰ ਜਿਹਦੇ ਚ ਸਾਰੀਆਂ ਧਾਤਾਂ ਪੂਰੀਆਂ ਹੋਣ, ਉਹ 3 ਕਿਲੋ 100 ਕਿਲੋ ਜ਼ਰੂਰ ਪਾਉਣਾ। ਸਾਰੇ ਜਿੱਥੇ ਉਹ ਆਪਾਂ ਸੀਮਨ ਦੀ ਗੱਲ ਕਰੇ ਸੀ, ਇਹਦਾ ਵੀ ਉਹਦੀ ਵੱਡਾ ਪੰਗਾ ਹੈ, ਮਿਨਰਲ ਮਿਕਸਚਰ ਦਾ ਹੀ ਪੰਗਾ ਬਹੁਤ ਹੈ। ਪਾਕਿਸਤਾਨ ਚੋਂ ਲੂਣ ਮੈਂ ਨਹੀਂ ਹੁੰਦਾ ਵੇਖਿਆ, ਪਰ ਪਾਕਿਸਤਾਨੀ ਲੂਣ ਕਿਉਂ ਵੱਜਦਾ ਜੀ? ਪੁਰਾਣੇ ਬਜ਼ੁਰਗ ਜਿਹੜੇ ਨੇ ਸਾਡੇ ਅੰਮ੍ਰਿਤਸਰ ਵਾਲੇ ਦੇਖਦੇ ਤੁਸੀਂ, ਹਰੇਕ ਦੀ ਖੋਲੀ ਚ ਪਾਕਿਸਤਾਨੀ ਜਾਂ ਘੋਲੜਾ ਲੂਣ ਦੇ ਗਲੇ ਪਏ ਆ। ਕਦੇ ਸਮੱਸਿਆ ਨਹੀਂ ਸੀ ਆਈ ਨਾ ਕਰੂਗਾ, ਕਦੇ ਸਮੱਸਿਆ ਨਹੀਂ ਸੀ ਆਈ ਪੁੱਛਾਂ ਚੜ ਜਾਣਗੀਆਂ, ਪਾਉਂਦੇ ਨਹੀਂ ਗੇ। ਆਮ ਵਾਲੇ ਪਾਸੇ ਕੀ ਮਾੜਾ ਮੋਟਾ ਦਾਲ ਚੁੱਕ ਤੇ ਲੂਣ ਵੱਧ ਘੱਟ ਹੋ ਗਿਆ ਤੇ ਆਪਾਂ ਸਾਰਾ ਟੱਬਰ ਸਿਰ ਤੇ ਚੱਕ ਲੈਂਦੇ ਆ, ਕੁਛ ਨੂੰ ਕਿਹੜਾ ਬੋਲਣਾ। ਤੋ 90% ਪ੍ਰੋਬਲਮਾਂ ਪਸ਼ੂ ਦੀਆਂ ਜਿਹੜੀਆਂ ਨੇ ਉਹ ਧਾਤਾਂ ਦੀ ਘਾਟ ਕਰਕੇ ਹੈ। ਜਿਹੜਾ ਦੁੱਧ ਦੇਣਾ ਤਾਂ ਦੁੱਧ ਉਹਨੇ ਪੂਰਾ ਸੰਤੁਲਿਤ ਦੇਣਾ ਹੈ। ਉਹਨੇ ਕੈਲਸ਼ੀਅਮ ਦੇਣਾ ਤਾਂ ਆਪਦੀ ਹੱਡੀਆਂ ਚੋਂ ਕੱਢ ਕੇ ਤੁਹਾਨੂੰ ਪਿਆ ਦੂਗਾ, ਪਰ ਬੋਲੂਗਾ ਨਹੀਂ ਉਹ। ਹਾਂ ਇਹ ਜ਼ਰੂਰੀ ਹੈ ਕਿ ਜੋ ਕੈਲਸ਼ੀਅਮ ਹੈ ਫਿਰ ਸੂਤਕੀ ਬੁਖਾਰ ਹੋ ਗਿਆ ਜੀ, ਫਿਰ ਉਹ ਜੀ ਉਹ ਬਹਿ ਗਈ ਠੀਕ ਸਰ ਉੱਠੂ ਕਿਵੇਂ ਭਾਈ? ਇਹ ਕੈਲਸ਼ੀਅਮ ਦਿੱਤਾ ਹੀ ਉਹਨੂੰ ਪਹਿਲਾਂ, ਹੁਣ ਤੁਸੀਂ ਬੋਤਲਾਂ ਚਲਾਈ ਜਾਂਦੇ ਹੋ। ਉਹ ਬਾਜ਼ਾਰ ਚ ਆਉਂਦੀਆਂ ਗੁਲਾਬੀ ਚ ਰੱਖਦੇ ਆ ਬੋਤਲਾਂ, ਉਹ ਨਿਕਲ ਲੁੱਟ ਦਾ ਜਾਲ ਹੈ। ਉਹ ਵਰਕਰ ਨੂੰ ਕਹਿਣਾ ਵੀ ਉਹ ਚੀਜ਼ਾਂ ਦਾ ਨਹੀਂ ਹੋਣਾ। ਮਿਨਰਲ ਮਿਕਸਚਰ ਵਧੀਆ ਕੰਪਨੀ ਦਾ 3 ਕਿਲੋ ਪਾਉਣਾ। ਇਹ ਮੇਰੀ ਫੀਡ ਦਾ ਜਿਹੜਾ ਹੈਗਾ ਰਾ ਮਟੀਰੀਅਲ। ਜੇ ਖੁਰਾਕ ਬਣਾਉਣੀ ਹੈ ਉਹਦਾ ਖਿਆਲ ਖਾਸ ਕਰਕੇ ਰੱਖਣਾ ਹੈ। ਤੇ ਤੀਜਾ ਜਿਹੜਾ ਖਿਆਲ ਰੱਖਣਾ ਹੈ ਉਹ ਹੈ ਸਟੋਰ ਦਾ। ਖੁਰਾਕ 15-20 ਦਿਨ, ਵੱਧ ਤੋਂ ਵੱਧ 20 ਦਿਨ ਤੋਂ ਵੱਧ ਖੁਰਾਕ ਸਟੋਰ ਨਹੀਂ ਕਰਨੀ। 15-20 ਦਿਨਾਂ ਬਾਅਦ ਆਉਣੀ ਆ। 20 ਦਿਨਾਂ ਬਾਅਦ ਕੀਤੀ ਹੋਈ ਸਟੋਰ, ਉਹਦੇ ਵਿੱਚ ਫੰਗਸ ਗਰੋਥ ਹੋਣ ਦੇ ਚਾਂਸਸ ਹੈਗੇ ਆ, ਉਹ ਤੁਹਾਡੀ ਖਰਾਬ ਹੋ ਜਾਣਗੀਆਂ, ਰੈਸਰ ਫਲੇਵਰ ਆ ਜਾਣੀ ਆ, ਤੇ ਤੁਹਾਡੀਆਂ ਸਮੱਸਿਆ ਦੁੱਧ ਦੇ ਵਿੱਚ ਤੇ ਦੁੱਧ ਦੇ ਦੇਣ ਵਾਲੇ ਪਸ਼ੂ ਚ ਵੀ ਆ ਜਾਣੀਆਂ ਨੇ। 10 ਬੋਰੀਆਂ ਤੋਂ ਲਾਉਣੀਆਂ, ਦੀਵਾਰ ਦੇ ਨਾਲ ਨਹੀਂ ਲਾਉਣੀਆਂ, ਮੱਛਰ ਉਹਦੇ ਤੋਂ ਸੋਰੀ ਕ੍ਰੋਸ ਨਹੀਂ ਕਰਨੀ, ਤੇ ਤੁਹਾਡੀ ਤੇ ਉਹ ਕੰਮ ਜਿਹੜਾ ਕਈ ਵਾਰੀ ਮੈਂ ਪਿੰਡ ਜਾਂਦਾ, ਉੱਥੇ ਹੀ 5 ਬੋਰੀਆਂ ਯੂਰੀਆ ਦੀਆਂ ਪਈਆਂ, ਉੱਥੇ ਹੀ ਦੂਜਾ ਸਮਾਨ ਪਿਆ, ਤਾਂ ਉਹ ਜਿਹੜਾ ਪੰਗਾ ਪੈ ਜਾਣਾ ਕਿ ਜੀ ਉਹ ਫੀਡ ਵਾਲੇ ਚ ਆਪਾਂ ਰੇਹ ਨਾ ਰੱਖਿਆ ਕਰੀਏ ਯਾਰ। ਕਈ ਵਾਰੀ ਰੇਹ ਦੇ ਭਲੇ ਖੇਦਰ ਦੱਸੋ ਕੀ ਗੱਲ ਹੈ ਜਾਂ ਕਮਾਲ ਹੈ। ਆਪਣੀ ਖੁਰਾਕ ਜਿਵੇਂ ਆਪਾਂ ਰਸੋਈ ਚ ਰੱਖਦੇ ਹਾਂ, ਤੇ ਇਹਨਾਂ ਦੀ ਵੀ ਰਸੋਈ ਬਣਾਈਏ ਛੋਟੀ ਜਿਹੀ ਸ਼ੈੱਡ ਦੇ ਇੱਕ ਪਾਸੇ, ਜਿੱਥੇ ਆਪਣਾ ਸਾਰਾ ਸਮਾਨ ਰੱਖਿਆ ਜਾਵੇ। ਤੋ ਇਹ ਸਾਰਾ ਜਿਹੜਾ ਸੀਗਾ ਫੀਡ ਬਾਰੇ ਗੱਲ ਕੀਤੀ। ਸਾਫ ਦੁੱਧ ਦੀ ਪੈਦਾਵਾਰ ਤੇ ਵੀ ਆਪਾਂ ਕਰ ਸਕਦੇ ਹਾਂ ਬਈ ਕਰਨਾ ਹੈ, ਤਾਂ ਸਾਫ ਦੁੱਧ ਦੀ ਪੈਦਾਵਾਰ ਬਹੁਤ ਜ਼ਰੂਰੀ ਆ। ਉਹਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਮਸਟਾਈਟਸ ਜਿਹੜਾ ਵਾ ਉਹਦਾ ਬਚਾਅ ਰੱਖਣਾ ਚਾਹੀਦਾ। ਉਹਦੇ ਵਾਸਤੇ ਇੱਕ ਸਭ ਤੋਂ ਪਹਿਲਾਂ ਪਸ਼ੂ ਦਾ ਹਵਾਨਾ ਜਿਹੜਾ ਥਣ ਹੈ ਉਹਦਾ ਸਿਰ ਜ਼ਰੂਰੀ ਹੈ। ਸਾਡੇ ਕਰਦੇ ਆ ਕਿ ਵਕਤ ਨੂੰ ਦਿਖਾ ਕੇ ਸਮਝਾਇਓ ਕਿ ਤੁਸੀਂ ਵੀ ਥੋੜਾ ਜਿਹਾ ਲੋਕਾਂ ਨੂੰ ਮੇਰੀਆਂ ਗੱਲਾਂ ਦੱਸ ਦਿਓ। ਧਾਰ ਚੋਣ ਤੋਂ ਬਾਅਦ ਹੁਣ ਸਿਆਲਾਂ ਆਉਣੇ ਨੇ, ਸਿਆਲ ਆਉਣਗੇ, ਧਾਰ ਚੋਰੀ ਥਾਪੀ ਦੇਤੀ, ਉੱਤੋਂ ਕਰੀਮ ਜੀ ਕੱਢ ਕੇ ਸਾਨੂੰ ਲਾ ਦੀ, ਉਹ ਚੋਂ ਝੱਗ ਜੀ ਲਾ ਕੇ, ਉਹ ਝੱਗ ਜਿਹੜੀ ਉਹ ਚ ਕੀਟਾਣੂ ਭੱਜੇ ਆਉਂਦੇ ਏਅਰ ਦੇ, ਜਿਹੜੇ ਖੁਰਲੀ ਦੇ ਇੱਧਰ ਉੱਧਰ ਫਿਰਦੇ ਉੱਡੇ, ਉਹ ਵੇਖੀ ਜਾਂਦੇ ਧਾਰ ਕੱਢਣਾ ਇਸਦਾਰ, ਉਹਨੇ ਥਣ ਚੰਦਰ ਵੜ ਜਾਣਾ, ਥਣ ਦੀ ਮੂੜੀ ਬੰਦ ਕਰ ਦੇਣੀ ਆ। ਫਿਰ ਬਸ ਥਣ ਗਿਆ। ਫਿਰ ਪਹਿਲਾਂ ਤਾਂ ਆਪਾਂ ਕੀ ਕਰਦੇ ਆ ਵੀ ਇਹਨੂੰ ਪਾਣੀ ਝਾਰਾ ਕਰਾ ਲਿਆ, ਇਹਨੂੰ ਫਿਰ ਆਹ ਕਰਾ ਦੇ, ਬਾਬੇ ਦੀ ਪੂਜਾ ਕਰਦੇ, ਉੱਥੋਂ ਆਹ ਕਰ ਲਾ। ਜਦੋਂ ਥਣ ਬੰਦ ਹੋ ਜਾਂਦਾ ਫਿਰ ਡਾਕਟਰ ਕੋਲ ਜਾ ਬੰਦੇ। ਇਹ ਉਹਦਾ ਕੋਈ ਇਲਾਜ ਨਹੀਂ ਗਾ। ਜਦੋਂ ਥਣ ਬੰਦ ਹੋ ਗਿਆ ਫਿਰ ਥਣ ਬੰਦ ਹੀ ਹੋ ਗਿਆ ਪੱਕਾ, ਫਿਰ ਨਹੀਂ ਖੁੱਲਦਾ, ਅੰਦਰ ਸਿਸਟਮ ਨਹੀਂ ਹੋ ਜਾਏ। ਇਸ ਕਰਕੇ ਇਹ ਸਾਫ ਦੁੱਧ ਦੀ ਪੈਦਾਵਾਰ ਲਈ ਮਸਟਾਈਟਸ
ਆਲੇ ਦੁਆਲੇ ਸਾਫ ਸਫਾਈ, ਭਾਂਡੇ ਦੀ ਸਾਫ ਸਫਾਈ, ਭਾਂਡਾ ਬਾਲਟੀ ਜਿਹੜੀ ਆ ਉਹ ਰਿਪਟਾ ਰਹਿਤ ਕਿਰਮ ਰਹਿਤ ਹੋਵੇ। ਉਹ ਤੋਂ ਬਾਅਦ ਜਿਹੜਾ ਵਾ ਚਵਾਵਾ ਸਾਫ ਸੁਥਰਾ ਹੋਵੇ, ਵਾਲ ਨਾ ਡਿੱਗਣ। ਤਾਂ ਦੁੱਧ ਨੂੰ ਚੋਣ ਤੋਂ 15-20 ਮਿੰਟ ਵਿੱਚ ਵੇਚ ਦਿਓ, ਤੇ ਨਹੀਂ ਉਹ ਤੁਹਾਡੇ ਕੋਲੇ ਪਿਆ ਖਰਾਬ ਹੋ ਜਾਣਾ। ਉਹਦੇ ਸੋਸਾਇਟੀ ਆ ਉਹਦੇ ਜਾਂ ਤੁਹਾਡਾ ਜਿਹੜਾ ਦੁੱਧ ਖਰੀਦਣ ਵਾਲਾ ਉਹਨੂੰ ਕਹਾਂ ਵੀ ਭਾਈ ਆਹ ਟਾਈਮ ਹੈ ਦੁੱਧ ਲੈ ਜਾ, ਤਾਂ ਕਿ ਅੱਧੇ ਘੰਟੇ ਦੇ ਵਿੱਚ ਠੰਡਾ ਹੋ ਜਾਵੇ। ਹੁਣ ਕੀ ਹੈ ਕਿ ਦੁੱਧ 4-4 ਘੰਟੇ ਸੜਕਾਂ ਤੇ ਗੇੜੇ ਦੇ ਜਾਂਦਾ ਹੈ, 1.5 ਘੰਟਾ ਆਪਣੇ ਪਿੰਡ 'ਚ ਹੀ ਪੈ ਰਹਿੰਦਾ। ਫਿਰ ਉਹ ਤੋਂ ਬਾਅਦ 1.5 ਘੰਟਾ ਇਹ ਯਾਤਰਾ ਕਰਦਾ ਸੜਕਾਂ ਦੀ। ਫਿਰ ਉਹ ਤੋਂ ਬਾਅਦ ਕਿਸੇ ਕੋਲ ਪਹੁੰਚਦਾ ਉਹਨੂੰ ਕਾਸਟਿਕ ਲਾਦਾ, ਕਦੇ ਕੁਛ ਲਾਦਾ ਇਹਦੇ 'ਚ, ਕਦੇ ਫਾਰਮੂਲਾ ਲਾਤੀ। ਉਹ ਕੁਆਲਿਟੀ ਜਿਹੜੀ ਮਾੜੀ ਮੋਟੀ ਪੈਦਾ ਕਰਦੇ ਆ ਉਹਦਾ ਕੰਮ ਖਰਾਬ ਹੋ ਜਾਂਦਾ ਹੈ। ਇਹ ਇੰਨਾ ਕੁ ਸੀਗਾ। ਜੇ ਕੋਈ ਹੁਣ ਸਵਾਲ ਆਪਾਂ ਲੈ ਲਈਏ, ਅਰੁਣ ਜੀ, ਜੋਸ਼ਨ ਜੀ, ਹੈਲੋ। ਇੱਕ ਦੋ ਟੌਪਿਕ ਕਰ ਦਈਏ। ਡਾਕਟਰ ਸਾਹਿਬ ਤੁਹਾਡੇ ਕੋਲ ਕੁਐਸਚਨ ਪਹੁੰਚੇ ਨੇ ਕੁਝ ਜਿਹੜੇ ਕੈਂਡੀਡੇਟਸ ਦੇ ਹੈ? ਹਾਂ ਉਹ ਕਰ ਲਓ ਜੀ, ਆਪਾਂ ਕਰ ਦਈਏ, ਨਿਬੇੜ ਦਈਏ। ਅੱਛਾ ਜੀ, ਚਲੋ ਮੇਰੇ ਕੋਲ ਕੁਝ ਕੁਐਸਚਨ ਪਹੁੰਚੇ ਆ ਕੈਂਡੀਡੇਟ ਦੇ। ਪਹਿਲਾ ਤਾਂ ਹੈ, ਕੈਂਡੀਡੇਟ ਨੇ ਪੁੱਛਿਆ ਬਈ ਨਵਾਂ ਡੇਅਰੀ ਫਾਰਮ ਜੇ ਆਪਾਂ ਸਟਾਰਟ ਕਰਨਾ ਹੋਵੇ ਤਾਂ ਕਿੰਨੀ ਕੁ ਉਹਦੀ ਗਾਵਾਂ ਮੱਝਾਂ ਦੀ ਗਿਣਤੀ ਰੱਖਣੀ ਚਾਹੀਦੀ ਹੈ ਸਟਾਰਟ ਕਰਨ ਵਾਸਤੇ? ਵਾਹ, ਬਿਲਕੁਲ। ਨਵਾਂ ਧੰਦਾ ਕੋਈ ਵੀ ਕਰਨਾ ਤੇ ਚਾਦਰ ਵੇਖ ਕੇ ਪੈਰ ਪਸਾਰਨੇ ਆ। ਬਹੁਤਾ ਛੋਟਾ ਤੇ ਬਹੁਤਾ ਵੱਡਾ ਵੀ ਨਹੀਂ ਕਰਨਾ। 10 ਪਸ਼ੂਆਂ ਦਾ ਡੇਅਰੀ ਫਾਰਮ ਜਿਹੜਾ ਵਾ ਉਹ ਆਈਡੀਅਲੀ ਸੂਟੇਬਲ ਹੈ, ਜਿਹਦੇ ਵਿੱਚੋਂ ਐਟ ਏ ਗਿਵਨ ਪੁਆਇੰਟ ਆਫ ਟਾਈਮ 6 ਐਨੀਮਲ ਦੁੱਧ ਦੇ ਸਕਦੇ ਆ, ਤੇ 4 ਜਦੋਂ ਤੋਂ ਭੱਜ ਵੀ ਜਾਣ ਤਾਂ ਖਰਚਾ ਪੂਰਾ ਹੁੰਦਾ ਹੈ। ਇਸ ਵੇਲੇ 10 ਪਸ਼ੂਆਂ ਤੋਂ ਜਿਹੜਾ ਘੱਟ, ਤੇ ਜਦੋਂ 10 ਹੋ ਜਾਣਗੇ ਤਾਂ ਅਗਲੇ 2 ਸਾਲਾਂ 3 ਸਾਲਾਂ 'ਚ ਉਹ 15 ਵੀ ਹੋ ਸਕਦੇ ਆ। ਤੇ ਕਿ 10 ਇਜ਼ ਦਾ ਸੂਟੇਬਲ ਸਟਰੈਂਥ ਆਫ ਡੇਅਰੀ ਫਾਰਮ। ਤੇ ਇੱਕ ਨਵਾਂ ਸ਼ੈੱਡ ਜੇ ਆਪਾਂ ਪਾਉਣਾ ਹੋਵੇ ਤਾਂ ਉਹਦੀ ਕੋਸਟ ਕਿੰਨੀ ਕੁ ਬਣਦੀ ਆ? ਹਾਂ, ਬੜਾ ਸੋਹਣਾ ਸਵਾਲ ਹੈ। ਵੈਸੇ ਮੇਰੀ ਸ਼ੈੱਡ ਤੇ ਤਾਂ CD ਵੀ ਆਈ ਹੈ, ਉਹ ਵੇਖ ਸਕਦੇ YouTube ਤੇ ਪਾਈ ਹੋਈ ਹੈ। ਸ਼ੈੱਡ ਜਿਹੜਾ ਨਵਾਂ ਜਿਹੜਾ ਆਪਾਂ 40 ਬਾਈ 42 ਬਾਈ 3 30 ਦਾ ਕਿਹਾ, ਇਹ ਸਰ 4 ਲੱਖ ਦਾ ਬਣਦਾ। ਇਹਦੇ ਤੇ 1 ਲੱਖ ਰੁਪਇਆ ਪੰਜਾਬ ਡੇਅਰੀ ਬੋਰਡ ਵੱਲੋਂ ਸਬਸਿਡੀ ਮਿਲ ਜਾਂਦੀ ਹੈ। ਇਹ 10 ਪਸ਼ੂਆਂ ਦਾ, ਜਿਵੇਂ ਹੁਣ ਭਾਜੀ ਨੇ ਸਵਾਲ ਕੀਤਾ ਉਹਨਾਂ ਵਾਸਤੇ ਹੈ। ਜੇ ਮੈਂ 20 ਪਸ਼ੂ ਰੱਖਣੇ ਆ ਤਾਂ ਮੇਰਾ 60 ਫੁੱਟ ਲੰਮਾ 42 ਫੁੱਟ ਚੌੜਾ ਸ਼ੈੱਡ ਹੈ। ਉਹਦੇ ਤੇ ਕਾਸਟ ਆਉਂਦੀ ਸਰ 1.5 ਲੱਖ ਰੁਪਇਆ ਸਬਸਿਡੀ ਪੰਜਾਬ ਡੇਅਰੀ ਬੋਰਡ ਕੋਲ ਉਪਲਬਧ ਹੈ। ਉਹ ਆਪਾਂ ਆਪਣੇ ਡਿਪਾਰਟਮੈਂਟ ਤੋਂ ਜਾ ਕੇ ਲੈ ਸਕਦੇ ਹਾਂ। ਤੀਜੀ ਜਿਹੜੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਸੀ ਉਹ ਹੈਗਾ ਕਿ ਮਨਰੇਗਾ, ਕਿਉਂਕਿ ਸਾਰੇ ਮੇਰੇ ਦੋਸਤ ਨੇ ਜਿੰਨੇ ਮਨਰੇਗਾ ਸਾਰਿਆਂ ਨੂੰ ਜਾਣਦੇ ਨੇ। 2014 ਦੀਆਂ ਗਾਈਡਲਾਈਨਾਂ ਦੇ ਵਿੱਚ 2.5 ਕਿੱਲਿਆਂ ਤੋਂ ਥੱਲੇ ਵਾਲਾ ਜਿਹੜਾ ਫਾਰਮਰ ਹੈ ਉਹ ਵੀ ਆਪਣੇ ਪਸ਼ੂਆਂ ਲਈ ਸ਼ੈੱਡ ਮਨਰੇਗਾ ਚੋਂ ਬਣਾ ਸਕਦਾ ਹੈ। ਜੇ 6 ਪਸ਼ੂਆਂ ਦਾ ਸ਼ੈੱਡ ਹੈ ਤਾਂ ਉਹਦੇ ਤੇ 1 ਲੱਖ ਰੁਪਇਆ ਖਰਚਾ ਆਉਂਦਾ। ਸਾਰੇ ਦਾ ਸਾਰਾ ਖਰਚਾ ਮਨਰੇਗਾ ਵੱਲੋਂ ਦਿੱਤਾ ਜਾਂਦਾ ਹੈ, ਪ੍ਰੋਵਾਈਡਡ ਕਿ ਉਹਦਾ ਜੋਬ ਕਾਰਡ ਬਣਿਆ ਹੋਵੇ, ਬੰਦੇ ਦਾ ਪਿੰਡ 'ਚ ਰਹਿਣ ਵਾਲਾ ਹੋਵੇ। ਜਿਹੜਾ 4 ਪਸ਼ੂਆਂ ਦਾ ਸ਼ੈੱਡ ਆ ਉਹਦੇ 60,000 ਖਰਚਾ ਆਉਂਦਾ। ਉਹ ਦੋਨੇ ਡਿਜ਼ਾਈਨ ਮੇਰੇ ਬਣਾਏ ਹੋਏ ਆ। ਉਹਦੇ ਤੇ 60,000 ਰੁਪਏ ਦਾ ਖਰਚਾ ਆਉਂਦਾ, ਤੇ ਉਹ ਵੀ ਉਹੀ ਜੋਬ ਕਾਰਡ ਜਿਹੜੇ ਪਾ ਸਕਦੇ ਆ। ਜੋਬ ਮਨਰੇਗਾ ਨੂੰ ਜਦੋਂ ਖੋਲ ਦਿੱਤਾ ਤਾਂ ਉਹਦੇ ਵਿੱਚ 3 ਗੱਲਾਂ ਉਹਨਾਂ ਨੇ ਕਹੀਆਂ ਨੇ। ਇੱਕ ਤੇ ਜੀ ਜਿਹੜੀ ਸਾਡੀਆਂ ਵਿਧਵਾ ਭੈਣਾਂ ਨੇ, ਵੂਮਨ ਲੈਡ ਹਾਊਸ ਹੋਲਡ ਜਿਹੜੇ ਨੇ ਉਹ। ਦੂਜਾ 2.5 ਕਿੱਲਿਆਂ ਤੋਂ ਛੋਟਾ ਜਿਨ੍ਹਾਂ ਨੂੰ ਪਿੱਛੇ ਆਪਾਂ ਕਰਜ਼ੇ ਮਾਫੀ ਯੋਜਨਾ ਹੇਠ ਲਿਆਂਦਾ, PM ਕਿਸਾਨ ਕਹਿ ਦਿੰਦੇ ਅਸੀਂ ਉਹਨੂੰ। ਤੀਜਾ ਜਿਹੜੇ ਹੈਂਡੀਕੈਪ ਨੇ, SC ਭਰਾ ਮੇਰੇ ਪਹਿਲਾਂ ਹੀ ਮਨਰੇਗਾ ਦੇ ਜੋਬ ਕਾਰਡ ਬਣੇ ਹੋਏ ਆ, ਤੇ ਉਹ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਇੱਧਰੋਂ ਕਰਨ। ਦੂਜਾ ਕੁਛ ਤੁਹਾਡੇ 'ਚ ਦੋਸਤ ਬੈਠੇ ਆ ਤਰਨਤਾਰਨ, ਬਠਿੰਡਾ ਤੇ ਇਹਦੇ ਲੁਧਿਆਣਾ ਦੇ। ਇਹਨਾਂ ਦੇ 62 ਪਿੰਡ ਲੁਧਿਆਣੇ ਦੇ, 39 ਪਿੰਡ ਤਰਨਤਾਰਨ ਦੇ, ਤੇ 34-35 ਪਿੰਡ ਜਿਹੜੇ ਬਠਿੰਡੇ ਦੇ। ਉਹ ਕਲਾਈਮੇਟ ਰਿਸਿਲੀਐਂਟ ਲਾਈਵ ਸਟਾਕ ਪ੍ਰੋਡਕਸ਼ਨ ਇਨ ਦੀ ਸਟੇਟ ਆਫ ਪੰਜਾਬ ਇੱਕ ਨਵੀਂ ਯੋਜਨਾ ਮੇਰੀ ਚਲਾਈ ਹੋਈ ਆ। ਉਹਦੇ ਵਿੱਚ ਵੀ ਉਹ 75% ਸਬਸਿਡੀ ਇਹਨਾਂ ਸ਼ੈੱਡਾਂ ਤੇ ਲੈ ਸਕਦੇ ਆ। ਨੈਕਸਟ ਕੁਐਸਚਨ ਸਰ ਆਪਣੇ ਕੋਲ ਹੈ, ਬਲੈਕ ਮੈਸਟਾਈਟਿਸ ਦਾ ਕੋਈ ਟ੍ਰੀਟਮੈਂਟ? ਨਹੀਂ, ਬਲੈਕ ਮੈਸਟਾਈਟਿਸ ਨਹੀਂ, ਇਕੱਲੀ ਮੈਸਟਾਈਟਿਸ ਹੀ ਹੁੰਦੀ ਹੈ। ਮੈਸਟਾਈਟਿਸ ਬਣੇ ਜਿਵੇਂ ਭਰੂਣ ਵੀ ਕਹਿ ਦਿੰਦੇ ਆ, ਭਰੂਣ ਕਹਿੰਦੇ ਆ। ਤੇ ਇਹ ਜਿਹੜਾ ਵਾ ਮੈਸਟਾਈਟਿਸ ਦੇ 2 ਕਾਰਨ ਹੈ, ਇੱਕ ਤਾਂ ਕਿ ਬਾਹਰੀ ਕਾਰਨ, ਇੱਕ ਅੰਦਰੂਨੀ ਕਾਰਨ।
ਟੱਚ ਕਰ ਲਿਆ ਸੀ ਕਿ ਜਿਹੜਾ ਦੁੱਧ ਧਾਰ ਚੋਣ ਤੋਂ ਅੱਧਾ ਘੰਟਾ ਬਾਅਦ ਤੱਕ ਜਿਹੜੀ ਮੋਰੀ ਖੁੱਲੀ ਰਹਿੰਦੀ ਹੈ, ਉਸ ਵੇਲੇ ਮੋਰੀ ਖੁੱਲੀ ਰਹਿਣ ਦੇ ਵਿੱਚ ਬਾਹਰੋਂ ਜਿਹੜੇ ਜਦੋਂ ਦੁੱਧ ਨਿਕਲਿਆ ਸੀ ਉਹ ਮੋਰੀ ਦੇ ਵਿੱਚੋਂ ਬਾਹਰੋਂ ਵਿਸ਼ਾਣੂ ਅੰਦਰ ਚਲੇ ਜਾਂਦੇ ਆ। ਉਹ ਇਸ ਕਰਕੇ ਜਦੋਂ ਪਸ਼ੂ ਨੂੰ ਧਾਰ ਚੋਣ ਤੋਂ ਅੱਧਾ ਘੰਟਾ ਤੱਕ ਬੈਠਣ ਨਹੀਂ ਦੇਣਾ। ਕਈ ਮੇਰੇ ਵੀਰ ਕੀ ਕਰਦੇ ਆ ਕਿ ਧਾਰ ਚੋਣ ਤੋਂ ਪਹਿਲਾਂ ਖੁਰਾਕ ਪਾਉਂਦੇ। ਮੇਰੇ ਹਿਸਾਬ ਨਾਲ ਜੇ ਪਸ਼ੂ ਨੂੰ ਬੈਠਣ ਨਹੀਂ ਦੇਣਾ ਤਾਂ ਉਹਨੂੰ ਖੁਰਾਕ ਪਾ ਕੇ ਕਰਦਾ। ਦੂਜਾ ਜਿਹੜਾ ਉਹਦਾ ਬਾਹਰੀ ਕਾਰਨ ਇਹ ਹੈ ਕਿ ਜਿਹੜਾ ਸਾਡਾ ਚਵਾਵਾ ਹੈ ਉਹ ਸਾਫ ਸੁਥਰਾ ਨਹੀਂ ਹੈਗਾ ਤੇ ਉਹਦੇ ਥਣ ਦੇ ਅੰਦਰ ਉਹ ਚਲੇ ਗਏ। ਬਹੁਤਾ ਜਿਹੜਾ ਇਹਦੇ ਵਿੱਚ ਹੈਗਾ ਉਹ ਅਗੇਨ ਮਿਨਰਲ ਡੈਫੀਸ਼ੀਐਂਸੀ ਹੈ। ਆਪਾਂ ਗੱਲ ਕਰਕੇ ਆਏ ਸੀਗੇ ਕਿ ਜਿਹੜੇ ਆਪਾਂ ਕੈਲਸ਼ੀਅਮ ਦੀ ਗੱਲ ਕੀਤੀ ਸੀ, ਆਪਾਂ ਦੂਸਰੀ ਵੀ ਗੱਲ ਕੀਤੀ ਸੀ, ਤਾਂ ਅੰਦਰੋਂ ਵੀ ਜੇ ਕਿਤੇ ਕਿਸੇ ਕਾਰਨ ਕਰਕੇ ਕਿਸੇ ਚੀਜ਼ ਦੀ ਘਾਟ ਹੈਗੀ ਆ ਤਾਂ ਉਹ ਮਸਟਾਈਟਸ ਦਾ ਕਾਰਨ ਬਣਦੀ ਹੈ। ਪਰ 90% ਜਿਹੜੀ ਮਸਟਾਈਟਸ ਆ ਕੰਟਰੋਲ ਕੀਤੀ ਜਾ ਸਕਦੀ ਹੈ ਜੇ ਸ਼ੈੱਡ ਸਾਫ ਸੁਥਰਾ, ਜਿਸ ਤਰ੍ਹਾਂ ਦੀ ਆਪਾਂ ਗੱਲ ਕੀਤੀ ਸਾਰੇ ਸਿਸਟਮ ਦੇ ਵਿੱਚ ਸਾਫ ਸੁਥਰਾ ਐਨਵਾਇਰਨਮੈਂਟ, ਸਾਫ ਸੁਥਰਾ ਚਵਾਵਾ ਸਾਫ ਸੁਥਰਾ ਤੇ ਉਹਦੀ ਜਿਹੜੀ ਆਪਾਂ ਜਿਹੜੀ ਮੋਰੀ ਉਹਦੀ ਸਾਫ ਸੁਥਰੀ। ਹਾਂ, ਜੇ ਜਿਵੇਂ 10 ਪਸ਼ੂਆਂ ਦੀ ਗੱਲ ਕੀਤੀ ਹੈ ਤਾਂ ਕੋਸ਼ਿਸ਼ ਕਰੀਏ ਕਿ ਮਸ਼ੀਨੀ ਮਿਲਕਿੰਗ ਨਾ ਕਰੀਏ। ਕਈ ਵਾਰੀ ਕੀ ਹੈ ਕਿ ਧਾਰ ਅਸੀਂ ਚੋਂਦੇ ਆ, ਅੰਗੂਠਾ ਜਿਹੜਾ ਵਾ ਅੰਗੂਠੇ ਦੀ ਦਾਬ ਨਾਲ ਅਸੀਂ ਦੁੱਧ ਕੱਢਦੇ ਆ, ਉੱਥੇ ਉਹਦੀ ਨਾੜ ਜਿਹੜੀ ਆ ਪ੍ਰੈਸ ਹੋ ਜਾਂਦੀ ਦੁੱਧ ਦੀ, ਤੇ ਜਾਂ ਤਾਂ ਉਹ ਪੂਰੀ ਮੁੱਠੀ ਦੀ ਧਾਰ ਕਿੰਨੇ ਉਹ ਜਾ ਜਾਵੇ, ਨਹੀਂ ਤਾਂ ਫਿਰ ਮਿਲਕਿੰਗ ਮਸ਼ੀਨ ਦਾ ਬੈਸਟ, ਜਿਹਦੇ ਨਾਲ ਚਾਰੇ ਥਣਾਂ ਦਾ ਸਾਈਜ਼ ਵੀ ਇੱਕੋ ਜਿਹਾ ਰਹਿੰਦਾ ਤੇ ਮਸਟੈਟਸ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਇਹਦਾ ਇਹ ਹੈ ਕਿ ਇਹਦੀ ਚੇਤਨਤਾ ਇਹੀ ਹੈ ਕਿ ਇਹਦਾ ਜਿਹੜਾ ਰਾਸ਼ਨ ਧਾਤਾਂ ਖਾਸ ਕਰਕੇ ਤੇ ਉਹਦਾ ਜਿਹੜਾ ਸਮੇਂ ਸਿਰ ਇਲਾਜ। ਮਸਟਾਈਟਸ ਕੋਈ ਓਵਰਨਾਈਟ ਨਹੀਂ ਹੁੰਦੀ। ਮਸਟਾਈਟਸ ਕੋਈ ਇਹ ਨਹੀਂ ਕਿ ਅੱਜ ਹੀ ਹੋਈ ਤਾਂ ਕੱਲ ਨੂੰ ਹੋ ਜਾਣੀ ਹੈ। ਸਾਨੂੰ ਉਹਦੀ ਇੰਡੀਕੇਸ਼ਨ ਪਹਿਲਾਂ ਆ ਜਾਂਦੀ ਹੈ। ਇੱਕ ਪੈਟਰੀ ਡਿਸ਼ ਲੈ ਕੇ, ਛੋਟੀ ਜੀ ਪੈਟਰੀ ਡਿਸ਼ ਲੈ ਕੇ ਜਾਂ ਕੌਲੀ ਲੈ ਕੇ ਅਸੀਂ ਉਹਦੇ ਚ ਧਾਰਾਂ ਗੋਲੀਆਂ ਮਾਰ ਸਕਦੇ ਹਾਂ। ਜੇ ਫੁਹਾਰਾ ਬਣਦਾ, ਜੇ ਧਾਰ ਸਟਿਕਦੀ ਇਕੱਠੀ ਫਿਰ ਤਾਂ ਕੋਈ ਸਮੱਸਿਆ ਨਹੀਂ। ਜੇ ਫੁਹਾਰਾ ਬਣਦਾ ਤਾਂ ਫੁਹਾਰੇ ਤੋਂ ਬਾਅਦ ਛਿੱਦੀ ਬਣੂਗੀ, ਛਿੱਦੀ ਤੋਂ ਬਾਅਦ ਮਸਟਾਈਟਸ ਹੋਊਗਾ ਹੀ ਹੋਊਗਾ। ਇੱਕ ਸਭ ਤੋਂ ਇੰਪੋਰਟੈਂਟ ਕੰਮ ਹੈ ਕਿ ਉਹਨੂੰ ਹਵਾਨੇ ਨੂੰ ਧਾਰ ਚੋਣ ਤੋਂ ਪਹਿਲਾਂ ਤਾਂ ਆਪਾਂ ਸਾਫ਼ ਕਰਦੇ ਆ, ਸਾਰੀਆਂ ਹੀ ਤਕਰੀਬਨ ਬੁੜੀਆਂ ਤੇ ਸਾਰੇ ਹੀ ਬੰਦੇ ਕਰਦੇ ਨੇ, ਬਟ ਅਖੀਰ ਤੇ ਆ ਕੇ ਉਹਨੂੰ ਦਵਾਈ ਚ ਡੁੱਬਾ ਦਿੱਤਾ ਜਾਂਦਾ ਹੈ। ਬਹੁਤ ਸੋਹਣੀਆਂ ਦਵਾਈਆਂ ਜਿਹੜੀਆਂ ਨੇ ਉਹ ਸਪਰੇਆਂ ਵੀ ਆਈਆਂ ਨੇ, ਹੀਟ ਡਿਪ ਦੀ ਵੀ ਆਈਆਂ ਨੇ, ਤੇ ਬਟ ਜਿਹੜਾ ਸਭ ਤੋਂ ਵਧੀਆ ਚੀਜ਼ ਆ ਜਿਹੜੀ ਸੌਖੀ ਜੀ ਉਹ ਗਲਿਸਰੀਨ ਤੇ ਲਾਲ ਦਵਾਈ ਦਾ ਘੋਲ ਬਣਾ ਕੇ ਥਣ ਦਾ ਡੁੱਬਾ ਦਿੱਤਾ ਜਾਵੇ। ਉਹ ਤੋਂ ਬਾਅਦ ਜਦੋਂ ਜਿਹੜਾ ਇੱਕ ਕੈਲੀਫੋਰਨੀਆ ਟੈਸਟ ਹੁੰਦਾ ਹੈ, ਕੈਲੀਫੋਰਨੀਆ ਟੈਸਟ ਜਿਹੜਾ ਵਾ ਉਹਦੇ ਨਾਲ ਆਪਾਂ ਉਹ ਦ੍ਰਿਸ਼ਟੀ ਤੋਂ ਆਉਂਦੀ ਹੈ, ਉਹ ਪਾ ਕੇ 4 ਖੋਲੀਆਂ ਦੇ ਬਣਿਆ ਹੁੰਦਾ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਚਾਰੇ ਥਣਾਂ ਦਾ ਵੱਖ ਲੈ ਕੇ ਉਹ ਚ ਕੈਲੀਫੋਰਨੀਆ ਦੀ ਇੱਕ ਦਵਾਈ ਹੁੰਦੀ ਹੈ, ਉਹ ਜੋ ਛਿੱਦੀ ਬਣਦੀ ਆ, ਉਹਦੇ ਚ ਕਲੌਟਸ ਬਣਦੇ ਨੇ, ਤਾਂ ਸਮਝ ਲਓ ਕਿ ਮਸਟਾਈਟਸ ਆ ਗਈ ਹੈ ਜਾਂ ਆਉਣ ਵਾਲੀ ਹੈ। ਉਹਦੀ ਪ੍ਰੀਵੈਂਟਿਵ ਕੇਅਰ ਮਸਟਾਈਟਸ ਦੀ ਹੋ ਸਕਦੀ ਹੈ, ਬਟ ਉਹਦੀ ਜੇ ਕਹੀਏ ਜਦੋਂ ਆ ਗਿਆ ਫਿਰ ਉਹਦਾ ਬਹੁਤ ਜ਼ਿਆਦਾ ਔਖਾ ਕੰਮ ਹੈ, ਫਿਰ ਉਹਨੂੰ ਉਹ ਸੂਆ ਆਪਣਾ ਤਕਰੀਬਨ ਖਰਾਬ ਹੋ ਜਾਂਦਾ ਹੈ। ਇਸ ਤੋਂ ਆਪਾਂ ਵਿਚਾਰ ਰੱਖਣਾ ਜ਼ਰੂਰੀ ਹੈ। ਡਾਕਟਰ ਸਾਹਿਬ, ਅਗਲਾ ਕੁਐਸਚਨ ਆਪਣਾ ਸ਼ੈੱਡ ਦੇ ਬਾਰੇ ਹੈ ਵੀ ਸ਼ੈੱਡ ਦੀ ਬਣਤਰ ਦੁੱਧ ਦੀ ਪੈਦਾਵਾਰ ਤੇ ਅਸਰ ਪਾਉਂਦੀ ਆ, ਤੇ ਸ਼ੈੱਡ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ? ਹਾਂ, ਸ਼ੈੱਡ ਦੀ ਬਣਤਰ ਜਿਸ ਤਰ੍ਹਾਂ ਆਪਾਂ ਕਹਿੰਦੇ ਆ 3 ਗੱਲਾਂ ਦੇ ਅਸਰ ਪਾਉਂਦੀ ਹੈ: ਪ੍ਰੋਡਕਸ਼ਨ, ਪ੍ਰੋਡਕਟਿਵਿਟੀ ਤੇ ਪ੍ਰੋਫਿਟੇਬਿਲਿਟੀ। ਪ੍ਰੋਡਕਸ਼ਨ ਦਾ ਮਤਲਬ ਹੈ ਕਿ ਦੁੱਧ ਦੀ ਪੈਦਾਵਾਰ। ਪ੍ਰੋਡਕਸ਼ਨ ਜਦੋਂ ਐਨੀਮਲ ਖੁੱਲਾ ਰਹਿੰਦਾ ਹੈ, ਉਹ ਤੁਰੂ ਫਿਰੂਗਾ, ਭੱਜੂ ਨੱਠੂਗਾ, ਉਹਨੂੰ ਭੁੱਖ ਜ਼ਿਆਦਾ ਲੱਗੂਗੀ, ਇਨਟੇਕ ਵਧੂਗਾ, ਖੁਰਾਕ ਵੱਧ ਖਾਊਗਾ, ਪਾਣੀ ਵੇਲੇ ਪਾਣੀ ਪੀਊਗਾ, ਖਾਣੇ ਵੇਲੇ ਖਾਣਾ ਖਾਊਗਾ। ਹੁਣ ਕੀ ਹੈ, ਬੰਨਿਆ ਹੋਇਆ ਸਿਸਟਮ ਹੈ ਪਾਣੀ ਦਾ। ਜਦੋਂ ਸਾਨੂੰ ਫਰੀ ਆ ਵੀ ਹੁਣ ਸਾਡਾ ਵਿਹਲੇ ਆ, ਡੰਗਰਾਂ ਨੂੰ ਪਾਣੀ ਵੀ ਪਿਆ ਦਿੰਦੇ ਆ। ਉਹ ਜਿਹੜੇ ਡੰਗਰ 20 ਕਿਲੋ 25 ਦਿਨਾਂ ਤੋਂ ਘੱਟੋ ਘੱਟ ਉਹਨੂੰ 100 ਕਿਲੋ ਪਾਣੀ ਤੇ ਪੀਣਾ ਚਾਹੀਦਾ। ਆਪਾਂ ਨਹੀਂ ਪਿਆ ਸਕਦੇ, ਇਸ ਕਰਕੇ ਪ੍ਰੋਡਕਸ਼ਨ ਵਧ ਰਹੀ ਹੈ। ਪ੍ਰੋਡਕਟਿਵਿਟੀ ਕਿਵੇਂ ਬਣਨੀ ਹੈ ਕਿ ਜੇ ਪਸ਼ੂ ਖੁੱਲਾ ਹੈ, ਆਪਾਂ ਸਾਰੇ ਜਾਣਦੇ ਆ ਕਿ ਉਹ ਪਸ਼ੂ ਖੁੱਲਾ ਹੈ ਤੇ ਹੇਹੇ ਚ ਆਉਂਦਾ ਹੈ ਜਾਂ ਹੇਹੇ ਚ ਉਹ ਬੇਚੈਨੀ ਮਹਿਸੂਸ ਕਰਦਾ ਹੈ, ਨੱਚਦਾ ਹੈ, ਭੱਜਦਾ ਹੈ, ਟੱਪਦਾ ਹੈ। ਤੇ ਜਦੋਂ ਖੁੱਲਾ ਹੋਊਗਾ ਤੇ ਟੱਪੂਗਾ ਤਾਂ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਹੁਣ ਇਹਦੋਂ ਤਾਰਾ ਕਰੂਗਾ, ਤੇ ਇਹਦੀ ਆਪਾਂ ਪ੍ਰੋਡਕਟ ਜਿਹੜੀ ਆ ਆਪਾਂ ਨੋਟ ਕਰ ਲਿਆ ਇਹਨੂੰ ਕਿ ਇਹ ਐਨੀਮਲ ਜਿਹੜਾ ਹੀਟ ਚ ਆਉਣ ਹੀ ਵਾਲਾ ਹੈ। ਤਾਂ ਉਹਦੀ ਜਿਹੜੀ ਪ੍ਰੋਡਕਟਿਵਿਟੀ ਹੈ, ਜਿਹੜੀ ਪ੍ਰਜਨਨ ਕਿਰਿਆ ਉਹ ਉਦੋਂ ਫੜਿਆ ਜਾਂਦਾ ਹੈ।
ਪ੍ਰੋਫਿਟੇਬਿਲਿਟੀ ਜਦੋਂ ਦੋਨੇ ਚੀਜ਼ਾਂ ਰਲ ਜਾਂਦੀਆਂ ਨੇ ਪੈਦਾਵਾਰ ਵੀ ਵੱਧ ਜਾਂਦੀ ਹੈ। ਮੇਰਾ ਆਪਣਾ ਤਜਰਬਾ ਹੈ ਕਿ ਜਿਹੜੇ ਸਾਡੇ ਵਾਲੇ ਛੱਡਾਂ 'ਚ 3-4 ਕਿਲੋ ਦੁੱਧ ਪਸ਼ੂ ਦਾ ਜਿਹੜੇ ਟਾਈਡ ਸਿਸਟਮ ਨਾਲ ਵੱਧ ਜਾਂਦਾ ਹੈ ਔਰ ਹੇਠ ਦੀ ਪਛਾਣ ਹੋ ਜਾਂਦੀ ਹੈ। ਦੂਜੀ ਜਦੋਂ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਵੱਧਦੀ ਹੈ ਤੇ ਸਾਫ਼ ਦੁੱਧ ਪੈਦਾਵਾਰ ਹੁੰਦਾ ਹੈ, ਉਦੋਂ ਸਸਟੇਨੇਬਿਲਿਟੀ ਤੇ ਵਾਇਬਿਲਿਟੀ ਆਪਣੇ ਵੀ ਵੱਧ ਜਾਂਦੀਆਂ ਨੇ। ਇਸ ਕਰਕੇ ਸ਼ੈੱਡ ਦਾ ਬਹੁਤ ਵੱਡਾ ਯੋਗਦਾਨ ਹੈ। ਯੋਗਦਾਨ ਦਾ ਹਰੇਕ ਪਹਿਲੂ ਦਾ ਹੀ ਹੈ, ਬਟ ਸ਼ੈੱਡ ਦਾ ਆਪਣਾ ਇੱਕ ਮਹੱਤਵ ਹੈ। ਠੀਕ ਹੈ ਜੀ। ਅੱਗੇ ਹੈ ਜੀ ਲਵੇਰੀ ਗਾਂ ਲਈ ਫੀਡ ਫਾਰਮੂਲਾ ਕੀ ਹੈ ਜੀ? ਲਵੇਰੀ ਦਾ ਜਿਹੜੇ ਸੱਜਰ ਸੂਈ ਗਾਂ ਹੈ ਉਹ ਉਸ ਵੇਲੇ ਉਸ ਨੂੰ ਇੰਦਰਚ ਪ੍ਰੋਟੀਨ ਤੇ ਇੰਦਰਚ ਲੈਕਟੋਜ਼ ਖੁਰਾਕ ਚਾਹੀਦੀ ਹੈ, ਕਿਉਂਕਿ ਉਹ ਸਿਰਫ ਉਹਨੇ ਇੱਕ ਤਾਂ ਉਹਦੀ ਅੰਦਰਲੇ ਸੈੱਲਾਂ ਦੀ ਟੁੱਟ ਭੱਜ, ਅੰਦਰਲੀ ਬਾਡੀ ਦੀ ਬੱਚੇਦਾਨੀ ਦੀ ਰਿਪੇਅਰ, ਇੱਕ ਨਾਲ ਦੁੱਧ ਵੀ ਦੇਣਾ ਤੇ ਇੱਕ ਨਾਲ ਉਹਦੇ ਬੱਚੇ ਦਾ ਖਿਆਲ, ਬੱਚੇ ਨੂੰ ਵੀ ਦੁੱਧ ਦੇਣਾ ਹੈ। ਉਸ ਵੇਲੇ ਜ਼ਿਆਦਾ ਤੇਲ ਵਾਲੀ ਜ਼ਿਆਦਾ ਖੁਰਾਕ ਨਹੀਂ ਚਾਹੀਦੀ ਸਾਨੂੰ। ਉਸ ਵੇਲੇ ਸਾਨੂੰ ਪ੍ਰੋਟੀਨ ਰਿਚ ਜਿਹਦੇ ਵਿੱਚ ਖਾਣਾ ਜ਼ਿਆਦਾ ਹੋਣ ਤੇ DOC ਤੇਲ ਰਹਿਤ ਖਾਣਾ ਜ਼ਿਆਦਾ ਹੋਣ ਤੇ ਪੱਠਾ ਰਾਜਮਾ ਸੌਫਟ ਨਰਮਾ ਸੌਫਟ ਹੋਵੇ ਤੇ ਪੱਠਾ ਜਿਹੜਾ ਵਾ ਉਹਦਾ ਜਿਹੜਾ ਬੁਲਾ ਜਿਹਨੂੰ ਲੈਮ ਕਹਿ ਸਕਦੇ ਉਹ ਹੋਵੇ ਤੇ ਦਾ ਮਿਨਰਲ ਮਿਕਸਚਰ ਜਿੱਥੇ 30 ਗ੍ਰਾਮ ਜਾਂ 50 ਗ੍ਰਾਮ ਕਰਕੇ ਉੱਥੇ 60-70 ਕਿਲੋ ਦੇਣਾ ਚਾਹੂਗਾ, ਤਾਂ ਜੋ ਕਿ ਉਹਨੂੰ ਜਿਹੜਾ ਜਿਹੜੀ ਆਪਾਂ ਕਹਿੰਦੇ ਨੇ ਕਿ ਕੈਲਸ਼ੀਅਮ ਦੀ ਘਾਟ ਹੋ ਗਈ ਤੇ ਪਸ਼ੂ ਉੱਠ ਨਹੀਂ ਰਿਹਾ, ਉਹ ਦਿੱਤਾ ਜਾਵੇ। ਲਵੇਰੀ ਗਾਂ ਦੀ ਜਿਹੜੀ ਡਾਈਟ ਆ ਉਹ ਅੰਦਰਚ ਇਨ ਆਲ એનર્ਜੀ ਐਂਡ ਪ੍ਰੋਟੀਨ ਚਾਹੀਦੀ ਹੈ, ਲੈਸ ਫੈਟ ਚਾਹੀਦੀ ਹੈ। ਗਾਵਾਂ ਦੇ ਗੱਭਣ ਨਾ ਹੋਣ ਦੇ ਕੀ ਕਾਰਨ ਹਨ? ਗਾਵਾਂ ਦੇ ਗੱਭਣ ਆਪਾਂ ਕਾਫੀ ਗੱਲ ਕਰ ਦਿੱਤੀ ਹੈ। ਗਾਵਾਂ ਦੇ ਗੱਭਣ ਦੇ ਨਾਮ ਕਰਦੇ ਇੱਕ ਤਾਂ ਬੱਚੇਦਾਨੀ ਦੀ ਕਮਜ਼ੋਰੀ, ਵੀ ਬੱਚੇਦਾਨੀ ਕਮਜ਼ੋਰ ਇਸ ਕਰਕੇ ਰਹੇਗੀ ਕਿ ਉਹ ਜਿਹੜਾ ਅਸੀਂ ਧਾਤਾਂ ਦਾ ਚੂਰਾ ਉਹਨੂੰ ਪੂਰਾ ਨਹੀਂ ਮਿਲਿਆ, ਉਹਨੂੰ ਖੁਰਾਕ ਪੂਰੀ ਨਹੀਂ ਮਿਲੀ। ਕਈ ਵਾਰੀ ਕੀ ਹੈ ਕਿ ਅਸੀਂ ਕਈ ਵਾਰੀ ਜਿਹੜੀ ਮੱਛੀਆਂ ਗਾਵਾਂ ਦੀ ਗੱਲ ਕਰਦੇ ਹਾਂ, ਠੀਕ ਹੈ, ਗਾਵਾਂ ਦੀ ਗੱਲ ਕਰਦੇ ਆ ਤਾਂ ਜਿਹੜੀ ਕਈ ਵਾਰੀ ਉਹਦਾ ਬੋਡੀ ਵੇਟ ਜਿਹੜਾ ਉਹ ਡਿਪੈਂਡ ਕਰਦਾ ਹੈ, ਏਜ ਫੈਕਟਰ ਡਿਪੈਂਡ ਨਹੀਂ ਕਰਦਾ। ਜੇ ਬੋਡੀ ਵੇਟ ਉਹਦਾ ਅੰਡਰ ਵੇਟ ਹੈ 2-2.5 ਕਿਲੋ ਤੋਂ ਘੱਟ ਹੈ ਬਟ ਏਜ ਆ ਜਾਂਦੀ ਹੈ ਉਦੋਂ ਵੇਟ ਜਦੋਂ ਦਾ ਵੇਟ 250 ਕਿਲੋ ਹੋ ਜਾਂਦਾ ਹੈ, ਏਜ ਆ ਜਾਂਦੀ ਹੈ, ਉਦੋਂ ਲਵਾਉਣੀ ਚਾਹੀਦੀ ਹੈ। ਦੂਜਾ ਨਾਰਣ ਦਾ ਕਾਰਨ ਜਿਹੜਾ ਉਹ ਮਾੜਾ ਸੀਮਨ ਲਾਉਣ ਵਾਲਾ, ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਉਹਦੇ ਚ ਆ ਜਾਂਦੀ ਹੈ ਕਿ ਕਈ ਵਾਰ ਬੱਚੇਦਾਨੀ ਦਾ ਬਲੇਵਾ ਜਿਹੜਾ ਵਾ, ਬੱਚੇਦਾਨੀ ਦਾ ਬਲੇਵਾ ਉਹਦੇ ਨਾਲ ਪੱਟੀਕਾ ਤਾਂ ਲਾਤਾ, ਪੱਟੀਕਾ ਜੇ ਕਿਸੇ ਬੱਚ ਨਹੀਂ ਲੱਗਿਆ ਤੇ ਉਹ ਇਹ ਕਾਰਨ ਬਣਦੇ ਆ। ਇਸ ਕਰਕੇ ਗਾਵਾਂ ਨੂੰ ਜਦੋਂ ਖੁੱਲਾ ਰੱਖਾਂਗੇ, ਗਾਵਾਂ ਆਪਣੇ ਹਿਸਾਬ ਨਾਲ ਤੁਰ ਫਿਰਨਗੀਆਂ, ਧਾਤਾਂ ਦਾ ਫੁੱਲ ਦੇਵਾਂਗੇ, ਖੁਰਾਕ ਪੂਰੀ ਦੇਵਾਂਗੇ। ਸਭ ਤੋਂ ਵੱਡੀ ਗੱਲ ਚੰਗਾ ਸੀਮਨ ਤੇ ਚੰਗਾ ਸੀਮਨ ਦਾ ਲਾਉਣ ਵਾਲਾ। ਜੇ ਡੈਡ ਸੀਮਨ ਲਾਈ ਜਾਂਦੇ ਆ ਜਾਂ ਉਹਦਾ ਫਿਰ ਆਪਾਂ ਨੂੰ ਇਹ ਸਮੱਸਿਆ ਉਹਨੇ ਕਨਸੀਵ ਨਹੀਂ ਹੋਣਾ, ਕਿਉਂਕਿ ਜਿਹੜਾ ਕ੍ਰੋਮੋਜੋਮ ਨੇ ਉਹ ਆਪ ਹੀ ਪਹਿਲਾਂ ਹੀ ਡੈਡ ਨੇ ਤੇ ਉਹਦੇ ਨਾਲ ਆਪਣਾ ਕਨਸੀਵ ਹੋਣ ਦੇ ਚਾਂਸ ਘੱਟ ਨੇ। ਠੀਕ। ਸੋ ਨੈਕਸਟ ਕੁਐਸਚਨ ਹੈਗਾ ਜੀ ਕਿ ਲੋੜ ਤੋਂ ਵੱਧ ਅਨਾਜ ਪਸ਼ੂ ਨੂੰ ਨੁਕਸਾਨਦਾਇਕ ਹੈ? ਤੇਜ਼ਾਬੀਪਣ ਬਣਦਾ ਜੀ ਉਹਦੇ ਨਾਲ, ਤੇਜ਼ਾਬ ਵੱਧ ਬਣੂਗਾ। ਉਹ ਜਿਹੜਾ ਅਨਾਜ ਆਪਾਂ 25-30 ਕਿਲੋ ਤੋਂ ਵੱਧ ਪਾਵਾਂਗੇ, ਕਈ ਵਾਰੀ ਆਪਾਂ ਕੀ ਕਰਦੇ ਆ, ਕਣਕ ਸਾਡੇ ਕੋਲੇ ਆਮ ਦਲੀਆ ਪਾਈ ਜਾਂਦੇ ਆ ਬਿਨਾਂ ਕੰਮ ਤੋਂ ਹੀ, ਉਹ ਫਿਰ ਤੇਜ਼ਾਬ ਬਣਦਾ। ਤੇਜ਼ਾਬ ਬਣਨ ਦੇ ਨਾਲ ਜਿਹੜਾ ਵਾ ਉਹਦੀ ਜਿਹੜੀ ਜੀਲਡ ਵੀ ਘਟਦੀ ਹੈ ਤੇ ਮਸਟੈਟਿਸ ਵੀ ਹੁੰਦੀ ਹੈ ਤੇ ਸਮੱਸਿਆਵਾਂ ਹੋਰ ਖੜੀਆਂ ਹੁੰਦੀਆਂ ਨੇ। ਅਨਾਜ ਘੱਟ ਪਾਉਣਾ ਚਾਹੀਦਾ ਹੈ। ਠੀਕ। ਨੈਕਸਟ ਕੁਐਸਚਨ ਹੈ ਜੀ ਆਪਣਾ, ਸੈਕਸਡ ਸੀਮਨ ਕਿੰਨਾ ਕੁ ਲਾਹੇਵੰਦ ਹੈ? ਸੈਕਸ ਸੀਮਨ ਬਹੁਤ ਲਾਹੇਵੰਦ ਹੈ, ਬਟ ਸੈਕਸ ਸੀਮਨ ਦੀ ਸਮੱਸਿਆ ਹੈ ਕਿ ਜਿਹੜੀ ਗਾਂ ਦੇ ਲੱਗਣਾ ਹੈ ਉਹ ਪਹਿਲੇ ਜਾਂ ਦੂਜੇ ਸੂਏ ਤੱਕ ਹੀ ਹੋਵੇ। ਵੱਡੀਆਂ ਗਾਵਾਂ ਦੇ ਸੈਕਸ ਸੀਮਨ ਕਾਮਯਾਬ ਨਹੀਂ ਹੋਇਆ ਅਜੇ ਤੱਕ। ਤੋ ਜਦੋਂ ਉਹਦੀ ਪਿਊਬਰਟੀ ਆਈ ਹੈ ਤੇ ਉਹਦੀ ਜਿਹੜੀ ਬੋਡੀ ਵੇਟ ਸਹੀ ਹੈ ਤੇ ਗਾਂ ਦੀ ਬੱਚੇਦਾਨੀ ਹੈਲਦੀ ਹੈ, ਦੇਰ ਇਜ਼ ਨੋ ਪ੍ਰੋਬਲਮ। ਵੱਡੀਆਂ 5ਵੇਂ-6ਵੇਂ ਸੂਏ ਦੇ ਸੈਕਸੀ ਲਾਈ ਜਾਵਾਂਗੇ, ਉਹਦੀ ਸਮੱਸਿਆ ਆਪਾਂ ਨੂੰ ਉਹ ਕਨਸੀਵ ਨਹੀਂ ਹੋਣਗੀਆਂ, ਇੱਕ ਨੀਅਰਲੀ ਵੇਸਟੇਜ ਆਫ ਮਨੀ ਹੈ। ਇਸ ਕਰਕੇ ਆਈ ਰਿਕਮੈਂਡ ਕਿ ਦੂਜੇ ਜਾਂ ਤੀਜੇ ਸੂਏ ਵੱਧ ਤੋਂ ਵੱਧ ਆਪਾਂ ਨੂੰ ਪਹਿਲੇ ਦੂਜੇ ਸੂਏ ਆਪਾਂ ਨੂੰ SFC ਦੀ ਵਰਤੋਂ ਕਰਨੀ ਚਾਹੀਦੀ ਹੈ, ਸਿਰਫ ਗਾਵਾਂ ਉੱਤੇ। ਠੀਕ। ਲਾਸਟ ਕੁਐਸਚਨ ਹੈ ਜੀ ਹੁਣ ਆਪਣੇ ਕੋਲ ਕਿ ਹੇਹੇ ਵਿੱਚ ਆਈ ਮੱਝ ਦੇ ਟੀਕਾ ਭਰਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ਜੀ? ਜੀ ਹਿਆ ਕਰੀ ਜਿਹੜਾ ਸਮਾਂ ਵਾ 22 ਜਿਹਨੂੰ ਕਹਿੰਦੇ 22 ਦਿਨਾਂ ਬਾਅਦ ਆ। ਜਦੋਂ ਅੱਜ ਸਵੇਰੇ ਬੋਲੀ ਤਾਂ ਸ਼ਾਮ ਨੂੰ ਟੀਕਾ ਲਗਾਉਣਾ 10 ਘੰਟੇ 10 ਘੰਟੇ ਬਾਅਦ ਸ਼ਾਮ ਤੋਂ ਬਾਅਦ, ਤੇ ਜੇ ਸ਼ਾਮ ਨੂੰ ਬੋਲੀ ਤਾਂ ਸਵੇਰੇ ਮਾਰਨਿੰਗ ਈਵਨਿੰਗ ਦਾ ਸਾਈਕਲ ਕਹਿੰਦੇ ਆ, ਉਹਦੇ ਨਾਲ ਟੀਕਾ ਆਪਾਂ ਨੂੰ ਲਗਾਉਣਾ ਚਾਹੀਦਾ ਹੈ। ਬਟ ਉਦੋਂ ਵੀ ਲਗਾਉਣਾ ਚਾਹੀਦਾ ਜਦੋਂ ਬਿਲਕੁਲ ਉਹਦੀ ਜਿਹੜੀ ਪਾਣੀ ਆ ਜਿਹੜੀਆਂ ਤਾਰਾਂ ਨੇ ਜਿਹੜੀਆਂ ਉਹ ਪਾਣੀ ਲੱਗੀਆਂ ਹੋ ਜਾਣ ਤੇ ਪਸ਼ੂ ਉਦੋਂ ਟੀਕਾ ਲਗਾਉਣਾ ਚਾਹੀਦਾ ਹੈ। ਠੀਕ।
ਸੋ ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵੰਡਰਫੁਲ ਸੈਸ਼ਨ ਅੱਜ ਦਾ ਆਪਣਾ ਰਿਹਾ ਆ, ਜਿਹਦੇ ਵਿੱਚ ਜਿਵੇਂ ਆਪਾਂ ਦੇਖਿਆ ਵੀ ਕੁਐਸਚਨ ਵੀ ਪਾਰਟਿਸਪੈਂਟਸ ਨੇ ਕਾਫੀ ਪੁੱਛੇ, ਇਹਨਾਂ ਦਾ ਇੰਟਰਸਟ ਕਾਫੀ ਬਣਿਆ ਲੱਗਦਾ ਆ। ਤੇ ਔਰ ਮੈਂ ਦੇਖ ਰਿਹਾ YouTube ਚੈਨਲ ਦੇ ਵਿੱਚ ਆਪਣੇ ਪਾਰਟਿਸਪੈਂਟ ਸਾਡੇ ਕਾਫੀ ਐਪਰੀਸ਼ੀਏਟ ਕਰ ਰਹੇ ਨੇ ਤੁਹਾਡੇ ਲੈਕਚਰ ਨੂੰ। ਤੇ ਸੋ ਥੈਂਕ ਯੂ ਸਰ, ਤੁਹਾਡਾ ਹਾਂਜੀ, ਬਹੁਤ ਬਹੁਤ ਧੰਨਵਾਦ ਸਰ ਕਰਕੇ ਤੁਸੀਂ ਦੁਬਾਰਾ ਫਿਰ ਮਤਲਬ ਸਕੂਲ ਐਜੂਕੇਸ਼ਨ ਵਿਭਾਗ ਦਾ ਹਾਂ ਬਹੁਤ ਸੋਹਣੇ ਸਾਰੇ ਸ਼ਬਦਾਂ ਵਿੱਚ ਸਰੋਤਿਆਂ ਦਾ ਬਹੁਤ ਧੰਨਵਾਦ। ਬਹੁਤ ਹੀ ਤਰੀਕੇ ਨਾਲ ਅਤੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਜਿਹੜੇ ਟਿਪਸ ਦਿੱਤੇ ਆ ਐਗਰੀਕਲਚਰ ਜਾਂ ਡੇਅਰੀ ਸੈਕਟਰ ਦੇ ਵਿੱਚ, ਮਤਲਬ ਕਿਵੇਂ ਆਪਣਾ, ਮੈਨੂੰ ਲੱਗਦਾ ਕਿ ਪਾਰਟਿਸਪੈਂਟਸ ਜਿਹੜੇ ਆ ਉਹ ਆਪਣੇ ਜ਼ਰੂਰ ਇਸ ਨਾਲ ਚੀਜ਼ਾਂ ਦਾ, ਇਹਨਾਂ ਟਿਪਸ ਦਾ ਫਾਇਦਾ ਉਠਾਉਣਗੇ। ਔਰ ਜਿਹੜਾ ਜਦੋਂ ਉਹਨਾਂ ਨੇ ਗਾਂ ਅੱਗੇ ਟ੍ਰੇਨਿੰਗ ਦੇਣੀ ਹੈ ਤਾਂ ਡੈਫੀਨੇਟਲੀ ਇਹ ਅੱਜ ਦਾ ਲੈਕਚਰ ਜਿਹੜਾ ਉਹਨਾਂ ਲਈ ਬਹੁਤ ਹੈਲਪਫੁਲ ਰਹੇਗਾ। ਸੋ ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ ਜੀ ਇੱਕ ਵਾਰੀ ਥੈਂਕ ਯੂ ਫਿਰ ਤੋਂ। ਸਰ, ਤੋ ਅੱਜ ਦੇ ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ, ਮੇਰੇ ਸਾਰੇ ਦੋਸਤਾਂ ਦਾ, ਜਿੰਨੇ ਸੋ ਮੇਰੇ ਸਾਰੇ ਪੰਜਾਬ ਦੇ ਜਾਂ ਬਾਹਰੋਂ ਜਿੰਨੇ ਵੀ ਨੇ, ਥੈਂਕ ਯੂ ਉਹਨਾਂ ਦਾ ਬਹੁਤ ਸਰ। ਬਹੁਤ ਧੰਨਵਾਦ। ਮਿਲਦੇ ਰਵਾਂਗੇ ਜੀ ਦੁਬਾਰਾ ਫਿਰ ਹਾਂਜੀ ਜਦੋਂ ਹਾਂਜੀ ਕਹੋਗੇ। ਸਰ, ਅੱਜ ਦੇ ਥੈਂਕ ਯੂ ਸਰ। ਸੈਸ਼ਨ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਪਾਰਟਿਸਪੈਂਟਸ ਨਾਲ ਇੰਟਰੈਕਟ ਕੀਤਾ, ਅਸੀਂ ਉਹਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਉਮੀਦ ਕਰਦੇ ਹਾਂ ਕਿ ਇਨ ਫਿਊਚਰ ਜਦੋਂ ਵੀ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਾਵਾਂਗੇ ਤਾਂ ਇਸੇ ਤਰ੍ਹਾਂ ਹੀ ਤੁਹਾਡੇ ਪ੍ਰੈਕਟੀਕਲ ਟਿਪਸ ਨਾਲ ਭਰਪੂਰ ਸੈਸ਼ਨ ਸਾਨੂੰ ਸੁਣਨ ਨੂੰ ਮਿਲਣਗੇ। ਸੋ ਥੈਂਕਸ ਵਾਂਸ ਅਗੇਨ। ਪਾਰਟਿਸਪੈਂਟਸ ਨੂੰ ਵੀ ਥੈਂਕ ਯੂ ਬੇਨਤੀ ਹੈ ਕਿ ਉਹ ਫੀਡਬੈਕ ਜ਼ਰੂਰ ਭਰ ਦੇਣ, ਇਸ ਤੋਂ ਬਿਨਾਂ ਅਸੀਂ ਸਰਟੀਫਿਕੇਟ ਇਸ਼ੂ ਨਹੀਂ ਕਰਾਂਗੇ। ਸੋ ਇਸ ਦੇ ਨਾਲ ਹੀ ਅਸੀਂ ਅੱਜ ਦਾ ਸੈਸ਼ਨ ਇੱਥੇ ਖਤਮ ਕਰਦੇ ਹਾਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਜੈ ਹਿੰਦ। ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ।